गुरुसवारी साध संगत जीओ, वाहिगुरु जी का खालसा, वाहिगुरु जी की फतेह। सतगुरां दियां अपार बख्शां दा सदका बड़े प्रेम सहित आप जी बाणी सरवण कर रहे सो। हजूरी रागी भाई साहब भाई अमरीक सिंह जी ते उन्हां दे साथियां पासों सतगुर दी बख्शिश होवे ਤਾਂ ਸਮਾਂ ਪ੍ਰਾਪਤ ਹੁੰਦਾ ਮਹਾਰਾਜ ਦੀ ਬਖਸ਼ੀ ਹੋਈ ਸੰਗਤ ਦੇ ਨਾਲ ਬੈਠ ਕਰਕੇ ਬਾਣੀ ਦਾ ਆਨੰਦ ਮਾਣਨ ਦਾ। ਗੁਰਬਾਣੀ ਕਲੈਰਿਟੀ ਆਫ ਮਾਈਂਡ ਹੈ, ਗੁਰਬਾਣੀ ਕਲੈਰਿਟੀ ਆਫ ਥਾਟ ਹੈ, ਗੁਰਬਾਣੀ ਕਲੈਰਿਟੀ ਆਫ ਐਕਸ਼ਨ ਹੈ ਔਰ ਗੁਰਬਾਣੀ ਇਨਸਾਨ ਨੂੰ ਜੀਵਨ ਸੇਧ ਦਿੰਦੀ ਹੈ। ਜੀਵਨ ਸੇਧ ਲੈਂਦਿਆਂ ਹੋਇਆਂ ਅਸੀਂ ਜਿੱਥੇ ਵੱਖ-ਵੱਖ ਇਨਸਾਨੀ ਰੂਪ ਦੇ ਵਿੱਚ ਅਸੀਂ ਸੰਸਕਾਰਾਂ ਤੋਂ ਨਿਕਲਦੇ ਹਾਂ, ਉੱਥੇ ਨਾਲ ਹੀ ਆਨੰਦ ਕਾਰਜ ਜਿਹੜਾ ਆਨੰਦ ਦਾ ਸੰਸਕਾਰ ਹੈ ਉਹ ਇੱਕ ਗੁਰਸਿੱਖ ਵਾਸਤੇ ਬਹੁਤ ਹੀ ਇੱਕ ਇੰਪੋਰਟੈਂਟ, ਜੀਵਨ ਦੇ ਵਿੱਚ ਸੁਗੜਤਾ, ਜੀਵਨ ਦੇ ਵਿੱਚ ਨਿਰਮਲਤਾ, ਜੀਵਨ ਦਾ ਇੱਕ ਢੰਗ ਜੀਣ ਦਾ, ਇਨਸਾਨ ਦਾ ਜ਼ਿੰਦਗੀ ਔਰ ਗ੍ਰਸਤੀ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਗ੍ਰਸਤ ਜੀਵਨ ਦੇ ਵਿੱਚ ਪ੍ਰਵੇਸ਼ ਕਰਕੇ ਤੇ ਉਸ ਅਕਾਲ ਪੁਰਖ ਦੀ ਇਬਾਦਤ ਕਰਨ ਵਾਸਤੇ ਲਗਾਇਆ। ਮਹਾਰਾਜ ਦੀ ਇਹ ਬਖਸ਼ਿਸ਼ ਹੈ ਜਿਸ ਪਿਆਰ ਸਤਿਕਾਰ ਦੇ ਨਾਲ ਅਸੀਂ ਇਸ ਬਾਣੀ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ ਔਰ ਬਾਣੀ ਦੀ ਸੋਝੀ ਲੈਣੀ। ਇੱਥੇ ਵੀ ਗੁਰਬਾਣੀ ਤੋਂ ਹੀ ਸੇਧ ਮਿਲਦੀ ਹੈ। ਡਿੱਠੇ ਮੁਕਤ ਨਾ ਹੋਈ ਜਿਚਰ ਸ਼ਬਦ ਨਾ ਕਰੀ ਵਿਚਾਰ। ਜਦ ਤੱਕ ਸ਼ਬਦ ਦੀ ਵਿਚਾਰ ਨਾ ਕੀਤੀ ਜਾਏ ਤਾਂ ਮਹਿਜ਼ ਇੱਕ ਤੋਤਾ ਰਟਨ ਹੈ। ਲੇਕਿਨ ਸਾਧ ਸੰਗਤ ਉਹ ਤੋਤਾ ਰਟਨ ਵੀ ਬੜੀ ਇੰਪੋਰਟੈਂਟ ਹੈ। ਜੇ ਅਗਰ ਘਰ ਦੇ ਵਿੱਚ ਮਾਂ ਨਾ ਰਟਾਂਦੀ ਜਪਜੀ ਸਾਹਿਬ ਤੇ ਸਵਾਦ ਕਿੱਥੋਂ ਪੈਦਾ ਹੋਣਾ ਸੀ? ਤੇ ਜੇ ਸਵਾਦ ਨਹੀਂ ਸੀ ਪੈਦਾ ਹੋਣਾ ਤੇ ਗੁਰੂ ਦੀ ਬਖਸ਼ਿਸ਼ ਕਿੱਥੋਂ ਮਿਲਣੀ ਸੀ? ਹਰ ਕਿਣਕਾ ਜਿਹੜਾ ਹੈ ਉਹ ਬੜਾ ਇੰਪੋਰਟੈਂਟ ਹੈ ਔਰ ਉਸ ਕਿਣਕੇ ਦੇ ਵਿੱਚ ਸ਼ੁਕਰਾਨਾ ਹੈ ਉਸ ਅਕਾਲ ਪੁਰਖ ਦਾ ਜੋ ਤੁਸੀਂ ਐਸੇ ਪਰਿਵਾਰ ਦੇ ਵਿੱਚ ਪੈਦਾ ਹੋਏ ਹੋ ਜਿੱਥੇ ਮਾਂ ਨੇ ਆਪਣਾ ਇੱਕ ਰੋਲ ਅਦਾ ਕੀਤਾ ਔਰ ਬਾਣੀ ਪੜ੍ਹਨ ਤੇ ਸੁਣਨ ਦੀ ਜਿਹੜੀ ਹੈ ਤੁਹਾਡੇ ਅੰਦਰ ਤਤਪਰਤਾ ਪੈਦਾ ਕੀਤੀ ਹੈ। ਗੁਣਾਂ ਦਾ ਗਾਹਕ ਹਮੇਸ਼ਾ ਘੱਟ ਹੁੰਦਾ ਹੈ, ਲੇਕਿਨ ਜਿਹੜਾ ਹੁੰਦਾ ਉਹ ਬਹੁਤ ਅਵਲ ਦਰਜੇ ਦਾ ਹੁੰਦਾ। ਸਤਿਗੁਰ ਦੀਆਂ ਇਹ ਬਖਸ਼ਾਂ ਹਨ। ਅਕਸਰ ਆਨੰਦ ਦੀ ਜਿਹੜੀ ਰੋਹ ਰੀਤੀ ਹੈ ਉਸ ਵਿੱਚ ਅਸੀਂ ਗ੍ਰੈਜੂਅਲੀ ਕੀ ਤੱਕਿਆ। ਇੱਕ ਸਮਾਂ ਹੁੰਦਾ ਸੀ ਜਦ ਆਨੰਦ ਕਾਰਜ ਵਾਸਤੇ ਦੋਏ ਧਿਰ ਜੁੜ ਕਰਕੇ ਤੇ ਉੱਥੇ ਬੈਠਦੇ ਸਨ। ਦੋਏ ਧਿਰ ਬੈਠ ਕਰਕੇ ਜੋ ਗਿਆਨ ਦੀ ਗੱਲ ਹੁੰਦੀ ਸੀ ਉਹ ਆਪਣੇ ਪਰਿਵਾਰਕ ਰੂਪ ਦੇ ਵਿੱਚ ਬੈਠ ਕਰਕੇ ਮੁੰਡੇ ਔਰ ਕੁੜੀ ਦੇ ਨਾਲ ਕਰਦੇ ਸਨ। ਗ੍ਰੈਜੂਅਲੀ ਸਮਾਂ ਬੀਤਿਆ। ਅੱਜ ਦੀ ਤਾਰੀਖ ਜਿਸ ਵਕਤ ਇਨਸਾਨ ਆਨੰਦ ਵਾਸਤੇ ਜਾਂਦਾ, ਆਨੰਦ ਕਾਰਜ ਵਾਸਤੇ ਜਾਂਦਾ ਤੇ ਜਾਣ ਵਕਤ ਮੁੰਡੇ ਦੇ ਨਾਲ ਗਿਣਤੀ ਦੇ ਬਿਲਕੁਲ ਇਮੀਡੀਏਟ ਫੈਮਿਲੀ ਦੇ 4 ਬੰਦੇ ਔਰ 4 ਬੰਦੇ ਕੁੜੀ ਦੇ ਨਾਲ, ਜਿਸ ਸਪੀਡ ਤੇ ਉਸ ਵਕਤ ਬਾਣੀ ਪੜ੍ਹੀ ਜਾਂਦੀ ਹੈ ਸ਼ਾਇਦ ਲੋਕਾਂ ਨੂੰ ਪਤਾ ਹੀ ਨਹੀਂ ਚੱਲਦਾ ਕਿ ਅਸੀਂ ਕਿਹੜੀ ਬਾਣੀ ਪੜ੍ਹ ਰਹੇ ਹਾਂ ਔਰ ਉਸੇ ਸਪੀਡ ਦੇ ਵਿੱਚ ਚੀਜ਼ ਨਿਕਲ ਜਾਂਦੀ ਹੈ। ਇਤਨਾ ਵੱਡਾ ਅਹਿਮ ਫੈਸਲਾ ਜ਼ਿੰਦਗੀ ਦਾ ਹੋਏ ਔਰ ਇਨਸਾਨ ਉਸ ਫੈਸਲੇ ਨੂੰ ਗੁਰੂ ਸਾਹਿਬ ਦੇ ਆਦੇਸ਼ ਅਨੁਸਾਰ ਨਾ ਸਮਝੇ। ਪਿਛਲੇ ਦਿਨੀ ਵਿਚਾਰ ਉੱਠਿਆ ਕਿ ਇੱਕ ਪਾਠ ਬੋਧ ਸਮਾਗਮ ਕੀਤਾ ਜਾਵੇ ਔਰ ਵਿਸ਼ੇਸ਼ ਰੂਪ ਦੇ ਉੱਤੇ ਲਾਵਾਂ ਦੀ ਬਾਣੀ, ਉਸ ਤੋਂ ਨਾਲ ਸੰਬੰਧਿਤ ਜਿਹੜੇ ਸ਼ਬਦ ਹਨ ਉਹਨਾਂ ਦੀ ਮਹੱਤਤਾ
ਆਨੰਦ ਕਾਰਜ ਕਦ ਤੋਂ ਸ਼ੁਰੂ ਹੋਇਆ, ਔਰ ਜ਼ਰੂਰ ਜਦ ਸਾਡੇ ਵਿੱਚ ਵਿਦਵਾਨ ਬੈਠੇ ਹੋਣ ਤੇ ਜ਼ਰੂਰ ਪੁੱਛਣ ਦੀ ਵੀ ਗੱਲ ਹੈ ਕਿ ਉਸ ਤੋਂ ਪਹਿਲਾਂ ਕੀ ਹੁੰਦਾ ਸੀ। ਕਿਉਂਕਿ ਜੇ ਅਗਰ ਅਸੀਂ ਬਾਣੀ ਨੂੰ ਪੜ੍ਹਦੇ ਹਾਂ ਤੇ ਸਮਝ ਵਿੱਚ ਆਉਂਦਾ ਕਿ ਚੌਥੀ ਪਾਤਸ਼ਾਹੀ ਤੋਂ ਸੂਈ ਮਹੱਲਾ ਚੌਥਾ, ਭਾਈ ਸਾਹਿਬ ਮੈਂ ਠੀਕ ਕਹਿ ਰਿਹਾ, ਚੌਥੀ ਪਾਤਸ਼ਾਹੀ ਤੋਂ ਇਹ ਬਾਣੀ ਆਰੰਭ ਹੋਈ। ਹਰ ਪਹਿਲੜੀ ਲਾਉ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਇਸ ਤੋਂ ਪਹਿਲਾਂ ਕਿਸ ਤਰੀਕੇ ਨਾਲ ਆਨੰਦ ਕਾਰਜ ਹੁੰਦੇ ਸਨ, ਔਰ ਇਸ ਦੀ ਕਿਸ ਤਰੀਕੇ ਨਾਲ ਇਸ ਚੀਜ਼ ਦੀ ਸੋਝੀ ਜਿਹੜੀ ਹੈ ਉਹ ਸੰਗਤੀ ਰੂਪ ਦੇ ਵਿੱਚ ਕੀਤੀ ਜਾਏ। ਵਿਸ਼ੇਸ਼ ਰੂਪ ਗਿਆਨੀ ਬਲਜੀਤ ਸਿੰਘ ਜੀ, ਗਿਆਨੀ ਮਨਿੰਦਰਪਾਲ ਸਿੰਘ ਜੀ, ਇਹਨਾਂ ਪਾਸ ਬੇਨਤੀ ਕੀਤੀ ਗਈ ਹੈ। ਸਾਹਿਬਜ਼ਾਦਾ ਜੁਝਾਰ ਸਿੰਘ ਰੋਪੜ ਵਿਖੇ ਜੋ ਇੱਕ ਗੁਰਮਤਿ ਵਿਦਿਆਲਿਆ ਹੈ, ਜਿੱਥੋਂ ਇਹ ਸਾਰੇ ਇਸ ਗੁੱਝੇ ਭੇਦ ਨੂੰ ਸਹਿਜ ਭਾਵ ਦੇ ਵਿੱਚ ਪੜ੍ਹ ਕਰਕੇ ਆਪ ਦੇ ਨਾਲ ਆਪਣੀ ਸਾਂਝ ਪਾਉਂਦੇ ਨੇ, ਉੱਥੋਂ ਦੇ ਡਾਇਰੈਕਟਰ ਹਨ ਗਿਆਨੀ ਬਲਜੀਤ ਸਿੰਘ ਜੀ ਤੇ ਵਾਈਸ ਪ੍ਰਿੰਸੀਪਲ ਹਨ ਗਿਆਨੀ ਮਨਿੰਦਰਪਾਲ ਸਿੰਘ ਜੀ। ਦੋਹਾਂ ਨੂੰ ਬੇਨਤੀ ਕਰਨ ਲੱਗੇ ਹਾਂ, ਅੱਜ ਦਾ ਸਮਾਂ 1.5 ਘੰਟਾ, ਕੱਲ ਦਾ ਸਮਾਂ 1.5 ਘੰਟਾ, ਔਰ ਤੁਹਾਡਾ ਇੱਕ ਫਰਜ਼ ਜ਼ਰੂਰ ਬਣਦਾ, ਜਿਤਨੀ ਸੰਗਤ ਬੈਠੀ ਹੈ, ਜਾ ਕਰਕੇ ਜਿਹੜੀ ਗੱਲ ਤੁਹਾਨੂੰ ਅੱਜ ਸੋਝੀ ਮਿਲੇ ਉਸ ਨੂੰ ਜਾ ਕਰਕੇ ਪਰਿਵਾਰਕ ਰੂਪ ਦੇ ਵਿੱਚ ਆਪਣੇ ਦੋਸਤਾਂ ਭਾਈਚਾਰੇ, ਅਸੀਂ ਕੋਈ ਚੀਜ਼ ਚੰਗੀ ਮਿਲਦੀ ਹੈ ਬਾਜ਼ਾਰ ਵਿੱਚੋਂ ਤੇ ਕੀ ਕਰਦੇ ਹਾਂ, ਅਸੀਂ ਆਪਣੇ ਸਾਰੇ ਨਿਕਟ ਵਰਤੀਆਂ ਨੂੰ ਦੱਸਦੇ ਹਾਂ ਕਿ ਇਹ ਫਲਾਣੀ ਚੀਜ਼ ਬੜੀ ਅੱਛੀ ਜਿਹੜੀ ਹੈ ਉੱਥੇ ਮਿਲ ਰਹੀ ਹੈ, ਇੱਕ ਵਧੀਆ ਸਵਾਦਿਸ਼ਟ ਵਿਅੰਜਨ ਜਿਹੜਾ ਹੈ ਉਹ ਮਿਲਿਆ, ਉਹ ਫਲਾਣੀ ਦੁਕਾਨ ਤੇ ਮਿਲਦਾ ਹੈ। ਤੇ ਜੇ ਅਗਰ ਗਿਆਨ ਦੀ ਐਸੀ ਗੱਲ ਹੋਏ ਤੇ ਉਹ ਸਿਰਫ ਆਪਣੇ ਆਪ ਤੱਕ ਕਿਉਂ ਰੱਖੀ ਜਾਵੇ। ਜ਼ਰੂਰ ਪੈਗਾਮ ਦਿਓ, ਜਿਤਨੇ ਭਾਗਾਂ ਵਾਲੇ ਹੋ ਜਿਹੜੇ ਪੂਰੀ ਬਾਣੀ ਦਾ ਆਨੰਦ ਮਾਣੋ, ਜਿਹੜੇ ਹੋਰ ਉਹਨਾਂ ਨੂੰ ਵੀ ਪ੍ਰੇਰਣਾ ਦਿਓ ਕਿ ਜਿਹੜੀ ਚੀਜ਼ ਲੜੀਵਾਰ ਚੱਲ ਰਹੀ ਹੈ। ਨਾਲ ਹੀ ਬੇਨਤੀ ਕਰਦਿਆਂ ਤੁਹਾਡਾ ਬਣਾਇਆ ਹੋਇਆ ਆਪਣਾ YouTube ਚੈਨਲ ਹੈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਵੀਆ ਨਗਰ, ਇਹਦੇ ਵਿੱਚ ਇਸ ਨੂੰ ਵਿਸ਼ੇਸ਼ ਤੌਰ ਪਾਠ ਬੋਧ ਸਮਾਗਮ ਲਾਵਾਂ ਦੀ ਬਾਣੀ ਬਾਰੇ ਵਿਚਾਰ ਇਸ ਸਿਰਲੇਖ ਹੇਠ ਇਹ ਤੁਹਾਨੂੰ ਹਮੇਸ਼ਾ ਮਿਲੇਗੀ ਚੀਜ਼, ਉਸ ਨੂੰ ਵੀ ਲਾਹਾ ਲੈਣਾ। ਆਓ ਬੇਨਤੀ ਕਰੀਏ ਗਿਆਨੀ ਬਲਜੀਤ ਸਿੰਘ ਜੀ, ਗਿਆਨੀ ਮਨਿੰਦਰਪਾਲ ਸਿੰਘ ਜੀ, ਦੋਹਾਂ ਜੀਆਂ ਨੂੰ ਆ ਕਰਕੇ ਆਪ ਦੇ ਸਨਮੁਖ ਇੱਕ ਸਟੇਜ ਦੇ ਉੱਤੇ ਦੋਏ ਜੀ ਬੈਠ ਕਰਕੇ ਆਪ ਦੇ ਨਾਲ ਵਕਤ ਸੰਬੰਧੀ, ਗਿਆਨ ਸੰਬੰਧੀ, ਗੁਰੂ ਦੀ ਗੱਲ ਸੰਬੰਧੀ ਆਪਣੀ ਗੱਲ ਜਿਹੜੀ ਹੈ ਆਪ ਦੇ ਨਾਲ ਸ਼ੇਅਰ ਕਰਨਗੇ। ਮਹਾਰਾਜ ਬਖਸ਼ਿਸ਼ ਕਰਨ, ਇਕਾਗਰਤਾ ਨਾਲ ਇੱਕਮਿਕ ਹੋ ਕਰਕੇ ਸੁਣਨ ਦੀ ਖੇਚਲ ਕਰਨੀ, ਸਮਝਣ ਦੀ ਖੇਚਲ ਕਰਨੀ, ਮਹਾਰਾਜ ਦੇ ਦਰਸਾਏ ਹੋਏ ਪੂਰਨਿਆਂ ਤੇ ਚੱਲਣ ਦੀ ਗੱਲ ਕਰਨੀ, ਸਤਿਗੁਰ ਦਾ ਮਾਰਗ ਦਰਸ਼ਨ ਲੈਣਾ। ਮਹਾਰਾਜ ਮਿਹਰ ਕਰਨ, ਅਸੀਂ ਬੜੇ ਪ੍ਰੇਮ ਸਹਿਤ ਅਸੀਂ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਉਪਰਾਲਾ ਸੰਗਤੀ ਹੈ, ਉਪਰਾਲਾ ਆਪ ਸਭ ਦਾ। ਮਹਾਰਾਜ ਮਿਹਰ ਕਰਨ, ਅਸੀਂ ਇਸ ਪਿਆਰ ਨੂੰ ਸਹਿਜ ਭਾਵ ਦੇ ਵਿੱਚ ਸਮਝ ਕਰਕੇ ਆਪਣੇ ਹਿਰਦਿਆਂ ਦੇ ਵਿੱਚ ਸਤਿਗੁਰ ਦੇ ਉਸ ਉਪਦੇਸ਼ ਨੂੰ, ਮਹਾਰਾਜ ਦੀ ਇਸ ਬਖਸ਼ਿਸ਼ ਨੂੰ ਸਾਂਝ ਪਾਈਏ। ਬੇਨਤੀ ਕਰਨ ਲੱਗਾ ਆਪ ਦੇ ਸਨਮੁਖ ਬੜੇ ਪ੍ਰੇਮ ਸਹਿਤ ਬਾਣੀ ਨੂੰ ਸਹਿਜ ਭਾਵ ਦੇ ਵਿੱਚ ਆਪ ਦੇ ਨਾਲ ਰੱਖਣ ਵਾਸਤੇ ਗਿਆਨੀ ਬਲਜੀਤ ਸਿੰਘ ਜੀ ਤੇ ਨਾਲ ਮਨਿੰਦਰਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ
ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰ ਵਾਲਿਓ, ਅਕਾਲ ਪੁਰਖ ਵਾਹਿਗੁਰੂ ਜੀ ਦੀ ਰਹਿਮਤ ਸਦਕਾ ਅੱਜ ਸਾਰੇ ਅਸੀਂ ਇਕੱਠੇ ਹੋਏ ਹਾਂ ਵੀ ਜਿਸ ਬਾਣੀ ਦਾ ਪਾਠ ਸ਼ਰਵਣ ਕਰਕੇ ਗਾਇਨ ਕਰਕੇ ਅਸੀਂ ਆਨੰਦ ਕਾਰਜ ਵੇਲੇ ਪਤੀ ਪਤਨੀ ਦੇ ਰੂਪ ਦੇ ਵਿੱਚ ਜੋ ਸਿੱਖ ਰਹੁ ਰੀਤ ਹੈ ਉਹਨੂੰ ਨਿਭਾਉਂਦੇ ਆ। ਉਸ ਬਾਣੀ ਵਿੱਚ ਮੇਰੇ ਮਾਲਕ ਜੀ ਸਾਨੂੰ ਕੀ ਸਮਝਾ ਰਹੇ ਹਨ, ਉਸ ਬਾਣੀ ਰਾਹੀਂ ਅਸੀਂ ਕੀ ਸਿੱਖਿਆ ਗ੍ਰਹਿਣ ਕਰਨੀ ਹੈ, ਉਸ ਸੰਬੰਧ ਨੂੰ ਸਮਝਣ ਦੇ ਲਈ ਅਸੀਂ ਸਤਿਗੁਰੂ ਜੀ ਦੇ ਕੋਲ ਬੈਠੇ ਹਾਂ। ਸਤਿਗੁਰੂ ਜੀ ਰਹਿਮਤ ਕਰਨ, ਆਪਣਾ ਮਿਹਰ ਭਰਿਆ ਹੱਥ ਰੱਖ ਕੇ ਸਾਡੇ ਸਾਰਿਆਂ ਤੋਂ ਸੇਵਾ ਲੈ ਲੈਣ ਜੀ। ਪਹਿਲਾਂ ਭਾਈ ਸਾਹਿਬ ਭਾਈ ਮਾਨ ਸਿੰਘ ਜੀ ਪਾਠ ਕਰਨਗੇ, ਫਿਰ ਸਤਿਕਾਰਯੋਗ ਗਿਆਨੀ ਬਲਜੀਤ ਸਿੰਘ ਜੀ ਆਪ ਜੀ ਦੇ ਨਾਲ ਇਸ ਬਾਣੀ ਦੇ ਵਿਚਾਰ ਨਾਲ ਸਾਂਝ ਪਾਉਣਗੇ ਜੀ। ਆਓ ਜੀ ਬਾਣੀ ਨਾਲ ਜੁੜੀਏ ਜੀ। ਵਾਹਿਗੁਰੂ ਜੀ। ਸੋਹੀ ਮਹਿਲਾ ਚੌਥਾ। ਹਰ ਪਹਿਲੜੀ ਲਾਮ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ। ਧਰਮ ਦ੍ਰਿੜੋ ਹਰ ਨਾਮ ਧਿਆਓ ਸਿਮਰਿਤ ਨਾਮ ਦ੍ਰਿੜਾਇਆ। ਸਤਿਗੁਰ ਗੁਰਪੂਰਾ ਆਰਾਧੋ ਸਭ ਕਿਲ ਵਿਖ ਪਾਪ ਗਵਾਇਆ। ਸਹਿਜ ਆਨੰਦ ਹੋਆ ਬੜ ਭਾਗੀ ਮਨ ਹਰ ਹਰ ਮੀਠਾ ਲਾਇਆ। ਜਨ ਕਹਿ ਨਾਨਕ ਲਾਮ ਪਹਿਲੀ ਆਰੰਭ ਕਾਜ ਰਚਾਇਆ। ਜੁਗੋ ਜੁਗ ਅਟਲ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਸਵਾਇਮਾਨ ਹੋ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਨਿਤ ਜਾਏ ਬਹੁ ਸਤ ਸੰਗਤੀ ਜਿੱਥੇ ਹਰ ਕਾ ਹਰ ਨਾਮ ਬਿਲੋਈਏ। ਇਹ ਜੋ ਗੁਰੂ ਸਾਹਿਬ ਜੀ ਦਾ ਹੁਕਮ ਹੈ ਕਿ ਉਸ ਸੰਗਤ ਵਿੱਚ ਜਾ ਕੇ ਬੈਠਣਾ ਮੁਬਾਰਕ ਹੈ, ਭਾਗਾਂ ਵਾਲੀ ਗੱਲ ਹੈ ਜਿੱਥੇ ਹਰੀ ਨਾਮ ਨੂੰ ਰਿੜਕਿਆ ਜਾਂਦਾ ਹੈ, ਵਿਚਾਰਿਆ ਜਾਂਦਾ ਹੈ। ਕਿਉਂਕਿ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਬਖਾਣੀ ਹੈ, ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀ। ਔਰ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਜੀਵਨ ਮਾਰਗ ਸਾਨੂੰ ਗੁਰਬਾਣੀ ਰਾਹੀਂ ਬਖਸ਼ਿਸ਼ ਕੀਤਾ ਹੈ, ਉਸ ਨੂੰ ਸਮਝਣਾ ਹੀ ਅਸਲ ਵਿੱਚ ਸਿੱਖੀ ਦਾ ਮਾਰਗ ਹੈ। ਤੇ ਸਿੱਖੀ ਨੂੰ ਸਿੱਖਣ ਦਾ ਤਰੀਕਾ ਸਾਡੇ ਕੋਲ ਸਾਧਨ ਕੇਵਲ ਗੁਰੂ ਦਾ ਸ਼ਬਦ ਹੈ। ਔਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਉਹਨਾਂ ਨੂੰ ਹੀ ਗੁਰਸਿੱਖੀ ਮਾਰਗ ਦੇ ਬੰਦੀ ਮੰਨਦੇ ਹਨ। ਸੇਵਕ ਸਿੱਖ ਪੂਜਨ ਸਭ ਆਵੇਂ ਸਭ ਗਾਵੇਂ ਹਰ ਹਰ ਊਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੇ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਅੱਜ ਅਸੀਂ ਜੋ ਸਿੱਖ ਰਹਿਤ ਮਰਜ਼ਾਦਾ ਨੇ ਸਾਡੇ ਜੀਵਨ ਦੇ ਨਾਲ 4 ਸੰਸਕਾਰ ਵਰਣਨ ਕੀਤੇ ਹਨ, ਉਹਨਾਂ ਵਿੱਚੋਂ ਆਨੰਦ ਕਾਰਜ ਸੰਸਕਾਰ
ਉਹਦੇ ਬਾਰੇ ਆਪਾਂ ਵਿਚਾਰ ਸਾਂਝੀ ਕਰਨ ਵਾਸਤੇ ਇਕੱਠੇ ਹੋਏ ਹਾਂ। ਸਿੱਖ ਰਹਿਤ ਮਰਜ਼ਾਦਾ ਜੋ ਪੰਥ ਪ੍ਰਵਾਨਤ ਰਹਿਤ ਮਰਜ਼ਾਦਾ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਹੈ, ਉਸ ਦੇ ਅਨੁਸਾਰ ਪੰਨਾ ਨੰਬਰ 22 ਤੋਂ ਲੈ ਕੇ 23 ਨੰਬਰ ਤੇ 24 ਨੰਬਰ ਤੱਕ ਇਸ ਆਨੰਦ ਕਾਰਜ ਸੰਸਕਾਰ ਦੀ ਜੋ ਢੰਗ ਤਰੀਕਾ ਹੈ, ਵਿਧੀ ਹੈ, ਉਹ ਬਖਸ਼ਿਸ਼ ਕੀਤੀ ਗਈ। ਪਹਿਲੇ ਨੰਬਰ ਦੇ ਉੱਤੇ ਸਾਡਾ ਜਨਮ ਸੰਸਕਾਰ, ਉਹਦੀ ਗੱਲ ਕੀਤੀ ਗਈ ਹੈ, ਲੇਕਿਨ ਸਾਨੂੰ ਨਹੀਂ ਪਤਾ ਕਿ ਸਾਡਾ ਜਨਮ ਸੰਸਕਾਰ ਕਿਵੇਂ ਹੋਇਆ, ਕਿਉਂਕਿ ਸਾਨੂੰ ਉਸ ਵੇਲੇ ਕੋਈ ਹੋਸ਼ ਹਵਾਸ ਨਹੀਂ, ਸਾਨੂੰ ਕੋਈ ਜਾਣਕਾਰੀ ਨਹੀਂ, ਸਾਨੂੰ ਕੋਈ ਸੋਝੀ ਨਹੀਂ। ਜਿਵੇਂ ਮਾਂ-ਬਾਪ ਨੇ ਕੀਤਾ ਤਿਵੇਂ ਨਿਭ ਗਿਆ, ਔਰ ਜਿਵੇਂ ਜਿਵੇਂ ਸੋਝੀ ਆਏਗੀ ਅਸੀਂ ਉਹ ਵੀ ਗੁਰਮਤਿ ਦੇ ਅਨੁਸਾਰ ਹੋ ਕੇ ਕਰਨ ਵਾਸਤੇ ਤਿਆਰੀ ਕਰਾਂਗੇ। ਨੰਬਰ 2 ਦੇ ਉੱਤੇ ਅੰਮ੍ਰਿਤ ਸੰਸਕਾਰ ਜੋ ਪੰਥ ਪ੍ਰਵਾਨਤ ਮਰਜ਼ਾਦਾ ਹੈ, ਉਹਦੇ ਅਨੁਸਾਰ ਹੀ ਜੋ ਵਿਚਾਰਧਾਰਾ ਬਖਸ਼ਿਸ਼ ਕੀਤੀ ਗਈ ਹੈ ਅੰਮ੍ਰਿਤ ਸੰਚਾਰ ਦੀ, ਉਹਦੇ ਮੁਤਾਬਕ ਕੀਤਾ ਜਾਂਦਾ ਹੈ। ਔਰ ਜਿਹੜੇ ਸੁਘੜ ਸਿਆਣੇ ਲੋਕ ਨੇ ਉਹ ਪੰਥਕ ਏਕਤਾ ਨੂੰ ਮੁੱਖ ਰੱਖ ਕੇ ਪੰਥ ਪ੍ਰਵਾਨਤ ਮਰਜ਼ਾਦਾ ਦੇ ਅਨੁਸਾਰ ਹੀ ਨਿਭਾਉਂਦੇ ਨੇ। ਉਹਦੇ ਵਿੱਚ ਕੋਈ ਡਾਊਟ ਕਰਨ ਵਾਲੀ ਗੱਲ ਬਾਕੀ ਨਹੀਂ ਰਹਿ ਜਾਂਦੀ, ਜੇਕਰ ਅਸੀਂ ਅਕੋਰਡਿੰਗ ਟੂ ਰਹਿਤ ਮਰਜ਼ਾਦਾ ਫਾਲੋ ਕਰਕੇ ਉਹਨੂੰ ਨਿਭਾਉਣ ਦਾ ਯਤਨ ਕਰਦੇ ਹਾਂ। ਤੀਜੇ ਨੰਬਰ ਦੇ ਉੱਤੇ ਮ੍ਰਿਤਕ ਸੰਸਕਾਰ ਜਦੋਂ ਹੁੰਦਾ ਹੈ, ਉਹ ਵੀ ਜੇ ਗੁਰਮਤਿ ਤੋਂ ਜਾਣੂ ਹੋਣ ਤੇ ਅਸੀਂ ਉਹਨੂੰ ਨਿਭਾ ਸਕਦੇ ਹਾਂ। ਜੋ ਸਾਡੇ ਪਿੱਛੇ ਨੇ, ਨਾ ਪਹਿਲੇ ਸੰਸਕਾਰ ਸਮੇਂ ਮਨੁੱਖ ਨੂੰ ਕੋਈ ਸੋਝੀ ਹੁੰਦੀ ਹੈ ਤੇ ਨਾ ਆਖਰੀ ਸੰਸਕਾਰ ਵੇਲੇ ਮਨੁੱਖ ਕੁਝ ਕਰਨ ਜੋਗਾ ਹੁੰਦਾ ਹੈ, ਕਿਉਂਕਿ ਉਹ ਵੀ ਦੂਜਿਆਂ ਨੇ ਕਰਨਾ ਹੁੰਦਾ ਹੈ, ਪਹਿਲਾਂ ਵੀ ਦੂਜਿਆਂ ਨੇ ਨਿਭਾਉਣਾ ਹੁੰਦਾ ਹੈ। ਲੇਕਿਨ ਆਨੰਦ ਕਾਰਜ ਸੰਸਕਾਰ ਇੱਕ ਐਸਾ ਸੰਸਕਾਰ ਹੈ ਜੋ ਮਨੁੱਖ ਦੀ ਹੋਸ਼ੋ ਹਵਾਸ ਵਿੱਚ ਕੀਤਾ ਜਾਂਦਾ ਹੈ, ਨਿਭਾਇਆ ਜਾਂਦਾ ਹੈ। ਕਿਉਂਕਿ ਸਿੱਖ ਧਰਮ ਦੇ ਅਨੁਸਾਰ ਬਾਲ ਵਿਆਹ ਦੀ ਕੋਈ ਪ੍ਰਥਾ ਨਹੀਂ ਹੈ, ਔਰ ਜਿਵੇਂ ਵੱਖ-ਵੱਖ ਧਰਮਾਂ ਦੇ ਅਨੁਸਾਰ ਜਾਂ ਸਾਡਾ ਗੁਆਂਢੀ ਧਰਮ ਹਿੰਦੂ ਧਰਮ, ਉਹਦੇ ਵਿੱਚ 8 ਪ੍ਰਕਾਰ ਦੇ ਵਿਆਹ ਨੇ, ਉਹ ਵੀ ਸਾਡੀ ਕੋਈ ਪ੍ਰਥਾ ਨਹੀਂ ਹੈ। ਸਾਡੀ ਨਿਕਾਹ ਦੀ ਵੀ ਕੋਈ ਪ੍ਰਥਾ ਨਹੀਂ ਹੈ, ਸਾਡੀ ਦੂਜੇ ਲੋਕਾਂ ਦੀ ਤਰ੍ਹਾਂ ਕੋਈ ਪ੍ਰਥਾ ਨਹੀਂ। ਸਾਡਾ ਆਨੰਦ ਕਾਰਜ ਹੈ। ਆਨੰਦ ਕਾਰਜ ਲਫ਼ਜ਼ ਤੋਂ ਭਾਵ ਜਿਸ ਕਾਰਜ ਨੂੰ ਕਰਨ ਤੋਂ ਬਾਅਦ ਸਾਡੇ ਜੀਵਨ ਦੇ ਵਿੱਚ ਆਨੰਦ ਦੀ ਪ੍ਰਾਪਤੀ ਹੋਵੇ। ਤੇ ਆਨੰਦ ਦੀ ਪ੍ਰਾਪਤੀ ਦਾ ਸਾਧਨ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ, ਜਿਨ੍ਹਾਂ ਨੇ ਆਪਣਾ ਤਜਰਬਾ ਸਾਡੇ ਨਾਲ ਸਾਂਝਾ ਕੀਤਾ ਹੈ ਕਿ ਜੀਵਨ ਦੇ ਵਿੱਚ ਮੈਂ ਬਹੁਤ ਸਾਰੀਆਂ ਥਾਵਾਂ ਤੇ ਜਾਣ ਦਾ ਯਤਨ ਕੀਤਾ, ਬੜੇ ਕਰਮ ਕਾਂਡ ਕੀਤੇ, ਕੇਵਲ ਮੈਨੂੰ ਆਨੰਦ ਕਿੱਥੋਂ ਪ੍ਰਾਪਤ ਹੋਏਗਾ। ਲੇਕਿਨ ਉਹਨਾਂ ਨੇ ਆਖਰ ਵਿੱਚ ਜਦੋਂ ਗੁਰੂ ਅੰਗਦ ਪਾਤਸ਼ਾਹ ਜੀ ਦੀ ਸ਼ਰਨ ਪ੍ਰਾਪਤ ਕੀਤੀ ਹੈ, ਉਸ ਵੇਲੇ ਜੋ ਸੋਝੀ ਪ੍ਰਾਪਤ ਕੀਤੀ, ਉਸ ਸੋਝੀ ਨੂੰ ਮੁੱਖ ਰੱਖ ਕੇ ਆਪ ਜੀ ਨੇ ਜੋ ਤਜਰਬਾ ਸਾਡੇ ਨਾਲ ਸਾਂਝਾ ਕੀਤਾ ਪੂਰੀ ਮਾਨਵਤਾ ਦੇ ਨਾਲ, ਕਿ ਆਨੰਦ ਨਾ ਕਰਮਕਾਂਡਾਂ ਵਿੱਚੋਂ ਲੱਭ ਸਕਦਾ ਹੈ, ਨਾ ਕੇਵਲ ਯਾਤਰਾਵਾਂ ਵਿੱਚੋਂ ਲੱਭ ਸਕਦਾ, ਨਾ ਕੇਵਲ ਫੋਕਟ ਕੀਤੇ ਇਸ਼ਨਾਨਾਂ ਵਿੱਚੋਂ ਲੱਭ ਸਕਦਾ ਹੈ, ਨਾ ਕੇਵਲ ਹਉਮੈ ਦੇ ਅਧੀਨ ਹੋ ਕੇ ਪੁੰਨ ਦਾਨ ਕਿਰਿਆ ਵਿੱਚੋਂ ਲੱਭ ਸਕਦਾ ਹੈ। ਜੇ ਜੀਵਨ ਵਿੱਚ ਆਨੰਦ ਦੀ ਪ੍ਰਾਪਤੀ ਹੋਣੀ ਹੈ ਤੇ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਿ ਸਾਨੂੰ ਆਨੰਦ ਦੀ ਪ੍ਰਾਪਤੀ ਕੇਵਲ ਗੁਰੂ ਕੋਲੋਂ ਹੀ ਪ੍ਰਾਪਤ ਹੋਣੀ ਹੈ। ਔਰ ਸਤਿਗੁਰੂ ਪਾਤਸ਼ਾਹ ਜੀ ਨੇ ਉਹ ਜੀਵਨ ਜਾਚ ਸਾਨੂੰ ਸਮਝਾਈ, ਔਰ ਸਤਿਗੁਰੂ ਪਾਤਸ਼ਾਹ ਜੀ ਨੇ, ਗੁਰੂ ਨਾਨਕ ਸਾਹਿਬ ਜੀ ਨੇ ਜੋ ਗੁਰਮਤਿ ਆਰੰਭੀ ਹੈ, ਉਸ ਗੁਰਮਤਿ ਦਾ ਪ੍ਰਚਾਰ ਵੀ ਆਪ ਕੀਤਾ। ਤੇ ਆਪ ਜੀ ਨੇ ਆਪਣੀ ਜ਼ਿੰਦਗੀ ਵਿੱਚ ਬੜੇ ਸਟੈਪ ਲਏ, ਔਰ ਸਤਿਗੁਰੂ ਪਾਤਸ਼ਾਹ ਜੀ ਨੇ ਯਤਨ ਕੀਤਾ ਕਿ ਵੱਧ ਤੋਂ ਵੱਧ ਲੋਕਾਂ ਤੱਕ ਮੈਸੇਜ ਕਨਵੇ ਕੀਤਾ ਜਾ ਸਕੇ। ਜਦੋਂ ਜਨੇਊ ਦੀ ਰਸਮ ਹੋਈ, ਸਾਡੇ ਵਰਗਾ ਹੁੰਦਾ ਤੇ ਪਹਿਲੇ ਹੀ ਰੌਲਾ ਪਾ ਕੇ ਬਹਿ ਜਾਂਦਾ ਵੀ ਮੈਂ ਨਹੀਂ ਪਹਿਨਦਾ। ਜਿਵੇਂ ਕਈ ਬੱਚਿਆਂ ਨੂੰ ਅਸੀਂ ਅੰਮ੍ਰਿਤ ਸੰਚਾਰ ਦੀ ਗੱਲ ਕਰੀਏ, ਕਿਰਪਾਨ ਕਕਾਰ ਪਾਉਣ ਦੀ ਗੱਲ ਕਰੀਏ, ਉਹ ਮੁਨਕਰ ਹੁੰਦੇ ਨੇ। ਲੇਕਿਨ ਗੁਰੂ ਸਾਹਿਬ ਨੇ ਕੋਈ ਸ਼ੋਰ ਸ਼ਰਾਬਾ ਨਹੀਂ ਕੀਤਾ। ਜਦੋਂ ਪਿਤਾ ਜੀ ਨੇ ਸਾਰਾ ਪ੍ਰਬੰਧ ਕਰ ਲਿਆ, ਸਾਰੀ ਸੰਗਤ ਇਕੱਠੀ ਹੋ ਗਈ, ਪਬਲਿਕ ਇਕੱਠੀ ਹੋ ਗਈ, ਰਿਸ਼ਤੇਦਾਰੀ ਇਕੱਠੀ ਹੋ ਗਈ, ਫਿਰ ਸਤਿਗੁਰੂ ਜੀ ਨੇ ਗੱਲ ਸਾਂਝੀ ਕੀਤੀ ਕਿ ਮੈਂ ਉਸ ਸਿਧਾਂਤ ਨੂੰ ਪ੍ਰਵਾਨ ਨਹੀਂ ਕਰਾਂਗਾ ਜਿਹੜਾ ਸਿਧਾਂਤ ਸਰਬ ਸਾਂਝਾ ਨਹੀਂ, ਮਾਨਵਤਾ ਦਾ ਨਹੀਂ, ਮਾਨਵਵਾਦੀ ਨਹੀਂ, ਜਿਸ ਨੂੰ ਮੇਰੀ ਭੈਣ ਨਹੀਂ ਅਪਣਾ ਸਕਦੀ, ਮੇਰੀ ਮਾਂ ਨਹੀਂ ਅਪਣਾ ਸਕਦੀ, ਮੇਰੇ ਬਹੁਤ ਸਾਰੇ ਵਰਗ ਦੇ ਲੋਕ ਜਿਨ੍ਹਾਂ ਨੂੰ ਤੁਸੀਂ ਸ਼ੂਦਰ ਕਹਿੰਦੇ ਹੋ ਉਹ ਨਹੀਂ ਅਪਣਾ ਸਕਦੇ। ਇਸ ਤਰੀਕੇ ਦੇ ਨਾਲ ਗੁਰੂ ਸਾਹਿਬ ਜੀ ਨੇ ਸਰਬ ਸਾਂਝਾ ਧਰਮ ਜਿਹੜਾ ਹੈ ਉਹ ਮਨੁੱਖਤਾ ਤੱਕ ਪ੍ਰਦਾਨ ਕੀਤਾ, ਉਹਨੂੰ ਪ੍ਰਚਾਰਿਆ, ਉਦਾਸੀਆਂ ਕੀਤੀਆਂ। ਤੇ ਗੁਰੂ ਸਾਹਿਬ ਜੀ ਨੇ ਜੋ ਆਪਣੀ ਸ਼ਾਦੀ ਸਮੇਂ, ਵਿਆਹ ਸਮੇਂ ਸਟੈਪ ਲਿਆ ਕਿ ਮੈਂ ਅਗਨੀ ਦੀ ਪਰਿਕਰਮਾ ਨਹੀਂ ਕਰਾਂਗਾ, ਅਗਨੀ ਦਾ ਪੁਜਾਰੀ ਨਹੀਂ,
ਮੈਂ ਪੂਜਾ ਅਕਾਲ ਦੀ ਕਰਦਾ ਹਾਂ, ਰੱਬ ਦਾ ਪੁਜਾਰੀ ਹਾਂ, ਜਿਹਦੇ ਅੱਗੇ ਮੈਂ ਅਰਦਾਸ ਕਰਦਾ ਹਾਂ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਬਿਸਰ ਨਾ ਜਾਈ। ਔਰ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਇਹ ਸਟੈਪ ਲਿਆ, ਜਿਹੜੇ ਵਿਰੋਧੀ ਤੱਤ ਸਨ ਉਹਨਾਂ ਨੇ ਸੋਚਿਆ ਕਿ ਇਹੋ ਜਿਹੀ ਸ਼ਖਸੀਅਤ ਜਿਹੜੀ ਸਾਡੇ ਸਿਧਾਂਤਾਂ ਦੇ ਉਲਟ ਚੱਲਦੀ ਹੈ, ਇਹਨੂੰ ਖਤਮ ਕਰ ਦੇਣਾ ਚਾਹੀਦਾ। ਇਸ ਯਾਦ ਵਿੱਚ ਅੱਜ ਵੀ ਬਟਾਲੇ ਦੀ ਕੰਧ ਤੁਹਾਡੇ ਸਾਹਮਣੇ ਹੈ। ਮੈਂ ਤਾਂ ਇਹ ਆਖਣਾ ਚਾਹਾਂਗਾ ਕਿ ਸਿੱਖਾਂ ਦਾ ਇਤਿਹਾਸ ਬਟਾਲੇ ਦੀ ਕੰਧ ਤੋਂ ਸ਼ੁਰੂ ਹੋ ਕੇ ਸਰਹੰਦ ਦੀ ਦੀਵਾਰ ਤੱਕ ਪਹੁੰਚਿਆ, ਕਿ ਆਪਣੀ ਕੁਰਬਾਨੀ ਦੇ ਕੇ ਬਟਾਲੇ ਦੀ ਦੀਵਾਰ ਤੋਂ ਸ਼ੁਰੂ ਹੋਇਆ ਕਿ ਸੱਚ ਨੂੰ ਕਿਵੇਂ ਪ੍ਰਚਾਰਨਾ, ਸੱਚ ਨੂੰ ਕਿਵੇਂ ਉਜਾਗਰ ਕਰਨਾ, ਤੇ ਸਰਹੰਦ ਦੀ ਦੀਵਾਰ ਤੱਕ ਉਹ ਇਤਿਹਾਸ ਸੱਚ ਨੂੰ ਉਜਾਗਰ ਕਰਨ ਵਾਸਤੇ ਚੱਲਦਾ ਰਿਹਾ ਤੇ ਅੱਜ ਵੀ ਚੱਲ ਰਿਹਾ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਉਸ ਸਮੇਂ ਆਪਣੇ ਸ਼ਾਦੀ ਸਮੇਂ, ਵਿਆਹ ਸਮੇਂ ਸਟੈਪ ਲਿਆ ਕਿ ਮੈਂ ਉਸ ਮਤ ਦੇ ਅਨੁਸਾਰ ਨਹੀਂ ਕਰਾਂਗਾ ਜਿਸ ਨੂੰ ਰੱਬ ਦੀ ਪੂਜਾ ਤੋਂ ਬਾਹਰ ਕਰਕੇ ਕੀਤਾ ਜਾਏ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਉਹਦੇ ਵਾਸਤੇ ਬਹੁਤਾ ਵੇਰਵਾ ਨਹੀਂ ਸਾਨੂੰ ਪ੍ਰਾਪਤ ਹੁੰਦਾ। ਮੈਂ ਕੇਵਲ ਇੰਨੀ ਗੱਲ ਸਾਂਝੀ ਕਰਨੀ ਚਾਹਾਂਗਾ ਕਿ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਜੋ ਪਾਠ ਦਰਸ਼ਨ, ਗੁਰਬਾਣੀ ਪਾਠ ਦਰਸ਼ਨ ਗ੍ਰੰਥ ਲਿਖਿਆ ਹੈ, ਉਹਦੇ 'ਚ ਮੈਂਸ਼ਨ ਕੀਤਾ ਵੀ ਗੁਰੂ ਸਾਹਿਬ ਜੀ ਨੇ ਫਿਰ ਮੰਜੀ ਸਾਹਿਬ ਦੇ ਉੱਤੇ ਮੂਲ ਮੰਤਰ ਸਥਾਪਿਤ ਕਰਕੇ ਉਹਦੀਆਂ ਪਰਿਕਰਮਾ ਕੀਤੀਆਂ। ਸਾਨੂੰ ਉਹਦੀ ਡਿਟੇਲ ਕੇਵਲ ਇੰਨੀ ਕੁ ਪ੍ਰਾਪਤ ਹੁੰਦੀ ਹੈ। ਕਹਿਣ ਤੋਂ ਭਾਵ ਗੁਰੂ ਸਾਹਿਬ ਜੀ ਨੇ ਅਨਮਤ ਦੇ ਮੁਤਾਬਕ ਨਹੀਂ ਕੀਤਾ। ਨੰਬਰ 2 ਦੇ ਉੱਤੇ ਗੁਰੂ ਅੰਗਦ ਸਾਹਿਬ ਜੀ ਗੁਰਮਤ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਦਾ ਵਿਆਹ ਹੋ ਚੁੱਕਾ ਹੈ, ਉਹ ਜਿਸ ਰੀਤੀ ਨਾਲ ਹੋਇਆ ਉਸ ਰੀਤੀ ਨਾਲ ਹੋਇਆ। ਨੰਬਰ 3 ਦੇ ਉੱਤੇ ਗੁਰੂ ਅਮਰਦਾਸ ਜੀ ਬਹੁਤ ਲੰਮੀ ਉਮਰ ਦੇ ਵਿੱਚ 62 ਸਾਲ ਦੀ ਉਮਰ ਵਿੱਚ ਗੁਰੂ ਅੰਗਦ ਸਾਹਿਬ ਦੀ ਸ਼ਰਨ ਵਿੱਚ ਆਏ। ਉਦੋਂ ਤੱਕ ਪਰਿਵਾਰ ਵੀ ਹੋ ਚੁੱਕਾ ਹੈ, ਬੱਚੇ ਵੀ ਹੋ ਚੁੱਕੇ ਨੇ। ਉਹਨਾਂ ਦਾ ਸ਼ਾਦੀ ਦਾ ਜਿਹੜਾ ਕਾਰਜ ਹੈ ਵਿਆਹ ਦਾ, ਉਹ ਉਸੇ ਤਰ੍ਹਾਂ ਨਿਭ ਰਿਹਾ ਜਿਵੇਂ ਆਮ ਲੋਕ ਕਰਦੇ ਨੇ। ਲੇਕਿਨ ਉਸ ਤੋਂ ਬਾਅਦ ਚੌਥੇ ਪਾਤਸ਼ਾਹ ਜੀ, ਕਿਉਂਕਿ ਉਹ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਮਾਦ ਨੇ, ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਦੇਖ ਰੇਖ ਦੇ ਵਿੱਚ ਬੀਬੀ ਭਾਨੀ ਜੀ ਜੋ ਉਹਨਾਂ ਦੀ ਬੇੜੀ ਹੈ, ਉਹਨਾਂ ਨਾਲ ਆਨੰਦ ਕਾਰਜ ਹੋਇਆ। ਤੇ ਉਸ ਸਮੇਂ ਉਹਨਾਂ ਦਾ ਆਨੰਦ ਕਾਰਜ, ਉਹਨਾਂ ਦਾ ਸ਼ਾਦੀ ਵਿਆਹ ਜਿਹੜਾ ਹੈ ਉਹ ਗੁਰਮਤ ਮਰਜ਼ਾਦਾ ਅਨੁਸਾਰ ਹੋਇਆ। ਇਹਦੀ ਡਿਟੇਲ ਸਾਨੂੰ ਨਹੀਂ ਪ੍ਰਾਪਤ ਹੁੰਦੀ। ਕਈ ਲੋਕ ਇਹ ਲਿਖਦੇ ਨੇ ਵੀ ਆਨੰਦ ਸਾਹਿਬ ਦੀਆਂ ਪਰਿਕਰਮਾ ਕੀਤੀਆਂ ਗਿਆ, ਜਿਵੇਂ ਕੀਤਾ ਗਿਆ, ਲੇਕਿਨ ਅਨਮਤ ਦੇ ਪ੍ਰਭਾਵ ਵਿੱਚ ਨਹੀਂ ਕੀਤਾ ਗਿਆ। ਤੇ ਉਸ ਤੋਂ ਬਾਅਦ ਚੌਥੇ ਪਾਤਸ਼ਾਹ ਜੀ ਨੇ ਕਿਰਪਾਲਤਾ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 773 ਤੋਂ ਲੈ ਕੇ 74 ਤੱਕ 4 ਪਦਿਆਂ ਵਿੱਚ ਇਹ ਸ਼ੰਤ ਉਚਾਰਨ ਕੀਤਾ ਸ਼ਬਦ ਦੇ ਰੂਪ ਦੇ ਵਿੱਚ। ਔਰ ਆਪ ਜੀ ਨੇ 4 ਪੱਖ ਜ਼ਿੰਦਗੀ ਦੇ ਜੋ ਸਨ ਉਹ ਵਰਣਨ ਕੀਤੇ, ਕਿਉਂਕਿ ਸੂਹੀ ਰਾਗ ਜਿਹੜਾ ਹੈ ਉਹਨੂੰ ਡਾਕਟਰ ਤਾਰਨ ਸਿੰਘ ਜੀ ਵਰਗੇ ਸ਼ਖਸੀਅਤ ਜਿਹੜੀ ਹੈ ਉਹ ਗ੍ਰਿਸ਼ਤੀਆਂ ਦਾ ਰਾਗ ਮੰਨਦੀ ਹੈ। ਉਹ ਕਹਿੰਦੇ ਨੇ ਵੀ ਸਾਡੇ ਜੀਵਨ ਵਿੱਚ ਭਾਂਡਿਆਂ ਦੀ ਬੜੀ ਜ਼ਰੂਰਤ ਹੈ। ਕਹਿੰਦੇ ਜਿਹੜਾ ਪਹਿਲਾ ਸ਼ਬਦ ਹੈ ਸੂਹੀ ਰਾਗ ਦਾ, ਕੋਈ ਭਾਂਡੇ ਤੋਂ ਸ਼ੁਰੂ ਹੁੰਦਾ ਹੈ। ਭਾਂਡਾ ਧੋਏ ਬਹਿਸ ਧੂਪ ਦੇਵੋ ਤੋ ਦੁੱਧੇ ਕੋ ਜਾਵੋ, ਦੂਧ ਕਰਮ ਪੁਨ ਸੁਰਤ ਸਮਾਨ ਹੋਏ ਨਰਾਜ ਜਮਾਵੋ। ਇਹ ਸੂਹੀ ਰਾਗ, ਉਹਦੇ ਅੰਦਰ ਕੁਚੱਜੀ, ਉਹਦੀ ਵਿਆਖਿਆ ਕੀਤੀ ਗਈ। ਇੱਕ ਚੱਜ ਰੱਖਣ ਵਾਲੀ, ਜਿਹੜੀ ਜਿਹਨੂੰ ਚੱਜ ਨਹੀਂ ਜੀਣ ਦਾ, ਢੰਗ ਤਰੀਕਾ ਨਹੀਂ ਚੰਗਾ ਜੀਵਨ ਜਿਉਣ ਦਾ, ਉਹਦੀ ਵਿਆਖਿਆ ਕੀਤੀ ਗਈ। ਇਸੇ ਰਾਗ ਦੇ ਵਿੱਚ ਸੁਚੱਜੀ ਦੀ ਵਿਆਖਿਆ ਕੀਤੀ ਗਈ। ਕੁਚੱਜੀ ਸੁਚੱਜੀ ਤੋਂ ਬਾਅਦ ਇਸੇ ਰਾਗ ਦੇ ਅੰਦਰ ਗੁਣਵੰਤੀ ਨੂੰ ਵਰਣਨ ਕੀਤਾ ਗਿਆ। ਔਰ ਇਸ ਤੋਂ ਬਾਅਦ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜੋ ਪਤੀ ਪਤਨੀ ਦੀ ਪਰਿਭਾਸ਼ਾ ਹੈ ਉਹਨੂੰ ਅੰਕਿਤ ਕੀਤਾ। ਧਨ ਫਿਰ ਇਹਨਾਂ ਆਖੀਆਂ ਬਹਿਣ ਇਕੱਠੇ ਹੋਏ, ਏਕ ਜੋਤ ਦੋਇ ਮੂਰਤੀ, ਧਨ ਫਿਰ ਕਈਆਂ ਸੋਏ। ਕਿ ਦੋ ਸਰੀਰ ਇਕੱਠੇ ਹੋ ਕੇ ਬੈਠ ਜਾਣਾ ਹੀ ਪਤੀ ਪਤਨੀ ਦਾ ਦਰਜਾ ਨਹੀਂ, ਬਲਕਿ ਦੋ ਸਰੀਰਾਂ ਦੇ ਅੰਦਰ ਇੱਕ ਜੋਤ, ਇੱਕ ਵਿਚਾਰਧਾਰਾ, ਇੱਕ ਸੋਚ, ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ ਦੀ ਆਧਾਰਿਤ ਜੀਵਨ ਬਤੀਤ ਕਰਨ ਦੀ ਗੱਲ ਜਿਹਨੂੰ ਸਮਝ ਲੱਗਦੀ ਹੈ, ਉਹ ਅਸਲ ਵਿੱਚ ਪਤੀ ਪਤਨੀ ਦਾ ਰੂਪ ਨੇ। ਧਨ ਫਿਰ ਇਹਨਾਂ ਆਖੀਆਂ ਬਹਿਣ ਇਕੱਠੇ ਹੋਏ, ਏਕ ਜੋਤ ਦੇ ਮੂਰਤੀ, ਧਨ ਫਿਰ ਕਈਆਂ ਸੋਏ। ਔਰ ਇੱਕ ਮੈਥਡ ਦਿੱਤਾ ਹੈ ਤਾਂ ਕਿ ਅਸੀਂ ਰੱਬ ਤੱਕ ਪਹੁੰਚਣਾ ਹੈ, ਕਿਉਂਕਿ ਸਾਡਾ ਪਰਪਸ ਪਰਮਾਤਮਾ ਦਾ ਮਿਲਾਪ ਹੈ। ਔਰ ਪਰਮਾਤਮਾ ਦੇ ਮਿਲਾਪ ਵਾਸਤੇ ਜਿਵੇਂ ਇੱਕ ਪਤਨੀ ਆਪਣੇ ਆਪ ਨੂੰ ਸਮਰਪਿਤ ਕਰਦੀ, ਪਤੀ ਆਪਣੇ ਆਪ ਨੂੰ ਸਮਰਪਿਤ ਕਰਦਾ ਹੈ, ਸੁਚੱਜਾ ਜੀਵਨ ਦੋਨੋਂ ਜਿਉਂਦੇ ਨੇ ਇੱਕ ਵਿਚਾਰਧਾਰਾ ਦੇ ਅਧੀਨ। ਇਵੇਂ ਰੱਬ ਦੇ ਗੁਣਾਂ ਨੂੰ ਪ੍ਰਾਪਤ ਕਰਕੇ, ਰੱਬ ਦਾ ਸਿਮਰਨ ਕਰਕੇ ਰੱਬ ਨਾਲ ਇੱਕਮਿਕਤਾ ਕਿਵੇਂ ਪ੍ਰਾਪਤ ਕਰਨੀ ਹੈ। ਕਿਉਂਕਿ ਸਤਿਗੁਰੂ ਕਹਿੰਦੇ ਵੀ ਅਸੀਂ ਚਾਹੇ ਰੱਬ ਨੇ ਮੇਲ ਤੇ ਫੀਮੇਲ ਪੈਦਾ ਕੀਤੇ ਨੇ, ਲੇਕਿਨ ਜੇ ਧਿਆਨ ਮਾਰ ਕੇ ਵੇਖੀਏ, ਇਸ ਜਗ ਮੈਂ ਪੁਰਖ ਏਕ ਹੈ ਔਰ ਸਗਲੀ ਨਾਰ ਸਵਾਈ। ਬਾਕੀ ਸਾਰੀਆਂ ਜੀਵ ਇਸਤਰੀਆਂ ਨੇ
ਸਾਰੀਆਂ ਜੀਵ ਇਸਤਰੀਆਂ ਦਾ ਪਤੀ ਕੇਵਲ ਇੱਕ ਪਰਮਾਤਮਾ ਹੈ ਜੋ ਸਾਰਿਆਂ ਦਾ ਮਾਲਕ ਹੈ। ਇਸ ਜਗ ਮੈਂ ਪੁਰਖ ਏਕ ਹੈ ਔਰ ਸਗਲੀ ਨਾਰ ਸੁਆਈ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ ਕੀਤੀ ਹੈ, ਕਿਰਪਾਲਤਾ ਕੀਤੀ ਹੈ, ਰਹਿਮਤ ਕੀਤੀ ਤੇ ਇਹ 4 ਲਾਵਾਂ ਉਚਾਰਨ ਕੀਤੀਆਂ। ਲਾਮ ਦਾ ਭਾਵ ਹੁੰਦਾ ਇੱਕ ਥਾਂ ਤੋਂ ਪੁੱਟ ਕੇ ਦੂਜੀ ਥਾਂ ਲਾਣਾ। ਜਿਵੇਂ ਬੱਚੀ ਜਿਹੜੀ ਹੈ ਸਾਡੇ ਪਰਿਵਾਰ ਦੇ ਵਿੱਚ ਪੈਦਾ ਹੁੰਦੀ ਹੈ, ਪੈਦਾ ਹੋਣ ਤੋਂ ਬਾਅਦ ਉਹ ਫਿਰ ਪੜ੍ਹਦੀ ਲਿਖਦੀ ਹੈ, ਪੜ੍ਹਨ ਲਿਖਣ ਤੋਂ ਬਾਅਦ ਫਿਰ ਉਹਨੂੰ ਸਹੁਰੇ ਘਰ ਜਾਣਾ ਪੈਂਦਾ ਹੈ। ਇਵੇਂ ਅਸੀਂ ਆਪਣੇ ਮਨ ਨੂੰ ਮਨਮਤ ਤੋਂ ਪੁੱਟ ਕੇ ਗੁਰਮਤ ਵਾਲੇ ਪਾਸੇ, ਧਰਮ ਵਾਲੇ ਪਾਸੇ, ਸੱਚ ਵਾਲੇ ਪਾਸੇ ਲਾਣ ਦਾ ਭਾਵ ਕਿ ਪ੍ਰਮਾਤਮਾ ਦਾ ਮਿਲਾਪ। ਜਿਵੇਂ ਬੱਚੀ ਆਪਣੇ ਪੇਕੇ ਘਰ ਨੂੰ ਛੱਡ ਕੇ ਸਹੁਰੇ ਘਰ ਜਾਂਦੀ ਹੈ, ਇਵੇਂ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਆਪਣੇ ਜੀਵਨ ਨੂੰ ਪ੍ਰਮਾਤਮਾ ਨੂੰ ਸਮਰਪਿਤ ਕਰਨਾ। ਔਰ ਗੁਰੂ ਨਾਨਕ ਸਾਹਿਬ ਜੀ ਦਾ ਜਦੋਂ ਆਪ ਜੀ ਸ਼ਬਦ ਪੜ੍ਹਦੇ ਹੋ, ਮਾਤਾ ਮਤ ਪਿਤਾ ਸੰਤੋਖ ਸਤ ਭਾਈ ਕਰ ਇਹ ਬਸ਼ੇਖ, ਕਹਿਣਾ ਹੈ ਕਿਛ ਕਹਿਣ ਨਾ ਜਾਏ, ਔਰ ਕੁਦਰਤ ਕੀਮਤ ਨਹੀਂ ਪਾਏ, ਸਾਹਾ ਸੰਜੋਗ ਬਿਆ ਵਿਜੋਗ। ਇਹ ਵਿਆਖਿਆ ਸਾਡੇ ਸਾਹਮਣੇ ਹੈ ਕਿ ਜਦੋਂ ਸਾਡਾ ਸੰਬੰਧ ਗੁਰੂ ਕੀ ਸੰਗਤ ਨਾਲ ਬਣਿਆ ਨਾ, ਸਾਡੇ ਮਿਲਾਪ ਦਾ ਸਾਹਾ ਸੋਧਿਆ ਗਿਆ, ਸੰਜੋਗ ਬਣ ਗਿਆ ਮਿਲਾਪ ਕਰਨ ਦਾ। ਸਾਹਾ ਸੰਜੋਗ ਬਿਆ ਵਿਜੋਗ। ਵਿਆਹ ਕਦੋਂ ਹੋਇਆ, ਸੰਬੰਧ ਕਦੋਂ ਬਣਿਆ? ਜਦੋਂ ਅਸੀਂ ਮਨਮਤ ਤੋਂ, ਅਨਮਤ ਤੋਂ, ਆਪਣੇ ਮਾੜੇ ਕੰਮਾਂ ਤੋਂ, ਮਾੜੀ ਸੋਚ ਤੋਂ ਵਿਜੋਗ ਪ੍ਰਾਪਤ ਕਰ ਲਿਆ। ਸਾਹਾ ਸੰਜੋਗ ਬਿਆ ਵਿਜੋਗ ਕੋ ਨਾਨਕ ਸੱਚ ਸੰਤਤ ਜੋਗ। ਔਰ ਉਹਦੇ ਵਿੱਚੋਂ ਫਿਰ ਸੱਚ ਰੂਪੀ ਸੰਤਾਨ ਪੈਦਾ ਹੋਈ। ਸੱਚ ਰੂਪੀ ਸੰਤਾਨ ਕਿਹੜੀ? ਚੰਗੇ ਗੁਣ। ਔਰ ਰੱਬ ਨੂੰ ਜਦੋਂ ਅਸੀਂ ਪ੍ਰਾਪਤ ਕਰਨਾ ਹੈ, ਰੱਬ ਨੂੰ ਕੇਵਲ ਉਹਦੇ ਗੁਣਾਂ ਰਾਹੀਂ ਪ੍ਰਾਪਤ ਕੀਤਾ ਜਾ ਸਕਦਾ। ਜਿਵੇਂ ਸਿਆਣੇ ਲੋਕ ਐਗਜ਼ਾਮਪਲ ਦਿੰਦੇ ਨੇ, ਉਦਾਹਰਨ ਦਿੰਦੇ ਨੇ। ਹੁਣ ਰਾਤ ਹੋ ਗਈ ਹੈ, ਰਾਤ ਹੋਣ ਤੋਂ ਬਾਅਦ ਅਸੀਂ ਲਾਈਟਾਂ ਔਨ ਕਰ ਲਈਆਂ ਪੜ੍ਹਨ ਵਾਸਤੇ, ਵੇਖਣ ਵਾਸਤੇ, ਤੁਰਨ ਫਿਰਨ ਵਾਸਤੇ, ਲੇਕਿਨ ਇਹਨਾਂ ਲਾਈਟਾਂ ਦੇ ਨਾਲ ਅਸੀਂ ਰੋਸ਼ਨੀ ਦੇ ਨਾਲ ਸੂਰਜ ਨਹੀਂ ਵੇਖ ਸਕਦੇ। ਸੂਰਜ ਕਦੋਂ ਸਾਨੂੰ ਨਜ਼ਰ ਆਏਗਾ? ਜਦੋਂ ਸੂਰਜ ਦੀਆਂ ਕਿਰਨਾਂ ਧਰਤੀ ਤੇ ਪ੍ਰਕਾਸ਼ ਕਰਨਗੀਆਂ। ਸੂਰਜ ਨੂੰ ਵੇਖਣ ਵਾਸਤੇ ਕਿੰਨੀਆਂ ਵੀ ਲਾਈਟਾਂ ਪ੍ਰਕਾਸ਼ ਕਰ ਲਈਏ, ਸਾਨੂੰ ਸੂਰਜ ਨਹੀਂ ਨਜ਼ਰ ਆ ਸਕਦਾ। ਸੂਰਜ ਕਦੋਂ ਨਜ਼ਰ ਆਉਂਦਾ ਹੈ? ਜਦੋਂ ਸੂਰਜ ਦੀਆਂ ਕਿਰਨਾਂ, ਸਨ ਰੇ ਜਿਹੜੀਆਂ ਨੇ ਉਹ ਧਰਤੀ ਤੇ ਪਹੁੰਚਦੀਆਂ ਨੇ। ਉਹਨੂੰ ਵੇਖਣ ਦਾ ਸਾਧਨ ਕੇਵਲ ਉਹਦੀਆਂ ਕਿਰਨਾਂ ਨੇ, ਉਹਦੇ ਅੰਸ਼ ਨੇ। ਇਵੇਂ ਹੀ ਰੱਬ ਦੇ ਵਾਸਤੇ ਅਸੀਂ ਕਿੰਨੇ ਕਰਮ ਕਾਂਡ ਕਰ ਲਈਏ, ਲੇਕਿਨ ਰੱਬ ਨੂੰ ਵੇਖਣ ਦਾ ਸਤਿਗੁਰੂ ਕਹਿੰਦੇ ਇੱਕੋ ਸਾਧਨ ਉਹਦੇ ਗੁਣਾਂ ਨੂੰ ਧਾਰਨ ਕਰਨਾ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਇਸ ਕਰਕੇ ਸਾਡੇ ਅੰਦਰ ਉਹ ਗੁਣ ਪੈਦਾ ਹੋ ਸਕਣ, ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਿਰਪਾਲਤਾ ਕੀਤੀ ਔਰ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨੇ, ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਜਨੇਊ ਦੀ ਰਸਮ ਤੋਂ ਸਾਡਾ ਗੁਲਾਮੀ ਕੱਟ ਕੇ ਸਾਨੂੰ ਰੱਬ ਦੇ ਨਾਲ ਜੋੜਿਆ, ਸਾਨੂੰ ਸੱਚ ਦਾ ਜਨੇਊ ਦਿੱਤਾ ਕਿ ਆਪਣੇ ਜੀਵਨ ਦੇ ਵਿੱਚ ਦਇਆ ਧਾਰਨ ਕਰਨੀ, ਸੰਤੋਖੀ ਜੀਵਨ ਪ੍ਰਾਪਤ ਕਰਨਾ, ਜਤੀ ਤੇ ਸਤੀ ਹੋਣਾ। ਕਿਰਪਾਨ ਧਾਰੀ ਲਈ ਵੀ ਜ਼ਰੂਰੀ ਕਰ ਦਿੱਤਾ, ਸੁਨਤ ਵਾਲੇ ਲਈ ਵੀ ਜ਼ਰੂਰੀ ਕਰ ਦਿੱਤਾ, ਕੋਈ ਬਪਤਿਸਮਾ ਲੈ ਕੇ ਜੀਵਨ ਜਿਉਂਦਾ ਉਹਦੇ ਵਾਸਤੇ ਵੀ ਲਾਜ਼ਮੀ ਕਰ ਦਿੱਤਾ ਕਿ ਆਹ ਇੱਕ ਜੀਵਨ ਹੈ ਧਰਮੀ ਮਨੁੱਖ ਦਾ। ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਮ੍ਰਿਤਕ ਸੰਸਕਾਰ ਬਾਰੇ ਵੀ ਗੱਲਾਂ ਕੀਤੀਆਂ, ਜਾ ਕੇ ਸ਼ਬਦ ਵੀ ਉਚਾਰਨ ਕੀਤੇ ਔਰ ਖਾਸ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਿ ਉਹਦੇ ਬਾਰੇ ਸਦ ਬਾਣੀ ਉਚਾਰਨ ਕਰਕੇ ਉਹ ਗੁਲਾਮੀ ਕੱਟੀ। ਔਰ ਗੁਰੂ ਅੰਗਦ ਸਾਹਿਬ ਜੀ ਨੇ ਕਿਰਪਾਲਤਾ ਕੀਤੀ ਕਿ ਵਿਦਿਆ ਪੜ੍ਹਨ ਤੇ ਪੜ੍ਹਾਉਣ ਦਾ ਅਧਿਕਾਰ ਕੇਵਲ ਇੱਕ ਬੰਦਾ ਲਈ ਫਿਰਦਾ ਸੀ ਕਿ ਮੈਂ ਪੜ੍ਹਾਉਣ ਦਾ ਹੱਕ ਰੱਖਦਾ ਹਾਂ, ਮੇਰੇ ਤੋਂ ਬਿਨਾਂ ਵਿਦਿਆ ਪੜ੍ਹਨ ਦਾ, ਅੱਖਰੀ ਗਿਆਨ ਦੇਣ ਦਾ ਕਿਸੇ ਨੂੰ ਹੱਕ ਨਹੀਂ। ਸਤਿਗੁਰੂ ਪਾਤਸ਼ਾਹ ਜੀ ਨੇ ਐਸਾ ਸਕੂਲ ਖੋਲ੍ਹਿਆ, ਖਡੂਰ ਸਾਹਿਬ ਦਾ ਦੁਨੀਆ ਦਾ ਉਹ ਪਹਿਲਾ ਸਕੂਲ ਹੈ ਜਿੱਥੇ 3 ਨੁਕਾਤੀ ਪ੍ਰੋਗਰਾਮ ਦਿੱਤਾ ਗਿਆ। ਇੱਕ ਤੁਹਾਡੇ ਵਾਸਤੇ ਦੁਨਿਆਵੀ ਪੱਧਰ ਦੀ ਵਿਦਿਆ, ਸਤਿਗੁਰੂ ਪਾਤਸ਼ਾਹ ਜੀ ਨੇ ਦੁਨਿਆਵੀ ਜੋ ਅੱਖਰੀ ਗਿਆਨ ਹੈ, ਜੋ ਵਿਦਿਆ ਹੈ, ਉਹਦੀ ਮੁਹਾਰਤ, ਉਹਦੀ ਮਹੱਤਤਾ ਨੂੰ ਸਮਝਾਇਆ। ਨੰਬਰ 2 ਦੇ ਉੱਤੇ ਸਤਿਗੁਰੂ ਪਾਤਸ਼ਾਹ ਜੀ ਨੇ ਉਹਦੇ ਵਾਸਤੇ ਪੰਜਾਬੀ ਪ੍ਰਾਇਮਰ ਆਪ ਤਿਆਰ ਕੀਤੇ, ਆਪ ਬੱਚਿਆਂ ਦੀਆਂ ਕਲਾਸਾਂ ਲਾਈਆਂ। ਨੰਬਰ 2 ਦੇ ਉੱਤੇ ਧਾਰਮਿਕ ਵਿਦਿਆ ਦਾ ਪ੍ਰਬੰਧ, ਕਿਉਂਕਿ ਅੱਜ ਸਾਡੇ ਬੱਚੇ ਚੰਗੇ ਡਾਕਟਰ ਬਣ ਜਾਂਦੇ ਹੈ, ਅਫਸਰ ਬਣ ਜਾਂਦੇ ਹੈ, ਲੇਕਿਨ ਕਰਪਸ਼ਨ ਦਿਨੋਂ ਦਿਨ ਕਿਉਂ ਵੱਧ ਜਾ ਰਹੀ ਦਫ਼ਤਰਾਂ ਦੇ ਵਿੱਚ, ਹਰ ਥਾਂ ਦੇ ਉੱਤੇ? ਕਿਉਂਕਿ ਪੜ੍ਹਨ ਤੋਂ ਬਾਅਦ ਜੇ ਧਰਮ ਸਾਡੇ ਕੋਲ ਨਹੀਂ ਤੇ ਫਿਰ ਉਹਨੇ ਕਰਪਟ ਬਣਨਾ, ਚੰਗਾ ਇਨਸਾਨ ਨਹੀਂ ਬਣਨਾ। ਇੱਕ ਦਿਨ ਇੱਕ ਡਾਕਟਰ ਦੇ ਘਰ ਪ੍ਰੋਗਰਾਮ ਹੋ ਰਿਹਾ ਸੀ, ਉਹਨੂੰ ਡਿਗਰੀ ਪ੍ਰਾਪਤ ਹੋਈ। ਉੱਥੇ ਸਾਰਿਆਂ ਨੇ ਇਹ ਗੱਲ ਬੜੇ ਜ਼ੋਰ ਨਾਲ ਆਖੀ ਕਿ ਡਾਕਟਰ ਬਣਨ ਵਾਸਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ। ਤੇ ਦਾਸ ਨੇ ਬੇਨਤੀ ਕੀਤੀ, ਜਿੰਨੀ ਡਾਕਟਰ ਬਣਨ ਵਾਸਤੇ ਮਿਹਨਤ ਕਰਨੀ ਪੈਂਦੀ ਨਾ, ਇਨਸਾਨ ਬਣਨ ਵਾਸਤੇ ਉਹ ਤੋਂ ਵੀ ਕਿਤੇ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਪੈਂਦੀ ਹੈ। ਕਿਉਂਕਿ ਇੱਕ ਚੰਗਾ ਡਾਕਟਰ ਬਣਿਆ
ਤੇ ਚੰਗਾ ਇਨਸਾਨ ਕਾਹਦੇ ਨਾਲ? ਧਰਮ ਨਾਲ। ਇਸ ਕਰਕੇ ਆਪਣੀ ਜ਼ਿੰਦਗੀ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਧਾਰਮਿਕ ਵਿਦਿਆ ਨੰਬਰ 3 ਦੇ ਉੱਤੇ ਮੇਰੀ ਕੌਮ ਤੰਦਰੁਸਤ ਹੋਵੇ ਮੱਲ ਅਖਾੜੇ ਕਾਇਮ ਕੀਤੇ, ਜਿਹਨੂੰ ਅਸੀਂ ਫਿਜ਼ੀਕਲ ਐਜੂਕੇਸ਼ਨ ਕਹਿੰਦੇ ਹਾਂ। ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਦੂਸਰੀ ਜੋਤ ਨੇ, ਜਿਹੜਾ ਹੱਕ ਕੇਵਲ ਇੱਕ ਬੰਦਾ ਬਣਾ ਕੇ ਬੈਠਾ ਸੀ। ਸਤਿਗੁਰੂ ਪਾਤਸ਼ਾਹ ਜੀ ਨੇ ਉਹ ਹੱਕ ਸਾਰਿਆਂ ਨੂੰ ਲੈ ਕੇ ਦਿੱਤਾ ਕਿ ਹਰ ਮਨੁੱਖ ਨੂੰ ਖੇਡਣ ਦਾ ਅਧਿਕਾਰ ਹੈ, ਹਰ ਮਨੁੱਖ ਨੂੰ ਦੁਨਿਆਵੀ ਵਿਦਿਆ ਪੜ੍ਹਨ ਦਾ ਅਧਿਕਾਰ ਹੈ, ਹਰ ਮਨੁੱਖ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਮਿਕ ਹੋਣ ਦਾ ਅਧਿਕਾਰ ਹੈ। ਔਰ ਚੌਥੇ ਪਾਤਸ਼ਾਹ ਜੀ ਨੇ ਫਿਰ ਕਿਰਪਾਲਤਾ ਕੀਤੀ ਕਿ ਅਸੀਂ ਕੋਈ ਕਰਮ ਕਰਨਾ ਹੁੰਦਾ ਸੀ ਤੇ ਜਾ ਕੇ ਪੁੱਛਣਾ ਪੈਂਦਾ ਸੀ ਵੀ ਦੱਸੋ ਕਿਹੜੇ ਦਿਨ ਕਰੀਏ, ਕਿਵੇਂ ਕਰੀਏ। ਅੱਜ ਵੀ ਬਹੁਤ ਸਾਰੇ ਲੋਕ ਭਰਮ ਭੁਲੇਖਿਆਂ ਵਿੱਚ ਪੈ ਕੇ ਉਹਨਾਂ ਲੋਕਾਂ ਕੋਲ ਜਾਂਦੇ ਨੇ, ਪੁੱਛਦੇ ਨੇ, ਲੇਕਿਨ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾਲਤਾ ਕੀਤੀ। ਸ੍ਰੀ ਰਾਗ ਦੀ ਵਾਰ ਦੇ ਅੰਦਰ ਪੌੜੀ ਜੋ ਉਚਾਰਨ ਕੀਤੀ, ਕੀਤਾ ਲੋੜੀਆ ਕੰਮ ਸੋ ਹਰਿ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸਰ ਸਾਖੀ ਹੈ, ਸੰਤਾ ਸੰਗ ਨਿਦਾਨ ਅੰਮ੍ਰਿਤ ਚਾਖੀ ਹੈ, ਪੈ ਪੰਜਨ ਮਿਹਰਬਾਨ ਦਾਸ ਕੀ ਰਾਖੀ ਹੈ, ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀ ਹੈ। ਕਿ ਆਪਣੀ ਜ਼ਿੰਦਗੀ ਵਿੱਚ ਕੇਵਲ ਆਨੰਦ ਕਾਰਜ ਹੀ ਨਹੀਂ, ਕੋਈ ਵੀ ਕਾਰਜ ਆਰੰਭ ਕਰਨਾ ਹੋਵੇ, ਬੱਚੇ ਨੂੰ ਪੜ੍ਹਨੇ ਸਕੂਲੇ ਪਾਉਣਾ, ਦੁਕਾਨ ਦਾ ਕੋਈ ਉਦਘਾਟਨ ਕਰਨਾ, ਕੋਈ ਕਾਰੋਬਾਰ ਸ਼ੁਰੂ ਕਰਨਾ, ਕੋਈ ਘਰ ਗ੍ਰਹਿ ਪ੍ਰਵੇਸ਼ ਕਰਨਾ, ਕੋਈ ਵੀ ਕਾਰਜ ਕਰਨਾ ਹੋਵੇ ਤੇ ਅਰਦਾਸ ਕਰਨੀ, ਕਿਸੇ ਕੋਲ ਪੁੱਛਣ ਜਾਣ ਦੀ ਜ਼ਰੂਰਤ ਨਹੀਂ। ਸਾਹਾ ਗਣਨ ਨਾ ਕਰੇ ਵਿਚਾਰ, ਸਾਹੇ ਉੱਪਰ ਏਕ ਓਂਕਾਰ। ਇਹ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਔਰ ਨਾਲ ਸਾਡੇ ਵਾਸਤੇ ਇਹ ਅਗਵਾਈ ਬਖਸ਼ਿਸ਼ ਕੀਤੀ। ਤੇ ਸੂਹੀ ਰਾਗ ਜਿਹੜਾ ਹੈ ਇਹ 2 ਘੜੀਆਂ ਦਿਨ ਚੜੇ ਗਾਏ ਜਾਣ ਵਾਲਾ ਰਾਗ ਹੈ। ਆਪਾਂ ਪੁਰਾਣੇ ਬਜ਼ੁਰਗਾਂ ਤੋਂ ਸੁਣਦੇ ਆ ਨਾ, ਬਾਰ-ਬਾਰ ਕਹਿੰਦੇ ਸਨ ਕਿ 12 ਵਜੇ ਤੋਂ ਪਹਿਲਾਂ ਆਨੰਦ ਕਾਰਜ ਹੋਵੇ। ਅੱਜ ਦੇ ਜਿਹੜੇ ਮੋਡਰੇਟ ਨੇ ਉਹ ਸੋਚਦੇ ਨੇ ਸ਼ਾਇਦ ਉਹ ਗਲਤ ਸਨ, ਕਿਉਂਕਿ ਕਰਮਕਾਂਡੀ ਹੋਣ ਕਰਕੇ, ਅਨਮਤ ਦਾ ਪ੍ਰਭਾਵ ਹੋਣ ਕਰਕੇ ਉਹ ਐਸਾ ਕਰਦੇ ਸਨ। ਨਹੀਂ, ਅਸਲ ਵਿੱਚ ਉਹ ਸੱਚ ਸਨ। ਕਿਉਂਕਿ ਅੱਜ ਜਿਹੜੇ ਹਾਲਾਤ ਨੇ ਸਾਡੇ ਕਿ 3-3 ਵਜੇ ਤੱਕ ਬਰਾਤ ਪਹੁੰਚ ਰਹੀ ਹੈ। ਆਨੰਦ ਕਾਰਜ ਵੇਲੇ ਜਿੰਨਾ ਵੀ ਪੈਸਾ ਖਰਚ ਕੀਤਾ ਜਾ ਰਿਹਾ ਹੈ, ਜਿੰਨਾ ਸਮਾਗਮ ਕੀਤਾ ਜਾ ਰਿਹਾ, ਜਿੰਨੀ ਰਿਸ਼ਤੇਦਾਰੀ ਇਕੱਠੀ ਕੀਤੀ ਜਾ ਰਹੀ ਹੈ, ਉਹ ਆਨੰਦ ਕਾਰਜ ਗੁਰਮਤਿ ਸਮਾਗਮ ਵਾਸਤੇ ਕੀਤੀ ਜਾ ਰਹੀ ਹੈ। ਲੇਕਿਨ ਜਿਵੇਂ ਵੀਰ ਜੀ ਸਕੱਤਰ ਸਾਹਿਬ ਉਹਨੇ ਦੱਸ ਰਹੇ ਸਨ ਕਿ 2-4 ਬੰਦੇ ਜਾ ਕੇ ਇਹ ਕਾਰਜ ਨਿਭਾ ਰਹੇ, ਜਿਹੜੇ ਬਹੁਤ ਜ਼ਰੂਰੀ ਹੁੰਦੇ ਨੇ, ਪਿਤਾ ਜੀ, ਮਾਤਾ ਜੀ, ਭੈਣ ਭਰਾ 2-4 ਇਕੱਠੇ ਹੋ ਕੇ, ਬਾਕੀ ਸਾਰੇ ਉੱਥੇ ਨੱਚ ਗਾ ਰਹੇ ਨੇ, ਸ਼ਰਾਬਾਂ ਪੀ ਰਹੇ ਨੇ, ਕੋਈ ਭੰਗੜੇ ਪਾ ਰਹੇ ਨੇ। ਇਹ ਇਸ ਕਰਕੇ। ਲੇਕਿਨ ਜਦੋਂ ਅਸੀਂ ਆਪਣੇ ਜੀਵਨ ਦੇ ਵਿੱਚ ਸੋਚ ਕੇ ਵੇਖੀਏ ਕਿ ਜੇ ਸੂਹੀ ਰਾਗ ਦੇ ਨਿਰਧਾਰਤ ਰਾਗ ਦੇ ਵਿੱਚ ਲਾਵਾਂ ਪੜ੍ਹਨੀਆਂ ਹੋਣ ਤੇ ਅੰਮ੍ਰਿਤ ਵੇਲੇ ਪੜ੍ਹੀਆਂ ਜਾ ਸਕਦੀਆਂ। ਅੱਜ ਵੀ ਤੁਸੀਂ ਦੇਖੋ ਜਥੇ ਵਾਲੇ ਸਿੰਘ ਨੇ ਨਾ, ਜਦੋਂ ਉਹਨਾਂ ਦਾ ਇਹ ਕਾਰਜ ਹੁੰਦਾ ਉਹ ਅੰਮ੍ਰਿਤ ਵੇਲੇ ਹੀ ਕਰਦੇ ਆ। ਇਸ ਕਰਕੇ ਸੂਹੀ ਰਾਗ 2 ਘੜੀਆਂ ਦਿਨ ਚੜੇ ਗਾਏ ਜਾਣ ਵਾਲਾ ਰਾਗ ਹੈ। ਇਸ ਗੱਲ ਦਾ ਜੇ ਧਿਆਨ ਕਰਾਂਗੇ ਤੇ ਅੰਮ੍ਰਿਤ ਵੇਲੇ ਇਸ ਕਾਰਜ ਨੂੰ ਨਿਭਾਉਣ ਦੀ ਜ਼ਰੂਰਤ ਹੈ, ਤਾਂ ਕਿ ਸੁਚੱਜੇ ਢੰਗ ਦੇ ਨਾਲ ਜੋ ਸਾਡਾ ਸਿਸਟਮ ਹੈ ਉਹਦੇ ਅਧੀਨ ਕੀਤਾ ਜਾਏ। ਇਹ ਨਹੀਂ ਕਿ ਅਸੀਂ ਇੱਕ ਪੰਕਤੀ ਪੜ੍ਹ ਕੇ ਸੁਣਾ ਦਈਏ, ਵੇਲਾ ਵਕਤ ਵਿਚਾਰੀ ਹੈ ਤਾਂ ਕਿਤ ਵੇਲਾ ਭਗਤ ਹੋਏ, ਇਹ ਪੜ੍ਹ ਕੇ ਸਾਰ ਲੈਂਦੇ ਆਪਣੇ ਆਪ ਨੂੰ ਬਚਾਉਣ ਵਾਸਤੇ। ਇਹ ਠੀਕ ਹੈ ਕਿ ਅਸੀਂ ਹਰ ਸਮੇਂ ਭਗਤੀ ਕਰਨੀ ਹੈ, ਹਰ ਸਮੇਂ ਸਿਮਰਨ ਕਰਨਾ, ਹਰ ਸਮੇਂ ਉਹਦੀ ਹਜ਼ੂਰੀ ਦਾ ਆਨੰਦ ਮਾਣਨਾ, ਘਰ ਵਿੱਚ ਵੀ, ਦਫ਼ਤਰ ਵਿੱਚ ਵੀ। ਕਹਿਣ ਤੋਂ ਭਾਵ ਉਹਨੂੰ ਹਾਜ਼ਰ ਨਾਜ਼ਰ ਸਮਝਣਾ। ਤੇ ਇਹ ਗੱਲਾਂ ਜਿਹੜੀਆਂ ਸਤਿਗੁਰੂ ਪਾਤਸ਼ਾਹ ਜੀ ਨੇ ਸਾਡੇ ਨਾਲ ਸਾਂਝੀਆਂ ਕਰਨ ਵਾਸਤੇ ਸਾਨੂੰ ਇਹ ਬਖਸ਼ਿਸ਼ ਕੀਤੀ ਹੈ। ਲਾਮ ਦਾ ਆਖਰੀ ਅਰਥ ਹੁੰਦਾ ਹੈ ਇੱਕ ਥਾਂ ਤੋਂ ਪੁੱਟ ਕੇ ਦੂਜੀ ਥਾਂ ਲਾਣਾ, ਤੋੜਨਾ। ਔਰ ਲਾਮ ਦਾ ਦੂਜਾ ਅਰਥ, ਜਦੋਂ ਅਸੀਂ ਪਿੰਡਾਂ ਵਿੱਚ ਕੰਮ ਕਰਦੇ ਆ ਨਾ, ਸਾਡੇ ਬਜ਼ੁਰਗ ਕਿਸੇ ਗੱਡੇ ਦੇ ਉੱਤੇ, ਕਿਸੇ ਟਰਾਲੀ ਦੇ ਉੱਤੇ ਕੋਈ ਭਾਰ ਲੱਦ ਕੇ ਲੈ ਕੇ ਆਉਂਦੇ ਆ। ਜਦੋਂ ਉਹਨੂੰ ਪੂਰਾ ਲੋਡ ਕਰ ਲੈਂਦੇ ਆ, ਉਹਨੂੰ ਇੱਕ ਰੱਸਾ ਪਾਉਂਦੇ ਆ। ਉਹ ਰੱਸਾ ਬੰਨ੍ਹਦੇ ਨੇ, ਕਹਿੰਦੇ ਲਾਮ ਪਾਓ ਇਹਨੂੰ, ਤਾਂ ਕਿ ਇਹ ਖਿੰਡ ਪੁੰਨ ਨਾ ਜਾਏ। ਜੀਵਨ ਨੂੰ ਵਿਕਾਰਾਂ ਵਿੱਚ ਖਿੰਡਣ ਪੁੰਨਣ ਤੋਂ ਬਚਾਉਣ ਵਾਸਤੇ, ਮਰਜ਼ਾਦਾ ਦੇ ਅਧੀਨ ਕਰਨ ਵਾਸਤੇ, ਕਿਸੇ ਸਿਸਟਮ ਵਿੱਚ ਲਿਆਉਣ ਵਾਸਤੇ, ਹੁਕਮ ਵਿੱਚ ਲਿਆਉਣ ਵਾਸਤੇ ਇਹ ਸਿਸਟਮ ਸਾਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਦਿੱਤਾ ਹੈ। ਨੰਬਰ 3 ਦੇ ਉੱਤੇ ਜਦੋਂ ਫੌਜੀ ਕਿਤੇ ਜੰਗ ਤੇ ਬਾਰਡਰ ਤੇ ਗਿਆ ਹੋਵੇ ਨਾ, ਇਹ ਪੁਰਾਣੇ ਬਜ਼ੁਰਗ ਅੱਜ ਵੀ ਕਹਿੰਦੇ ਨੇ ਲਾਮ ਤੇ ਗਿਆ। ਇਹਦਾ ਮਤਲਬ ਲਾਮ ਇੱਕ ਸੰਘਰਸ਼ ਹੈ। ਆਪਣੇ ਜੀਵਨ ਦੇ ਵਿੱਚ ਭਗੌੜਾ ਨਹੀਂ ਹੋਣਾ, ਬਲਕਿ ਦੁੱਖ ਤੇ ਸੁੱਖ ਦੋਹਾਂ ਨੂੰ ਫੇਸ ਕਰਨਾ। ਕਿਉਂਕਿ ਜੋਗੀ ਸੰਨਿਆਸੀ ਜਿਹੜੇ ਸਨ ਨਾ, ਉਹ ਦੁੱਖਾਂ ਤੋਂ ਦੁਖੀ ਹੋ ਕੇ ਸੁੱਖ ਦੀ ਪ੍ਰਾਪਤੀ ਵਾਸਤੇ, ਆਪਣੀ ਮੁਕਤੀ ਵਾਸਤੇ ਘਰ-ਬਾਰ ਨੂੰ ਤਿਆਗ ਕੇ ਭੱਜ ਗਏ। ਨਾ ਮਾਂ ਦਾ ਫਿਕਰ, ਨਾ ਪਿਤਾ ਦਾ ਫਿਕਰ, ਨਾ ਸਮਾਜ ਦਾ ਫਿਕਰ। ਲੇਕਿਨ ਸਾਨੂੰ ਗੁਰੂ ਸਾਹਿਬ ਜੀ ਨੇ ਘਾਲ ਖਾਏ ਕਿ ਸ਼ਤੋਂ ਦੇ ਨਾਨਕਰਾ ਪਛਾਣੇ ਸੇ। ਕਿਉਂਕਿ ਸਾਡੇ ਵਾਸਤੇ ਦੁੱਖ ਤੇ ਸੁੱਖ ਦੋਨੋਂ ਹੀ ਸਿਸਟਮ ਵਿੱਚ ਨੇ। ਮੈਂ ਕਈ ਵਾਰੀ ਇੱਕ ਕਹਾਣੀ ਸਾਂਝੀ ਕਰਦਾ ਹੁੰਦਾ ਕਿ ਇੱਕ ਨੌਜਵਾਨ ਬੱਚਾ ਬਹੁਤ ਸੋਚਦਾ ਰਿਹਾ ਵੀ ਦੁੱਖ ਕਾਹਦੇ ਵਾਸਤੇ ਆਉਂਦੇ ਨੇ, ਸੁੱਖ ਚਾਹੀਦਾ, ਸਾਨੂੰ ਦੁੱਖ ਨਹੀਂ ਚਾਹੀਦੇ। ਉਹ ਬੜਾ ਕਲਪਿਆ ਪਿਆ ਸੀ। ਕਿਸੇ ਬਜ਼ੁਰਗ ਦੇ ਨਾਲ ਉਹਨੇ ਗੱਲ ਕੀਤੀ ਵੀ ਮੈਂ ਸੋਚਣਾ ਚਾਹੁੰਦਾ, ਸਮਝਣਾ ਚਾਹੁੰਦਾ ਵੀ ਦੁੱਖ ਕਾਹਦੇ ਵਾਸਤੇ ਹੈ, ਸੁੱਖ ਕਿਉਂ ਨਹੀਂ।
ਉਹ ਕਹਿੰਦਾ ਵੀ ਫਲਾਨੀ ਥਾਂ ਦੇ ਇੱਕ ਬਾਬਾ ਜੀ ਰਹਿੰਦੇ ਨੇ, ਉੱਥੇ ਚਲੇ ਜਾ। ਉੱਥੇ ਚਲਾ ਗਿਆ ਉਹ, ਕਿਉਂਕਿ ਮਨ 'ਚ ਭਾਵਨਾ ਸੀ। ਤੇ ਉਹਨਾਂ ਨੂੰ ਪੁੱਛਿਆ ਵੀ ਮੈਂ ਤੁਹਾਡੇ ਤੋਂ ਇੱਕ ਸਮਝ ਲੈਣਾ ਚਾਹੁੰਦਾ ਹਾਂ ਕਿ ਜੀਵਨ ਵਿੱਚ ਦੁੱਖ ਨਹੀਂ ਚਾਹੀਦੇ, ਕੇਵਲ ਸੁੱਖ ਚਾਹੀਦੇ। ਉਹ ਕਹਿੰਦੇ ਬੇਟਾ ਤੈਨੂੰ 2-4 ਦਿਨ ਮੇਰੇ ਕੋਲ ਟਿਕਣਾ ਪੈਣਾ, ਰਹਿਣਾ ਪੈਣਾ। ਉਹ ਰਹਿ ਗਿਆ ਕਿਉਂਕਿ ਜਿਗਿਆਸਾ ਲੈ ਕੇ ਗਿਆ ਸੀ। ਜਦੋਂ ਉੱਥੇ ਰਿਹਾ ਤੇ ਇੱਕ ਦਿਨ ਮਾਰਨਿੰਗ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਕਹਿੰਦੇ ਆ ਚਲੀਏ। ਕਹਿੰਦੇ ਕਿੱਥੇ ਜਾਣਾ? ਕਹਿੰਦੇ ਲੇਕ ਹੈ ਨਾਲ, ਉੱਥੇ ਆਪਾਂ ਥੋੜ੍ਹਾ ਬੋਟਿੰਗ ਕਰਾਂਗੇ, ਫਿਰਾਂ ਤੁਰਾਂਗੇ, ਸੈਰ ਸਪਾਟਾ ਕਰਾਂਗੇ, ਨਾਲੇ ਗੱਲਬਾਤ ਕਰਾਂਗੇ। ਉਹ ਗਏ ਤੇ ਉੱਥੇ ਬੇੜੀ ਉਹਨਾਂ ਨੇ ਕਿਨਾਰੇ ਪਈ ਸੀ, ਚੁੱਕੀ ਬੇੜੀ ਦੇ ਵਿੱਚ ਬਹਿ ਗਏ। ਚੱਪੂ ਮਾਰਦੇ ਮਾਰਦੇ ਉਸ ਨੌਜਵਾਨ ਸਮੇਤ ਸੈਂਟਰ ਪੁਆਇੰਟ ਤੇ ਪਹੁੰਚ ਗਏ ਨਾ, ਇੱਕ ਚੱਪੂ ਵਿੱਚ ਰੱਖ ਦਿੱਤਾ ਤੇ ਇੱਕ ਚੱਪੂ ਨਾਲ ਬੇੜੀ ਚਲਾਉਣ ਲੱਗ ਪਏ। ਜਦੋਂ ਇੱਕ ਚੱਪੂ ਨਾਲ ਬੇੜੀ ਚਲਾਉਣ ਨਾ, ਬੇੜੀ ਉਲਟਣ ਨੂੰ ਕਰੇ। ਉਹ ਕਹਿੰਦਾ ਬਾਬਾ ਜੀ ਮੈਂ ਤੁਹਾਡੇ ਕੋਲ ਸਮਝਣ ਵਾਸਤੇ ਆਇਆ, ਮਰਨ ਵਾਸਤੇ ਨਹੀਂ ਆਇਆ। ਕਹਿੰਦੇ ਕੀ ਗੱਲ? ਕਹਿੰਦੇ ਇੱਕ ਚੱਪੂ ਨਾਲ ਕਦੀ ਬੇੜੀ ਚੱਲਦੀ ਹੈ? ਕਹਿੰਦੇ ਬੇਟਾ ਤੇਰੀ ਗੱਲ ਦਾ ਆਨਸਰ ਹੈ, ਜਿਵੇਂ ਇੱਕ ਚੱਪੂ ਨਾਲ ਬੇੜੀ ਨਹੀਂ ਚੱਲ ਸਕਦੀ ਨਾ, ਬੇੜੀ ਨੂੰ ਪਾਰ ਕਰਨ ਵਾਸਤੇ 2 ਚੱਪੂ ਚਾਹੀਦੇ ਹੈ। ਇਵੇਂ ਜੀਵਨ ਦਾ ਸੰਤੁਲਨ ਰੱਖਣ ਵਾਸਤੇ ਦੁੱਖ ਤੇ ਸੁੱਖ ਦੋਨੇ ਚੱਪੂ ਨੇ। ਇਸ ਕਰਕੇ ਦੁੱਖ ਸੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ, ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ। ਇਹ ਗੱਲ ਸਮਝਾਈ ਗੁਰੂ ਸਾਹਿਬ ਜੀ ਨੇ ਸਾਨੂੰ ਸਿਸਟਮ ਦੇ ਵਿੱਚ, ਭਾਣੇ ਦੇ ਵਿੱਚ, ਤਾਂ ਕਿ ਅਸੀਂ ਫੇਸ ਕਰੀਏ। ਇਹ ਇੱਕ ਲਾਮ ਹੈ, ਇੱਕ ਸੰਘਰਸ਼ ਹੈ, ਇੱਕ ਜੰਗ ਹੈ ਜਿਹਦੇ ਵਿੱਚ ਅਸੀਂ ਜਿੱਤ ਪ੍ਰਾਪਤ ਕਰਨੀ। ਮੈਂ ਗੁਰੂ ਦੇ ਸੰਗਤ ਵਿੱਚ ਆ ਕੇ ਹਉ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦਮਾਲੜਾ, ਸਭ ਹੋਈ ਛਿੰਝ ਇਕੱਠੀਆਂ ਦੇ ਬੈਠਾ ਵੇਖੇ ਆਪ ਜੀਓ, ਬਾਤ ਵੱਜਣ ਟਮਕ ਭੇਰੀਆਂ, ਮਨ ਲੱਥੇ ਲੈਂਦੇ ਫੇਰੀਆਂ, ਨਿੱਤੇ 5 ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਓ। ਤੇ ਇਹਦੇ ਵਿੱਚ ਸਭ ਤੋਂ ਪਹਿਲੀ ਲਾਮ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾਲਤਾ ਕੀਤੀ। ਸੂਹੀ ਮਹਿਲਾ ਚੌਥਾ, ਹਰ ਪਹਿਲੜੀ ਲਾਮ, ਇਹ ਜਗਿਆਸੂ ਜੀਵ ਇਸਤਰੀ ਦੀ ਸਭ ਤੋਂ ਪਹਿਲੀ ਲਾਮ ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਲ, ਦੁਨਿਆਵੀ ਪੱਧਰ ਦੇ ਪਤੀ ਦੇ ਨਾਲ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਹੇ ਰਾਮ ਮੈਂ ਤੇ ਤੋਂ ਬਲਿਹਾਰ ਹਾਂ, ਸਦਕੇ ਹਾਂ ਕਿ ਤੂੰ ਸਾਨੂੰ ਕਿਰਤ ਪ੍ਰਵਿਰਤੀ ਕਰਮ ਦ੍ਰਿੜਾ ਦਿੱਤਾ ਹੈ, ਭਾਵ ਕਰਮ ਵਿੱਚ ਪ੍ਰਵਿਰਤ ਰਹਿਣ ਦੀ ਆਦਤ ਪਾ ਦਿੱਤੀ ਹੈ। ਸਾਨੂੰ ਤੂੰ ਹੁਕਮ ਕਰ ਦਿੱਤਾ, ਗਿਆਨ ਵਿਹੂਣਾ ਗਾਵੇ ਗੀਤ, ਭੁੱਖੇ ਮੁੱਲਾ ਘਰੇ ਮਸੀਤ, ਮਖੱਟੂ ਹੋਏ ਕਿ ਕੰਨ ਫੜਾਏ, ਫਕਰ ਕਰੇ ਹੋ ਜ਼ਾਤ ਗਵਾਏ, ਗੁਰ ਪੀਰ ਸਦਾਏ ਮੰਗਣ ਜਾਏ, ਤਾਂ ਕਿ ਮੂਲ ਨਾ ਲੱਗੀਏ ਪਾਏ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਕਰਮ ਵਿੱਚ ਪ੍ਰਵਿਰਤ ਰਹਿਣਾ, ਬਿਜ਼ੀ ਰਹਿਣਾ, ਪਰ ਕਰਮ ਵਿੱਚ ਪ੍ਰਵਿਰਤਾ ਸਾਰੇ ਹੀ ਰਹਿੰਦੇ। ਸਤਿਗੁਰੂ ਕਹਿੰਦੇ ਕੀ ਕਰਨਾ ਆਪਣੀ ਜ਼ਿੰਦਗੀ ਵਿੱਚ? ਬ੍ਰਹਮਾ ਵੇਦ ਧਰਮ ਦ੍ਰਿੜੋ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ। ਕਹਿੰਦੇ ਆਪਣੀ ਜ਼ਿੰਦਗੀ ਵਿੱਚ ਧਰਮ ਦਾ ਭਾਵ ਅਸੂਲ ਬਣਾਓ ਕਿ ਬਾਣੀ ਹੀ ਤੁਹਾਡੇ ਵਾਸਤੇ ਬ੍ਰਹਮਾ ਹੈ, ਤੁਹਾਡੇ ਵਾਸਤੇ ਵੱਡਾ ਵੇਦ ਹੈ। ਔਰ ਪਾਪ ਨੂੰ ਛੱਡ ਕੇ, ਇਹ ਤੋਂ ਮੁਕਤ ਹੋ ਕੇ ਜਿਹੜਾ ਕਰਮ ਕਰਨਾ ਹੈ, ਉਹਦੇ ਵਿੱਚ ਕੋਈ ਕਿਸੇ ਦਾ ਨੁਕਸਾਨ, ਕਿਸੇ ਦਾ ਬੁਰਾ ਨਹੀਂ ਸੋਚ ਕੇ ਕਰਨਾ, ਪਾਪ ਕਰਮ ਨਹੀਂ ਕਰਨਾ। ਫਰੀਦਾ ਜਿਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀ ਵਈ ਸਾਈਂ ਦਾ ਦਰਬਾਰ। ਇਸ ਕਰਕੇ ਕਰਮ ਪਾਪ ਤਜਾਇਆ ਬਲਰਾਮ ਜੀਓ, ਤਜਾਇਆ ਮੈਨੇ ਤਿਆਗ ਦਿੱਤਾ, ਮੈਂ ਤੇ ਤੋਂ ਕੁਰਬਾਨ ਹਾਂ। ਧਰਮ ਦ੍ਰਿੜੋ ਹਰ ਨਾਮ ਧਿਆਵੋ। ਕਿਹੜਾ ਧਰਮ ਦ੍ਰਿੜ ਕਰਨਾ ਹੈ? ਕਿਹੜਾ ਨਿਯਮ ਜੀਵਨ ਵਿੱਚ ਅਪਣਾਉਣਾ ਹੈ? ਕਿਹੜੀ ਵੇ ਆਫ ਲਾਈਫ ਆਪਾਂ ਅਪਣਾ ਕੇ ਤੁਰਨਾ ਹੈ? ਸਤਿਗੁਰੂ ਕਹਿੰਦੇ ਧਰਮ ਦ੍ਰਿੜੋ ਹਰ ਨਾਮ ਧਿਆਵੋ, ਹਰੀ ਨਾਮ ਨੂੰ ਸਿਮਰੋ, ਉਹਨੂੰ ਚੇਤੇ ਰੱਖੋ। ਸਿਮਰਤ ਨਾਮ ਦ੍ਰਿੜਾਇਆ। ਤੁਹਾਡੇ ਵਾਸਤੇ ਸਿਮਰਤੀਆਂ ਕੀ ਨੇ? ਪ੍ਰਭੂ ਦਾ ਨਾਮ ਦ੍ਰਿੜ ਕਰਨਾ ਹੀ ਸਾਡੇ ਵਾਸਤੇ ਸਿਮਰਤੀ ਹੈ, ਸਾਡੇ ਵਾਸਤੇ ਵੇਦ ਨੇ, ਸਾਡੇ ਵਾਸਤੇ ਬ੍ਰਹਮਾ ਹੈ। ਭਾਵ ਗੁਰੂ ਕੀ ਬਾਣੀ ਹੀ ਸਾਡੇ ਵਾਸਤੇ ਸਭ ਕੁਝ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇਸ ਕਰਕੇ ਆਪਣੀ ਜ਼ਿੰਦਗੀ ਵਿੱਚ ਗਿਆਨੀ ਗਿਆਨ ਸਿੰਘ ਦਾ ਉਹ ਸਲੋਗਨ ਜੋ ਅਸੀਂ ਰੋਜ਼ ਪੜ੍ਹਦੇ ਹਾਂ, ਦ੍ਰਿੜਤਾ ਨਾਲ ਅਪਣਾਓ। ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਨ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਕਿ ਇਸ ਤੋਂ ਬਿਨਾਂ ਸਾਡੇ ਸਾਹਮਣੇ ਕਿਸੇ ਗੁਰੂ ਦੀ ਗੱਲ ਨਾ ਆਵੇ। ਸਾਡੇ ਕੋਲ ਕੇਵਲ ਗੁਰੂ ਦੇ ਤੌਰ ਦੇ ਉੱਤੇ ਕੇਵਲ ਤੇ ਕੇਵਲ ਗੁਰਬਾਣੀ, ਧੰਨ ਗੁਰੂ ਗ੍ਰੰਥ ਸਾਹਿਬ। ਸਤਿਗੁਰ ਗੁਰ ਪੂਰਾ ਆਰਾਧੋ, ਸੱਚਾ ਗੁਰੂ ਜੋ ਪੂਰਾ ਹੈ, ਅਕਾਲ ਪੁਰਖ ਦੇ ਨਾਲ ਜੁੜਿਆ ਹੋਇਆ, ਉਹਦੀ ਆਰਾਧਨਾ ਕਰਨੀ। ਸਭ ਕਿਲਵਿਖ ਪਾਪ ਗਵਾਇਆ। ਆਪਣੇ ਜੀਵਨ ਦੇ ਵਿੱਚ ਜਿੰਨੇ ਕਿਲਵਿਖ ਮਾੜੇ ਕਰਮ ਨੇ, ਪਾਪ ਕਰਮ ਨੇ, ਉਹਨੂੰ ਨਾਸ਼ ਕਰ ਲਿਆ। ਸਹਿਜ ਆਨੰਦ ਹੋਆ ਬੜ ਭਾਗੀ। ਫਿਰ ਵੱਡਿਆਂ ਭਾਗਾਂ ਦੇ ਨਾਲ ਜੀਵਨ ਵਿੱਚ ਅਡੋਲਤਾ ਪ੍ਰਾਪਤ ਹੋ ਗਈ, ਆਨੰਦ ਪ੍ਰਾਪਤ ਹੋ ਗਿਆ। ਮਨ ਹਰ ਹਰ ਮੀਠਾ ਲਾਇਆ, ਤੇ ਮਨ ਦੇ ਵਿੱਚ ਜਿਹੜਾ ਪਰਮਾਤਮਾ ਸੀ ਹੁਣ ਉਹ ਮਿੱਠਾ ਲੱਗਣ ਲੱਗ ਪਿਆ। ਜਿਵੇਂ ਬਾਬਾ ਫਰੀਦ ਜੀ ਨੂੰ ਪ੍ਰੇਰਨਾ ਕਰਨ ਵਾਸਤੇ ਮਾਂ ਕਹਿੰਦੀ ਸੀ ਤੂੰ ਨਵਾਜ਼ ਪੜ੍ਹ, ਤੇ ਨਵਾਜ਼ ਪੜ੍ਹਨ ਤੋਂ ਬਾਅਦ ਤੈਨੂੰ ਪ੍ਰਾਪਤ ਕੀ ਹੋਏਗਾ? ਤੈਨੂੰ ਸ਼ੱਕਰ ਪ੍ਰਾਪਤ ਹੋਏਗੀ। ਆਖਰ ਰੋਜ਼ਾਨਾ ਉਹਨੇ ਮੈਟ ਦੇ ਥੱਲੇ, ਮਸਾਲੇ ਦੇ ਥੱਲੇ ਸ਼ੱਕਰ ਰੱਖ ਦੇਣੀ
ਤੇ ਉਹਨੇ ਨਮਾਜ਼ ਗੁਜ਼ਾਰਨੀ, ਉਹ ਤੋਂ ਬਾਅਦ ਕੱਢ ਕੇ ਦੇ ਦੇਣੀ, ਬੱਚੇ ਨੇ ਖੁਸ਼ ਹੋ ਜਾਣਾ। ਲੇਕਿਨ ਚੱਲਦਾ ਚੱਲਦਾ ਐਸੀ ਲੱਗਣ ਲੱਗ ਗਈ, ਅੱਜ ਜਦੋਂ ਮਾਂ ਸ਼ੱਕਰ ਰੱਖਣ ਲੱਗੀ ਨਾ, ਮਾਂ ਦਾ ਹੱਥ ਫੜ ਕਹਿਣ ਲੱਗਾ, ਮਾਂ ਅੱਜ ਨਹੀਂ ਜਿਹਦੀ ਜ਼ਰੂਰਤ। ਕਹਿਣ ਲੱਗੀ ਕਿਉਂ? ਕਹਿੰਦਾ ਅੱਜ ਮੈਨੂੰ ਅਨੁਭਵ ਹੋ ਚੁੱਕਾ, ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। हे ਰੱਬ, हे परमात्मा, तेरे बराबर ਹੁਣ ਕੋਈ ਮਿੱਠੀ ਵਸਤੂ ਨਹੀਂ, ਸਭੇ ਵਸਤੂ ਮਿੱਠੀਆਂ, ਸੱਚੇ ਸਭੇ ਵਸਤੂ ਕੌੜੀਆਂ, ਸੱਚੇ ਨਾਮ ਮਿੱਠਾ। ਹੁਣ ਕੇਵਲ ਤੇ ਕੇਵਲ ਸੱਚ ਦਾ ਨਾਮ ਹੀ ਮਿੱਠਾ ਲੱਗਦਾ ਹੈ ਸਾਡੇ ਵਾਸਤੇ, ਸੱਚ ਸਦਾ ਤੇਰਨ ਵਾਲਾ। ਜੇ ਕਿਸੇ ਬੱਚੇ ਨੂੰ ਪੁੱਛੋ ਨਾ ਤੈਨੂੰ ਕੌਣ ਪਿਆਰਾ ਹੈ, ਉਹ ਕਹੇਗਾ ਮੇਰੀ ਮੰਮੀ, ਮੇਰਾ ਅੰਮੀ, ਮੇਰਾ ਅੱਬਾ, ਮੇਰਾ ਪਿਤਾ, ਜਾਂ ਕਿਸੇ ਹੋਰ ਨੂੰ ਕਹੇਗਾ, ਬ੍ਰਦਰ ਨੂੰ ਕਹੇਗਾ। ਲੇਕਿਨ ਜਦੋਂ ਰੱਬ ਨਾਲ ਬੰਦਾ ਜੁੜ ਜਾਂਦਾ, ਅੰਮੀ ਅੱਬੇ ਥਾਵੋ ਮਿੱਠੜਾ, ਗੁਸਾਈ ਮਹਿੰਦਾ ਇਠੜਾ। ਇਸ ਕਰਕੇ ਮਨ ਹਰ ਹਰ ਮੀਠਾ ਲਾਇਆ, ਜਨ ਕਹਿ ਨਾਨਕ ਲਾਮ ਪਹਿਲੀ, ਦਾਸ ਨਾਨਕ ਸਤਿਗੁਰੂ ਪਾਤਸ਼ਾਹ ਕਹਿੰਦੇ ਪਹਿਲੀ ਲਾਮ ਉਚਾਰਨ ਕਰਦੇ ਹਨ, ਦਾਸ ਬਣ ਕੇ ਆਰੰਭ ਕਾਜ ਰਚਾਇਆ। ਕਿ ਪ੍ਰਭੂ ਦੇ ਮਿਲਾਪ ਦਾ ਜੋ ਆਰੰਭਤਾ ਦਾ ਕਾਰਜ ਹੈ, ਪਹਿਲਾ ਸਟੈਪ ਹੈ, ਉਹਨੂੰ ਆਰੰਭ ਕੀਤਾ, ਕਾਰਜ ਨੂੰ ਸ਼ੁਰੂ ਕੀਤਾ ਉਹਦਾ ਆਸਰਾ ਲੈ ਕਰਕੇ। ਹਾਂਜੀ, ਗੁਰੂ ਪਿਆਰ ਵਾਲਿਓ, ਦੋ ਪ੍ਰਕਾਰ ਦੀਆਂ ਵਿਚਾਰਧਾਰਾਵਾਂ ਚੱਲਦੀਆਂ ਨੇ। ਇੱਕ ਉਹ ਜਿਹੜੇ ਕਹਿੰਦੇ ਆ ਜਿਹੜਾ ਸੰਸਾਰ ਹੈ ਨਾ, ਇਹੀ ਰੁਕਾਵਟ ਹੈ, ਰੱਬ ਨਾਲ ਮਿਲਣ ਨਹੀਂ ਦਿੰਦਾ। ਉਹ ਲੋਕ ਇਹ ਸੰਸਾਰ ਨੂੰ ਛੱਡ ਕੇ ਜੰਗਲਾਂ ਵੱਲ ਦੌੜ ਗਏ, ਪਹਾੜਾਂ 'ਚ ਜਾ ਕੇ ਰਹਿਣ ਲੱਗ ਪਏ, ਕੰਮ ਧੰਦਾ ਛੱਡ ਦਿੱਤਾ, ਘਰ ਗ੍ਰਸਤੀ ਛੱਡ ਦਿੱਤੀ, ਆਪਣੇ ਫਰਜ਼ ਨਿਭਾਉਣੇ ਛੱਡ ਦਿੱਤੇ, ਦੌੜ ਗਏ। ਦੂਜੀ ਪ੍ਰਕਾਰ ਦੇ ਉਹ ਨੇ ਜਿਹੜੇ ਕਹਿੰਦੇ ਨੇ ਇਹ ਜਗ ਮਿੱਠਾ, ਅਗਲਾ ਕਿਨ ਡਿੱਠਾ, ਖਾਓ ਪੀਓ ਐਸ਼ ਕਰੋ। ਉਹ ਐਸੇ ਗਲਤਾਨ ਹੋਏ ਇਸ ਸੰਸਾਰ ਦੇ ਵਿੱਚ, ਉਹਨਾਂ ਨੇ ਕੋਈ ਸਹੀ ਜਾਂ ਗਲਤ ਦਾ ਧਿਆਨ ਹੀ ਨਹੀਂ ਕੀਤਾ, ਜੋ ਮਨ ਚਾਹੁੰਦਾ ਉਹ ਕਰਦਾ ਰਿਹਾ। ਸਤਿਗੁਰੂ ਜੀ ਨੇ ਕਿਹਾ ਇਹ ਦੋਹੇ ਪੱਖ ਅਧੂਰੇ ਆ। ਸੰਸਾਰ ਦੇ ਨਾਲੋਂ ਨਿਰੰਕਾਰ ਵੱਖਰਾ ਥੋੜੀ ਨਾ ਹੈ। ਮੇਰੇ ਮਾਲਕ ਨੇ ਪਹਿਲੀ ਗੱਲ ਇਹ ਦੱਸੀ, ਜੇ ਰੱਬ ਨੂੰ ਮਿਲਣਾ ਹੈ ਨਾ ਤੇ ਸੰਸਾਰ ਤੋਂ ਦੌੜਨਾ ਨਹੀਂ ਚਾਹੀਦਾ, ਕਿਉਂਕਿ ਸੰਸਾਰ ਤੇ ਨਿਰੰਕਾਰ ਵੱਖਰਾ ਤੇ ਹੈ ਹੀ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਦਾ ਸਭ ਤੋਂ ਪਹਿਲਾ ਉਪਦੇਸ਼ ਕੀ ਹੈ ਭਲਾ? ਇੱਕ ਓੰਕਾਰ। ਇਹਦਾ ਮਤਲਬ ਕੀ ਹੈ? ਮਾਲਕ ਇੱਕ ਹੈ, ਉਹਦੇ ਵਰਗਾ ਹੋਰ ਦੂਜਾ ਕੋਈ ਨਹੀਂ। ਤੇ ਹੈ ਕਿੱਥੇ ਹੈ? ਸਾਰਿਆਂ ਦੇ ਵਿੱਚ ਇੱਕ ਰਸ ਵਿਆਪਕ ਹੈ। ਫਿਰ ਜੇ ਸਾਰੇ ਸੰਸਾਰ ਵਿੱਚ ਰੱਬ ਹੈ ਤੇ ਬਾਬਾ ਫਰੀਦ ਜੀ ਕੀ ਕਹਿੰਦੇ? ਫਰੀਦਾ ਖਾਲਕ ਖਲਕ ਮੈਂ। ਰੱਬ ਨੂੰ ਮਿਲਣਾ ਹੈ ਤੇ ਰੱਬ ਤੇ ਖਲਕ ਦੇ ਵਿੱਚ ਆ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ। ਤੇ ਸੰਸਾਰ ਕਿੱਥੇ? ਉਹ ਤੇ ਰੱਬ ਦੇ ਵਿੱਚ ਹੀ ਹੈ। ਮੰਦਾ ਕਿਸ ਨੂੰ ਆਖੀ ਹੈ? ਤੂੰ ਤਾਂ ਇਹਨੂੰ ਮੰਦਾ ਕਹਿ ਕੇ ਦੌੜ ਹੀ ਗਿਆ ਵੀ ਇਹ ਰੁਕਾਵਟ ਹੈ। ਕਹਿੰਦੇ ਨਾ, ਤੂੰ ਤਾਂ ਰੱਬ ਨੂੰ ਹੀ ਮਾੜਾ ਕਹਿ ਰਿਹਾ। ਫਿਰ ਇਹਦਾ ਮਤਲਬ, ਸੋ ਇਸ ਗੱਲ ਨੂੰ ਸਮਝ ਗਏ ਜਿਹੜੇ, ਉਹ ਫਿਰ ਸੰਸਾਰ ਤੋਂ ਦੌੜੇ ਨਹੀਂ। ਫਿਰ ਮੈਂ ਦੁਹਰਾਵਾਂ, ਜਿਵੇਂ ਰੱਬ ਇੱਕੋ ਸਮੇਂ ਨਿਰਗੁਣ ਵੀ ਹੈ ਤੇ ਸਰਗੁਣ ਵੀ ਹੈ, ਫਿਰ ਇਹ ਕਿਵੇਂ ਹੋ ਸਕਦਾ ਹੈ ਵੀ ਮੇਰੇ ਮਾਲਕ ਨੇ ਗੁਰਬਾਣੀ ਵਿੱਚ ਕੇਵਲ ਰੱਬ ਦੀ ਗੱਲ ਕੀਤੀ ਹੋਵੇ, ਸੰਸਾਰ ਦੀ ਕੀਤੀ ਨਾ ਹੋਵੇ? ਰੱਬ ਨਾਲ ਕਿਵੇਂ ਮਿਲਣਾ ਦੱਸਿਆ ਹੋਵੇ, ਸੰਸਾਰ ਵਿੱਚ ਕਿਵੇਂ ਰਹਿਣਾ ਹੈ ਦੱਸਿਆ ਹੀ ਨਾ ਹੋਵੇ? ਦੋਨੋਂ ਗੱਲਾਂ ਹੀ ਹੈ, ਦੋਨੋਂ ਹੀ ਗੱਲਾਂ ਹੈ। ਪਹਿਲ ਦੇ ਆਧਾਰ ਦੇ ਉੱਤੇ ਇਹ ਜਿਹੜੀ ਲਾਮ ਹੈ, ਇਹਦਾ ਸੁਨੇਹਾ ਹੈ ਵੀ ਰੱਬ ਦੇ ਨਾਲ ਤੇਰੀ ਪਹਿਲੀ ਲਾਮ ਹੋ ਗਈ। ਹਰ ਪਹਿਲੜੀ ਲਾਮ ਕਿਹਦੇ ਨਾਲ? ਹਰੀ ਨਾਲ, ਰੱਬ ਨਾਲ। ਰੱਬ ਨਾਲ ਵਿਆਹ ਕਰਾਉਣਾ ਹੈ। ਮੈਨੂੰ ਕਹਿ ਲੈਣ ਦੇਣਾ, ਦੋ ਵਿਆਹ ਹੋਣੇ। ਫਿਰ ਇੱਕ ਸੰਸਾਰ ਦੇ ਵਿੱਚ ਹੋ ਸਕਦਾ ਕਿਸੇ ਦਾ ਨਾ ਹੋਵੇ, ਪਰ ਜਦ ਤੱਕ ਨਿਰੰਕਾਰ ਦੇ ਨਾਲ ਨਾ ਹੋਵੇ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਫਿਰ ਜੀਵਨ ਬਰਬਾਦ ਹੀ ਹੈ। ਸੋ ਇਹ ਵਿਆਹ ਜ਼ਰੂਰ ਹੋਣਾ ਚਾਹੀਦਾ, ਇਹ ਆਨੰਦ ਕਾਲ ਜ਼ਰੂਰ ਹੋਣਾ ਚਾਹੀਦਾ। ਇਹਦੇ ਵਿੱਚ ਦੱਸਿਆ ਵੀ ਰੱਬ ਦੇ ਨਾਲ ਕਿਵੇਂ ਲਾਮ ਹੋਣੀ ਹੈ, ਕਿਵੇਂ ਸੰਬੰਧ ਬਣਨਾ ਹੈ, ਕਿਹੜਾ ਕਰਮ ਜੜਾਇਆ? ਪ੍ਰਭੂ ਦੇ ਸਿਮਰਨ ਦਾ, ਪ੍ਰਭੂ ਦੇ ਨਾਮ ਨੂੰ ਆਰਾਧਨ ਦਾ। ਜਿਸ ਦਿਨ ਸਾਡਾ ਮਨ ਰੱਬ ਦੇ ਸਿਮਰਨ ਵਿੱਚ ਲੱਗ ਗਿਆ, ਸਮਝ ਲੈਣਾ ਪਹਿਲੀ ਲਾਮ ਹੋ ਗਈ।
ਹਲੇ ਤਾਂ ਹੈ ਹੀ ਨਹੀਂ, ਸ਼ੁਰੂ ਨਹੀਂ ਕੀਤਾ। ਹਲੇ ਤਾਂ ਸਵਾਲ ਹੈ ਕਿਉਂ ਕਰੀਏ, ਕੀ ਹੋ ਜਾਏਗਾ, ਕਿਸ ਨੂੰ ਕੀ ਮਿਲ ਗਿਆ। ਸਾਡੀ ਪਹਿਲੀ ਲਾਮ ਹੋਈ ਹੀ ਨਹੀਂ। ਹਜ਼ੂਰ ਕਹਿੰਦੇ ਆ ਪਹਿਲੀ ਲਾਮ ਹੈ। ਮੈਂ ਬੇਨਤੀ ਕਰ ਰਿਹਾ ਸਾਂ, ਜਿਵੇਂ ਰੱਬ ਇੱਕੋ ਸਮੇਂ ਨਿਰਗੁਣ ਵੀ ਹੈ, ਸਰਗੁਣ ਵੀ ਹੈ, ਉਸੇ ਤਰ੍ਹਾਂ ਬਾਣੀ ਦੇ ਵਿੱਚੋਂ ਇੱਕੋ ਸਮੇਂ ਅਸੀਂ ਰੱਬ ਦੇ ਨਾਲ ਕਿਵੇਂ ਜੁੜਨਾ ਇਹ ਵੀ, ਤੇ ਉਸੇ ਬਾਣੀ ਵਿੱਚੋਂ ਸੰਸਾਰ ਵਿੱਚ ਕਿਵੇਂ ਰਹਿਣਾ ਉਹ ਵੀ ਸੁਨੇਹਾ ਅਸੀਂ ਲੈ ਸਕਦੇ ਹਾਂ। ਮੇਰਾ ਜੀ ਕਰਦਾ ਹੈ ਆਪਾਂ ਸੰਸਾਰ ਦੀ ਗੱਲ ਵੀ ਕਰ ਲਈਏ। ਰੱਬ ਜਿਹਨੂੰ ਯਾਦ ਕੀਤਾ ਜਾਂਦਾ, ਰੱਬ ਦੀਨ ਬੰਧੂ ਆ। ਰੱਬ ਜਿਹਨੂੰ ਯਾਦ ਕੀਤਾ ਜਾਂਦਾ ਉਹ ਧਰਤੀ ਨੂੰ ਪਾਲਣ ਵਾਲਾ ਹੈ, ਗੋਪਾਲ। ਰੱਬ ਸਾਰਿਆਂ ਵਿੱਚ ਰਹਿਣ ਵਾਲਾ ਹੈ, ਰਾਮ। ਰੱਬ ਸਭ ਦਾ ਮਦਦਗਾਰ ਹੈ, ਕਿਰਪਾਲੂ, ਦਿਆਲੂ ਕਹਿੰਦੇ ਆ ਨਾ। ਪਰ ਤੁਸੀਂ ਇਹ ਵਿੱਚ ਸੁਣਿਆ ਹੋਏਗਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਮਾਤਾ ਤੇ ਪਿਤਾ ਵੀ ਤੇ ਕਿਹਾ ਨਾ, ਬੰਧਪ ਵੀ ਤੇ ਕਿਹਾ, ਭਰਾਤਾ ਵੀ ਤੇ ਕਿਹਾ। ਤੇ ਸੋਚੋ ਵੀ ਰੱਬ ਜੀ ਦੀ ਵਡਿਆਈ ਕਰ ਰਹੇ ਆ, ਜੇ ਰੱਬ ਨੂੰ ਮਾਂ ਕਹਿ ਰਹੇ ਆ, ਰੱਬ ਨੂੰ ਪਿਤਾ ਕਹਿ ਰਹੇ ਆ, ਕਿ ਮਾਂ ਤੇ ਪਿਤਾ ਦੇ ਵਿੱਚ ਕੋਈ ਅਵਗੁਣ ਹੈ? ਰੱਬ ਦੀ ਵਡਿਆਈ ਤੇ ਅਵਗੁਣ ਵਾਲੇ ਸ਼ਬਦ ਨਾਲ ਕੀਤੀ ਨਹੀਂ ਜਾਂਦੀ। ਹੁਣ ਰੱਬ ਨੂੰ ਕਹਿਣਾ ਤੂੰ ਮੇਰਾ ਭਰਾ ਹੈ, ਇਹਦਾ ਮਤਲਬ ਕੋਈ ਗੁਣ ਹੈ ਭਰਾ ਦੇ ਵਿੱਚ, ਇਹਦਾ ਮਤਲਬ ਕੁਝ ਗੁਣ ਨੇ ਮਾਤਾ ਦੇ ਵਿੱਚ, ਕੁਝ ਗੁਣ ਨੇ ਪਿਤਾ ਦੇ ਵਿੱਚ। ਫਿਰ ਮੈਨੂੰ ਕਹਿ ਲੈਣ ਦੇਣਾ, ਜੇ ਇਹਨਾਂ ਰਿਸ਼ਤਿਆਂ ਵਿੱਚੋਂ ਇਹ ਗੁਣ ਨਿਕਲ ਜਾਣ ਤੇ ਰਿਸ਼ਤੇ ਬੇਮਾਨੇ ਹੈ, ਇਹ ਰਿਸ਼ਤੇ ਹੈ ਹੀ ਨਹੀਂ। ਗੁਰਬਾਣੀ ਕੋਲ ਬੈਠ ਕੇ ਸਿੱਖ ਲਈਏ ਵੀ ਇਹ ਰਿਸ਼ਤੇ ਕਿਵੇਂ ਬਣਨਗੇ, ਕਿਵੇਂ ਬਣਨਗੇ। ਜਿਵੇਂ ਰੱਬ ਦੇ ਸਿਮਰਨ ਦੇ ਨਾਲ ਰੱਬ ਦੇ ਨਾਲ ਸਾਂਝ ਪੈਣੀ ਹੈ ਨਾ, ਐਵੇਂ ਆਪਸ ਦੇ ਵਿੱਚ ਇੱਕ ਦੂਏ ਨਾਲ ਪਿਆਰ ਵੀ ਹੋਣਾ ਚਾਹੀਦਾ, ਯਾਦ ਵੀ ਹੋਣੀ ਚਾਹੀਦੀ ਆ, ਤਾਂ ਸੰਬੰਧ ਬਣੇਗਾ। ਕਿਤਨੀ ਪਿਆਰੀ ਦੇਖੋ ਪਾਵਨ ਪੰਕਤੀਆਂ ਨੇ। ਸਤਿਗੁਰੂ ਨੇ ਦੋਹਾਂ ਦੀ ਗੱਲ ਕੀਤੀ, ਉਦਮ ਕਰੇਂਦਿਆਂ ਜਿਉ ਤੂੰ ਕਮਾਵਦਿਆਂ ਸੁਖ ਪਹੁੰਚ। ਇਹ ਸੰਸਾਰ ਦੀ ਗੱਲ ਹੈ। ਅਗਲੀ ਗੱਲ, ਧਿਆਨਦਿਆਂ ਤੂੰ ਪ੍ਰਭੂ ਮਿਲ, ਉਦੋਂ ਨਿਰੰਕਾਰ ਦੀ ਗੱਲ ਹੈ। ਗੁਰਬਾਣੀ ਵਿੱਚੋਂ ਦੋਹੇ ਸੁਨੇਹੇ ਮਿਲਦੇ ਨੇ। ਹੁਣੇ ਅਸੀਂ ਪਾਵਨ ਬਚਨ ਸਾਂਝੇ ਕੀਤੇ, ਬਾਣੀ ਬ੍ਰਹਮਾ ਵੇਦ। ਸਾਡੇ ਲਈ ਗੁਰਬਾਣੀ ਹੀ ਬ੍ਰਹਮਾ ਦਾ ਵੇਦ ਹੈ। ਧਰਮ ਦ੍ਰਿੜੋ, ਇਸ ਧਰਮ ਨੂੰ ਪੱਕਾ ਕਰ ਦਿੱਤਾ, ਪੱਕਾ ਕਰ ਲਈਏ ਅੰਦਰ। ਤੇ ਜਿਸ ਦਿਨ ਪੱਕਾ ਕਰ ਲਿਆ, ਪਾਪ ਚਲੇ ਗਿਆ। ਕਿਉਂਕਿ ਪਾਪ ਤਜਾਇਆ ਤਾਂ ਹੀ ਹੋਏਗਾ ਨਾ ਜੇ ਪੱਕਾ ਕਰਾਂਗੇ। ਚਲੋ ਆਪਾਂ ਕੁਝ ਬਾਣੀ ਦੀਆਂ ਪੰਕਤੀਆਂ ਪੱਕੀਆਂ ਕਰ ਲਈਏ, ਸਾਡੇ ਅੰਦਰੋਂ ਪਾਪ ਨਿਕਲ ਜਾਏ। ਪੱਕੀਆਂ ਕਰਨੀਆਂ ਪੈਣਗੀਆਂ। ਇੱਕ ਪਤੀ ਬਹਿ ਜਾਏ ਆ ਕੇ, ਸੱਚੇ ਪਾਤਸ਼ਾਹ ਮੈਂ ਨਹੀਂ ਚਾਹੁੰਦਾ ਮੇਰੇ ਰਿਸ਼ਤੇ ਵਿੱਚ ਪਾਪ ਹੋਵੇ, ਤੇ ਤੁਹਾਡੀ ਬਾਣੀ ਮੇਰੇ ਅੰਦਰੋਂ ਪਾਪ ਕੱਢੇਗੀ। ਕਿਰਪਾ ਕਰੋ, ਮੈਂ ਅੱਜ ਪ੍ਰਸ਼ਾਦ ਲੈਣ ਵਾਸਤੇ ਆਇਆ, ਮੈਨੂੰ ਉਸ ਬਾਣੀ ਦਾ ਪ੍ਰਸ਼ਾਦ ਦਿਓ, ਮੇਰੇ ਪਾਪ ਦੂਰ ਹੋ ਜਾਣ, ਰਿਸ਼ਤੇ ਵਿੱਚ ਪਾਪ ਨਾ ਰਹੇ। ਦੋ ਗੱਲਾਂ ਨੇ ਵੇਖੋ, ਇੱਕ ਹੈ ਹੱਕ, ਕੋਈ ਛੱਡਦਾ ਆਪਣਾ ਹੱਕ? ਆ ਕਿੰਨੇ ਦੇਖੋ ਧਰਨੇ ਲੱਗੇ ਹੋਏ, ਕੀ ਮੰਗ ਰਹੇ ਨੇ ਸਾਰੇ ਭਲਾ? ਹਰ ਕੋਈ ਕਹਿੰਦਾ ਵੀ ਸਾਡਾ ਹੱਕ ਜਿਹੜਾ ਹੈ ਨਾ ਇੱਥੇ ਹੀ ਰੱਖ ਦਿਓ ਹੁਣੇ ਹੀ। ਹੱਕ ਸਭ ਮੰਗਦੇ ਹੈ ਨਾ, ਤੇ ਫਰਜ਼ ਉਹ ਵੀ ਤਾਂ ਕੋਈ ਚੀਜ਼ ਹੈ। ਫਰਜ਼ ਨਿਭਾਉਣ ਨੂੰ ਕੋਈ ਤਿਆਰ ਹੀ ਨਹੀਂ। ਹਰ ਕੋਈ ਕਹਿੰਦਾ ਜੀ ਸਰਕਾਰੀ ਨੌਕਰੀ ਮਿਲ ਜਾਏ, ਕਿਉਂ? ਐਸ਼ ਕਰਾਂਗੇ। ਹੱਦ ਹੋ ਗਈ, ਨੌਕਰੀ ਐਸ਼ ਕਰਨ ਵਾਸਤੇ ਕਿ ਕੰਮ ਕਰਨ ਵਾਸਤੇ ਕਰਨੀ ਹੈ? ਇੱਥੇ ਹੀ ਪਤਾ ਲੱਗ ਜਾਂਦਾ ਬੰਦਾ ਆਪਣਾ ਫਰਜ਼ ਨਹੀਂ ਨਿਭਾਉਣਾ ਚਾਹੁੰਦਾ, ਹੱਕ ਸਾਰੇ ਚਾਹੁੰਦਾ ਹੈ। ਇਸੇ ਤਰ੍ਹਾਂ ਹੀ ਰਿਸ਼ਤਿਆਂ ਵਿੱਚ ਨਹੀਂ ਕਈ ਵਾਰੀ ਹੋ ਰਿਹਾ। ਅਸੀਂ ਕਹਿੰਦੇ ਵੀ ਸਾਡੇ ਹੱਕ ਸਾਨੂੰ ਦਿੱਤੇ ਜਾਣ, ਫਰਜ਼ ਨਿਭਾਓ, ਤੁਹਾਡੇ ਹੱਕ ਤੁਹਾਨੂੰ ਆਪੇ ਮਿਲ ਜਾਣਗੇ। ਜ਼ਿਆਦਾ ਧਿਆਨ ਫਰਜ਼ਾਂ ਵੱਲ ਹੋਣਾ ਚਾਹੀਦਾ। ਆਓ ਗੁਰਬਾਣੀ ਦੇ ਇਹ ਪਾਵਨ ਬਚਨ ਅਸੀਂ ਆਪਣੇ ਅੰਦਰ ਲੈ ਕੇ ਜਾਈਏ। ਇੱਕ ਪਤੀ ਬਹਿ ਜਾਏ, ਸੱਚੇ ਪਾਤਸ਼ਾਹ ਰਹਿਮਤ ਕਰੋ, ਤੇ ਹਜ਼ੂਰ ਕਹਿਣ ਲੱਗਿਆ ਰੱਬੀ ਪਾਵਨ ਬਚਨ ਹੈ, ਇਹਨੂੰ ਪੜ੍ਹ। ਤੱਕੈ ਨਾਰ ਪਰਾਈਆਂ, ਇੱਕ ਪਤੀ ਸੁਣੇ, ਕਿਉਂਕਿ ਬਹੁਤ ਸਾਰੀਆਂ ਇਸਤਰੀਆਂ ਉਹਨੇ ਵੀ ਦੇਖਣੀ ਹੈ, ਸੰਸਾਰ ਵਿੱਚ ਵਿਚਰਨਾ ਉਸਨੇ। ਹੁਣ ਜੇ ਇਹ ਪੱਕਾ ਕਰੇਗਾ,
ਇਹ ਤੋਂ ਜੋ ਸੁਨੇਹਾ ਮੇਰੇ ਮਾਲਕ ਨੇ ਦਿੱਤਾ ਤਾਂ ਪਾਪ ਜੀਵਨ ਵਿੱਚੋਂ ਜਾਏਗਾ। ਬਹੁਤ ਸਾਰੇ ਰਿਸ਼ਤੇ ਇਸ ਕਰਕੇ ਟੁੱਟ ਗਏ ਕਿਉਂਕਿ ਇਹ ਪਾਪ ਕਰਮ ਕਈਆਂ ਦੇ ਨਸ਼ਰ ਹੋ ਗਏ। ਮੈਨੂੰ ਕਹਿ ਲੈਣ ਦੇਣਾ। ਹੁਣ ਪਾਵਨ ਬਚਨ ਕੀ ਸਨ? ਤੱਕੈ ਨਾਰ ਪਰਾਈਆਂ ਲੁਕ ਅੰਦਰ ਠਾਣੀ। ਤੂੰ ਐਸਾ ਤੇ ਨਹੀਂ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਮੇਰੇ ਮਾਲਕ ਦੇ ਬਚਨ, ਜੈਸਾ ਸੰਗ ਬਿਸ਼ਰ ਸਿਉ ਹੈਰੇ। ਬਿਸ਼ਰ ਕਹਿੰਦੇ ਜ਼ਹਿਰੀਲਾ ਸੱਪ, ਜਿਹੇ ਜਿਹਾ ਸੰਗ ਜ਼ਹਿਰੀਲੇ ਸੱਪ ਨਾਲ ਹੈ। ਜੈਸਾ ਸੰਗ ਬਿਸ਼ਰ ਸਿਉ ਹੈਰੇ ਤੈਸੋ ਹੀ ਇਹ ਪਰਗਰੇ। ਉਵੇਂ ਪਰਾਏ ਘਰ ਵੱਲ ਵੇਖਣਾ, ਉਧਰ ਝਾਤ ਰੱਖਣੀ, ਐਵੇਂ ਜਿਵੇਂ ਜ਼ਹਿਰੀਲਾ ਸੱਪ ਗਲ ਵਿੱਚ ਪਾਇਆ ਹੋਵੇ। ਦੱਸ ਸੁੱਖ ਆ ਸਕਦਾ ਜੀਵਨ ਵਿੱਚ? ਇਹਦਾ ਮਤਲਬ ਤੇ ਕੰਮ ਨਹੀਂ ਕਰਨੇ। ਜਿਹੜਾ ਇਹ ਗੱਲ ਪੱਕੀ ਕਰ ਲੇਗਾ ਉਹਦੇ ਘਰ ਵਿੱਚ ਪਾਪ ਨਹੀਂ ਆਏਗਾ। ਆ ਪਾਵਨ ਬਚਨ ਮੰਨ ਰੇ, ਕੌਣ ਕੋ ਮਤ ਤੈਂ ਲੀਨੀ। ਤੂੰ ਕਿਹੜੀ ਭੈੜੀ ਮਤ ਲਿੱਤੀ ਹੈ? ਪਰਦਾਰਾ ਨਿੰਦਿਆ ਰਸ ਰਚਿਓ। ਤੂੰ ਇਹਦੇ ਵਿੱਚ ਹੀ ਰਚਿਆ ਹੋਇਆ। ਤੇ ਜੋ ਕਰਨਾ ਚਾਹੀਦਾ ਸੀ, ਰਾਮ ਭਗਤ ਨਹਿ ਕੀਨੀ, ਰਾਮ ਭਗਤ ਨਹਿ ਕੀਨੀ, ਰਾਮ ਭਗਤ ਰਾਮ ਭਗਤ ਨਹੀਂ ਕੀਨੀ। ਜੋ ਕਰਨ ਵਾਸਤੇ ਭੇਜਿਆ ਸੀ ਉਹ ਕੀਤਾ ਨਹੀਂ, ਨਿੰਦਿਆ ਕਰਦਾ ਰਿਹਾ, ਵਿਚਾਰ ਕਰਦਾ ਰਿਹਾ। ਹੁਣ ਇਹਨੂੰ ਪੱਕਾ ਕਰ ਲਈ, ਇਹ ਅਸੀਂ ਨਹੀਂ ਕਰਨਾ। ਪਰ ਬੇਟੀ ਕੋ ਬੇਟੀ ਜਾਣੈ, ਪਰ ਇਸਤਰੀ ਕੋ ਮਾਤ ਬਖਾਨੈ। ਆ ਸਾਡੇ ਰਹਿਤਨਾਮੇ ਬੋਲਦੇ ਨੇ। ਜਿਹੜੇ ਇਹ ਵਿਚਾਰ ਪੱਕਾ ਕਰ ਲੈਣਗੇ ਨਾ, ਗੁਰਮਤਿ ਦੇ ਅਨੁਸਾਰ ਜੋ ਉਹਨਾਂ ਨੂੰ ਸਮਝਾਇਆ ਗਿਆ ਆਪਣੇ ਅੰਦਰ ਦ੍ਰਿੜ ਕਰ ਲੈਣਗੇ, ਉਹਨਾਂ ਦੇ ਜੀਵਨ ਚੋਂ ਪਾਪ ਨਿਕਲ ਜਾਏਗਾ। ਇਸੇ ਤਰ੍ਹਾਂ ਦੇਖੋ, ਇੱਕ ਬੱਚੀ ਬੈਠ ਜਾਏ, ਮੇਰੇ ਮਾਲਕ ਨੂੰ ਵੀ ਕਹਿਣਗੇ, ਢੁਢੇਂਦੀਏ ਸੁਹਾਗ ਕੂ ਤੋ ਤਨ ਕਾਈ ਕੋਰ। ਤੇਰੇ ਵਿੱਚ ਕੋਈ ਖੋਟ ਤੇ ਨਹੀਂ ਕਿਤੇ ਤੇਰੇ ਅੰਦਰ ਦੇ ਫਰਜ਼ਾਂ ਦੇ ਵਿੱਚ ਕੋਈ ਕੀੜਾ ਤਾਂ ਨਹੀਂ ਲੱਗਾ ਹੋਇਆ? ਜਿਨ੍ਹਾਂ ਨਾਉ ਸੁਹਾਗਣੀ ਤਿਨਾ ਝਾਕ ਨਾ ਹੋਰ। ਹੁਣ ਇਹ ਪਾਵਨ ਸੁਨੇਹਾ ਜਿੱਥੇ ਇੱਕ ਸਿੱਖ ਵਾਸਤੇ ਹੈ ਵੀ ਉਹ ਗੁਰੂ ਨੂੰ ਛੱਡ ਕੇ ਕਿਸੇ ਹੋਰ ਵੱਲ ਨਾ ਜਾਵੇ, ਇੱਕ ਰੱਬ ਪਿਆਰੇ ਵਾਸਤੇ ਹੈ ਵੀ ਰੱਬ ਨੂੰ ਛੱਡ ਕੇ ਕਿਧਰੇ ਹੋਰ ਨਾ ਜਾਵੇ, ਇਸੇ ਤਰ੍ਹਾਂ ਇੱਕ ਪਤਨੀ ਤੇ ਇੱਕ ਪਤੀ ਵਾਸਤੇ ਵੀ ਹੈ ਕਿ ਉਹ ਆਪਣੇ ਸਾਥੀ ਨੂੰ ਛੱਡ ਕੇ ਦੂਜੇ ਪਾਸੇ ਝਾਕ ਨਾ ਰੱਖੇ। ਪਰ ਜਦੋਂ ਇਹਨੂੰ ਅਸੀਂ ਪੱਕਾ ਕਰਾਂਗੇ ਉਦੋਂ ਸਾਡੇ ਜੀਵਨ ਵਿੱਚੋਂ ਪਾਪ ਚਲੇ ਜਾਣਗੇ। ਅੱਜ ਅਸੀਂ ਆਪਣੇ ਫਰਜ਼ ਵੇਖੀਏ। ਅੱਜ ਨੂੰ ਸੱਸ ਦੀ ਸੇਵਾ ਕਰਕੇ ਰਾਜੀ ਨਾ ਹੋਵੇ। ਅੱਜ ਇੱਕ ਸੱਸ ਨੂੰਹ ਨੂੰ ਆਪਣੀ ਬੱਚੀ ਨਾ ਸਮਝ ਸਕੇ, ਆਪਣੀ ਧੀ ਨਾ ਮੰਨ ਪਾਏ। ਤੇ ਮੈਂ ਗੱਲ ਕਹਾਂ, ਨੂੰਹ ਤੇ ਸੱਸ ਦੀ ਲੜਾਈ ਕਾਫੀ ਮਸ਼ਹੂਰ ਹੈ ਨਾ, ਕਾਫੀ ਸੁਣਿਆ। ਕਈ ਨਾਟਕ ਵੀ ਤੇ ਚੱਲ ਪਏ, ਗੱਲਾਂ ਹੁੰਦੀਆਂ। ਕਦੇ ਮਾਵਾਂ ਤੇ ਧੀਆਂ ਦੀ ਲੜਾਈ ਦੀ ਗੱਲ ਇੰਨੀ ਮਸ਼ਹੂਰ ਹੋਈ? ਇਮਾਨਦਾਰੀ ਨਾਲ ਦੱਸਿਓ ਵੀ ਕਿ ਮਾਵਾਂ ਤੇ ਧੀਆਂ 'ਚ ਲੜਾਈ ਨਹੀਂ ਹੁੰਦੀ? ਕਦੇ ਹੁੰਦੀ ਆ। ਵਿਚਾਰਾਂ ਦਾ ਮੇਲ ਕਈ ਵਾਰ ਨਹੀਂ ਵੀ ਹੁੰਦਾ, ਪਰ ਕਦੇ ਕਿਸੇ ਮਾਂ ਨੇ ਦੂਜੇ ਨੂੰ ਜਾ ਕੇ ਕਿਹਾ ਕਿ ਮੇਰੀ ਧੀ ਚੰਗੀ ਨਹੀਂ? ਨਹੀਂ। ਕਦੇ ਕਿਸੇ ਧੀ ਨੇ ਜਾ ਕੇ ਕਿਹਾ ਕਿ ਮੇਰੀ ਮਾਂ ਚੰਗੀ ਨਹੀਂ? ਲੜਾਈ ਤਾਂ ਉੱਥੇ ਵੀ ਹੋਈ। ਕਈ ਵਾਰ ਮੈਂ ਨਹੀਂ ਰੋਟੀ ਖਾਂਦੀ, ਲੜ ਪਈਆਂ, ਨਾਰਾਜ਼ ਹੈ, ਨਹੀਂ ਖਾਦੀ ਧੀ ਨੇ ਰੋਟੀ, ਰੋਟੀ ਖਾਏ ਬਿਨਾਂ ਚਲੇ ਗਈ ਸਕੂਲ ਕਾਲਜ, ਤੇ ਅੱਗੋਂ ਮਾਂ ਵੀ ਕਹਿੰਦੀ ਨਹੀਂ ਖੜੀ, ਨਾ ਖਾ, ਮੈਨੂੰ ਕੀ ਲੜਾਈ ਹੈ? ਕਿਉਂਕਿ ਪਰ ਜਦੋਂ ਚਲੇ ਗਈ ਉਦੋਂ ਮਾਂ ਨੇ ਵੀ ਰੋਟੀ ਨਹੀਂ ਖਾਧੀ, ਕਿਉਂਕਿ ਅੰਦਰਲਾ ਪਿਆਰ ਥੋੜਾ ਨਾ ਮਰਿਆ। ਵਿਚਾਰਾਂ ਦਾ ਤਕਰਾਰ ਹੈ ਨਾ, ਉਸ ਤਕਰਾਰ ਨੇ ਪਿਆਰ ਦਾ ਕਤਲ ਥੋੜਾ ਨਾ ਕੀਤਾ। ਪਿਆਰ ਤਾਂ ਉੱਥੇ ਹੀ ਖੜਾ ਹੈ। ਦੇਖੋ, ਤਕਰਾਰ ਵੀ ਉੱਥੇ ਹੀ ਖੜਾ ਹੈ। ਜਦੋਂ ਵਾਪਸ ਆਈ ਨਾ ਫਿਰ ਨਹੀਂ ਗੱਲ ਕਰਦੀ, ਪਰ ਨਾਲ ਹੀ ਆਪਣੇ ਘਰ ਵਾਲੇ ਨੂੰ ਜਾਂ ਆਪਣੇ ਬੱਚੇ ਨੂੰ ਕਹਿੰਦੀ, ਇਹਨੂੰ ਪੁੱਛ ਰੋਟੀ ਖਾ ਲਏ, ਕਿਉਂਕਿ ਆਪ ਪੁੱਛਣਾ ਨਹੀਂ, ਕਿਉਂਕਿ ਤਕਰਾਰ ਉੱਥੇ ਹੀ ਖੜਾ ਹੈ, ਪਰ ਪਿਆਰ ਵੀ ਉੱਥੇ ਹੀ ਖੜਾ ਹੈ। ਉਹਦੇ ਮਨ 'ਚ ਪ੍ਰਸ਼ਾਦਾ ਛਕ ਲਏ, ਮੇਰਾ ਨਾਂ ਨਾ ਲਿਓ। ਮੈਂ ਕਹਿੰਦਾ ਕਿ ਨੂੰਹ ਤੇ ਸੱਸ ਦੀ ਇਦਾਂ ਲੜਾਈ ਨਹੀਂ ਹੋ ਸਕਦੀ। ਤਕਰਾਰ ਹੋ ਸਕਦਾ ਹੈ, ਪਰ ਪਿਆਰ ਦਾ ਕਤਲ ਤੇ ਨਾ ਹੋਵੇ। ਜਦੋਂ ਅਸੀਂ ਆਪਣੇ ਫਰਜ਼ ਨਹੀਂ ਨਿਭਾਉਂਦੇ, ਹੱਕ ਮੰਗਦੇ ਆ ਨਾ, ਉਦੋਂ ਕੰਮ ਖਰਾਬ ਹੁੰਦਾ।
ਉਦੋਂ ਕੰਮ ਖਰਾਬ ਹੁੰਦਾ। ਮਾਂ ਦਾ ਫਰਜ਼ ਸੀ ਆਪਣੀ ਬੱਚੇ ਨੂੰ ਪਿਆਰ ਵੀ ਕਰਨਾ ਤੇ ਉਹਦੇ ਸੁੱਖ ਆਰਾਮ ਦਾ ਧਿਆਨ ਵੀ ਰੱਖਣਾ। ਉਹਨੇ ਉਹ ਫਰਜ਼ ਛੱਡਿਆ ਨਹੀਂ। ਫਿਰ ਕੀ ਜੇ ਤਕਰਾਰ ਹੋ ਗਈ, ਫਿਰ ਇਕੱਠੀਆਂ ਹੋ ਗਈਆਂ। ਹੁਣ ਜਦੋਂ ਅਸੀਂ ਫਰਜ਼ ਨਹੀਂ ਨਿਭਾਉਂਦੇ, ਹੱਕਾਂ ਦੀ ਗੱਲ ਕਰਦੇ ਹਾਂ, ਉਦੋਂ ਮੇਰ ਤੇਰ ਸ਼ੁਰੂ ਹੋ ਜਾਂਦੀ ਹੈ। ਮਾਲਕ ਰਹਿਮਤ ਕਰੇ ਇਸ ਗੁਰਬਾਣੀ ਰਾਹੀਂ ਜਿੱਥੇ ਅਸੀਂ ਅਧਿਆਤਮਕ ਰੂਪ ਦੇ ਵਿੱਚ ਸਿੱਖਿਆ ਲੈਣੀ ਵੀ ਰੱਬ ਜੀ ਨਾਲ ਕਿਵੇਂ ਸੰਬੰਧ ਜੋੜਨਾ ਹੈ, ਉਵੇਂ ਅਸੀਂ ਆਪਣੇ ਰਿਸ਼ਤਿਆਂ ਨੂੰ ਕਿਵੇਂ ਜੋੜਨਾ ਹੈ, ਉਸ ਗੱਲ ਦੀ ਵੀ ਸਾਨੂੰ ਸਮਝ ਆਵੇ। ਮਾਲਕ ਰਹਿਮਤ ਕਰੇ ਇੱਕ ਪਤਨੀ ਬੈਠੇ, ਉਹਨੂੰ ਵੀ ਸੁਨੇਹਾ ਮੇਰਾ ਮਾਲਕ ਦਿੰਦਾ ਹੈ, ਧੀਏ ਤੂੰ ਕੀ ਚਾਹੁੰਦੀ ਹੈ? ਸੱਚੇ ਪਾਤਸ਼ਾਹ ਮੈਂ ਤੇ ਇਹ ਚਾਹੁੰਦੀ ਹੈ ਕਿ ਮੇਰਾ ਘਰ ਵਾਲਾ ਤੇ ਮੇਰੇ ਵਿੱਚ ਪਿਆਰ ਬਣਿਆ ਰਹੇ। ਤੇ ਹਜ਼ੂਰ ਕਹਿਣ ਲੱਗੇ ਆਹ ਲੈ ਫਿਰ ਰੱਬ ਦਾ ਪ੍ਰਸ਼ਾਦ, ਧੁਰ ਕੀ ਬਾਣੀ ਹੈ ਨਾ, ਧੁਰੋਂ ਹੀ ਆਈ ਨਾ ਇਹ ਬਾਣੀ, ਇਹ ਰੱਬ ਦਾ ਪ੍ਰਸ਼ਾਦ ਹੈ, ਇਹ ਵੀ ਲੈ ਕੇ ਜਾਣਾ ਚਾਹੀਦਾ, ਦੂਸਰਾ ਤੇ ਲੈਣਾ ਹੀ ਆ ਅਸੀਂ। ਮੇਰੇ ਮਾਲਕ ਕਹਿਣ ਲੱਗੇ ਹੋਏ ਨਿਮਾਣੀ ਸੇਵਕ ਮਾਵੇਂ। ਤੂੰ ਇਹ ਚਾਹੁੰਦੀ ਹੈ ਨਾ ਕਿ ਪ੍ਰੀਤਮ ਦੇ ਮਨ ਵਿੱਚ ਪਿਆਰੀ ਲੱਗੇ, ਆ ਰੱਬ ਦਾ ਸੁਨੇਹਾ ਹੈ। ਹੋਏ ਨਿਮਾਣੀ ਸੇਵਕ ਮਾਵੇਂ ਤਾਂ ਪ੍ਰੀਤਮ ਹੋਵੇ ਮਨ ਪਿਆਰੀ। ਤਾਂ ਪ੍ਰੀਤਮ ਦੇ ਮਨ ਵਿੱਚ ਆਪੇ ਪਿਆਰੀ ਲੱਗੇਗੀ। ਸਹੁਰੇ ਘਰ ਜਾ ਰੱਜ ਕੇ ਸੇਵਾ ਕਰ, ਪਰ ਇੱਕ ਸ਼ਬਦ ਵਰਤਿਆ ਹੋਏ ਨਿਮਾਣੀ, ਕਿ 2 ਪ੍ਰਸ਼ਾਦੇ ਛਕਾ ਕੇ 4 ਵਜੇ ਸੁਣਾਤਾ ਵੀ ਮੈਂ ਹੀ ਖਵਾਏ ਤੁਹਾਨੂੰ, ਤੂੰ ਤਾਂ ਭੁੱਖੇ ਮਰਨਾ ਸੀ। ਗੜਬੜ ਹੋ ਗਈ, ਨਿਮਰਤਾ ਚਲੇ ਗਈ। ਸੋ ਜਦੋਂ ਅਸੀਂ ਏਦਾਂ ਆ ਜੋ ਪਾਵਨ ਬਚਨ ਨੇ ਨਾ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਇਹਨੂੰ ਪੜ੍ਹੀਏ, ਇਹਦੇ ਵਿੱਚੋਂ ਸਾਨੂੰ ਉਹ ਕੁਝ ਮਿਲੇਗਾ ਜੋ ਸਾਡੇ ਘਰ ਗ੍ਰਸਤੀ ਦੇ ਵਿੱਚ ਸੁੱਖ ਹੀ ਸੁੱਖ, ਆਨੰਦ ਹੀ ਆਨੰਦ ਭਰੇਗਾ। ਆਓ ਜੀ ਅਗਲੇ ਸ਼ਬਦ ਦੇ ਨਾਲ ਸਾਂਝ ਪਾਈਏ ਜੀ। ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ। ਨਿਰਭਉ ਭੈ ਮਨ ਹੋਏ ਹਉ ਮੈਂ ਮੈਲ ਗਵਾਇਆ ਬਲਰਾਮ ਜੀਓ। ਨਿਰਮਲ ਭਉ ਪਾਇਆ ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ। ਹਰ ਆਤਮ ਰਾਮ ਪਸਾਰਿਆ ਸੁਆਮੀ, ਸਰਬ ਰਹਿਆ ਪਰ ਪੂਰੇ। ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ। ਜਨ ਨਾਨਕ ਦੂਜੀ ਲਾਮ ਚਲਾਈ, ਅਨਹਦ ਸ਼ਬਦ ਵਜਾਏ। ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਦੂਜਾ ਪੜਾਅ ਜ਼ਿੰਦਗੀ ਦਾ। ਜਿਵੇਂ ਸਾਡੇ ਵਾਸਤੇ ਜਪਜੀ ਸਾਹਿਬ ਦੇ ਅੰਦਰ ਪਹਿਲੇ ਨੰਬਰ ਦੇ ਉੱਤੇ ਧਰਮ ਦੀ ਗੱਲ ਕੀਤੀ ਗਈ, ਧਰਮਖੰਡ ਦੀ, ਧਰਮ ਦਾ ਭਾਵ ਨਿਯਮਬੱਧ ਹੋ ਕੇ ਜ਼ਿੰਦਗੀ ਜਿਉਣੀ। ਇਵੇਂ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ। ਧਰਮ ਦ੍ਰਿੜੋ ਹਰ ਨਾਮ ਧਿਆਵੋ, ਸਿਮਰਤ ਨਾਮ ਦ੍ਰਿੜਾਇਆ। ਪ੍ਰਵਿਰਤੀ ਕਰਮ ਧਰਮ ਸਾਨੂੰ ਦ੍ਰਿੜ ਕਰਵਾ ਦਿੱਤਾ ਗਿਆ, ਲੇਕਿਨ ਜ਼ਿੰਦਗੀ ਦੇ ਵਿੱਚ ਧਰਮ ਉੱਥੇ ਕਾਇਮ ਰਹਿੰਦਾ ਜਿੱਥੇ ਗਿਆਨ ਦੀ ਪ੍ਰਾਪਤੀ ਹੋਵੇ। ਜਹਾਂ ਗਿਆਨ ਤਾਂ ਧਰਮ ਹੈ, ਨਹੀਂ ਤਾਂ ਫੋਕਟ ਕਰਮ ਥਾਂ ਲੈਣਗੇ, ਜੀਵਨ ਵਿੱਚ ਵਿਖਾਵਾ ਹੋਏਗਾ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾਲਤਾ ਕੀਤੀ ਕਿ ਜਿਸ ਧਰਮ ਨੂੰ, ਪ੍ਰਵਿਰਤੀ ਕਰਮ ਨੂੰ ਦ੍ਰਿੜ ਕਰਨ ਦੀ ਗੱਲ ਕੀਤੀ ਗਈ ਹੈ, ਉਹਦੀ ਪ੍ਰਾਪਤੀ ਕੇਵਲ ਤੇ ਕੇਵਲ ਸਤਿਗੁਰੂ ਰਾਹੀਂ ਪ੍ਰਾਪਤ ਹੋ ਸਕਦੀ ਹੈ। ਕਿਉਂਕਿ ਇਸ ਗੱਲ ਦੇ ਉੱਤੇ ਸਟ੍ਰੈਸ ਕੀਤਾ ਗਿਆ ਬਾਰ-ਬਾਰ, ਜੇ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਔਰ ਗੁਰੂ ਦੀ ਪ੍ਰਾਪਤੀ, ਗੁਰੂ ਦਾ ਮਿਲਾਪ ਰੱਬ ਦੀ ਕਿਰਪਾ ਨਾਲ ਹੋਣਾ। ਸਤਿਗੁਰੂ ਜੀ ਨੇ ਬਹੁਤ ਸਿੰਪਲ ਗੱਲ ਕੀਤੀ, ਕਹਿੰਦੇ ਜਿਵੇਂ ਘੜਾ ਬਣਾਉਣਾ ਹੋਵੇ ਨਾ ਘੁਮਿਆਰ ਨੇ, ਤੇ ਜਿੰਨਾ ਚਿਰ ਮਿੱਟੀ ਨੂੰ ਪੀ ਕੇ ਕੁੱਟ ਕੇ ਉਹਨੂੰ ਗਿੱਲੀ ਨਹੀਂ ਕਰੇਗਾ ਪਾਣੀ ਦੇ ਨਾਲ, ਉਹ ਸਟੋਰ ਕਰਨ ਵਾਸਤੇ ਘੜਾ ਨਹੀਂ ਤਿਆਰ ਹੋ ਸਕਦਾ। ਤੇ ਘੜੇ ਤੋਂ ਬਿਨਾਂ ਪਾਣੀ ਨਹੀਂ ਸੰਭਾਲਿਆ ਜਾ ਸਕਦਾ। ਪਾਣੀ ਨੂੰ ਸੰਭਾਲਣ ਵਾਸਤੇ ਘੜਾ ਚਾਹੀਦਾ, ਘੜੇ ਨੂੰ ਸੰਭਾਲਣ ਵਾਸਤੇ ਪਾਣੀ ਬਣਾਉਣ ਵਾਸਤੇ ਪਾਣੀ ਚਾਹੀਦਾ। ਮਨ ਨੂੰ ਕਾਬੂ ਕਰਨ ਵਾਸਤੇ ਗਿਆਨ ਚਾਹੀਦਾ, ਤੇ ਗਿਆਨ ਦੀ ਪ੍ਰਾਪਤੀ ਗੁਰੂ ਤੋਂ ਹੋਣੀ ਹੈ। ਇਸ ਕਰਕੇ ਗਿਆਨ ਦੀ ਪ੍ਰਾਪਤੀ ਵਾਸਤੇ ਗੁਰੂ ਦਾ ਸਿਮਰਨ, ਗੁਰੂ ਦੀ ਸਾਂਝ ਹੋਣੀ ਚਾਹੀਦੀ, ਗੁਰੂ ਨਾਲ ਜੁੜਨ ਦੀ ਗੱਲ ਹੋਣੀ ਚਾਹੀਦੀ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਇਹ ਜਿਹੜੀ ਸੋਝੀ ਬਖਸ਼ਿਸ਼ ਕੀਤੀ ਹੈ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ ਕਿ ਸਾਡੇ ਜੀਵਨ ਦੇ ਵਿੱਚ ਹੁਣ ਦੂਜੜੀ ਲਾਮ ਚੱਲੀ ਹੈ।
ਕੀ ਹੋਇਆ? ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ। ਹੇ ਰਾਮ ਪਰਮਾਤਮਾ ਵਾਹਿਗੁਰੂ ਜੀਓ, ਮੈਂ ਤੇਰੇ ਤੋਂ ਸਦਕੇ ਹਾਂ, ਬਲਿਹਾਰ ਹਾਂ ਕਿ ਤੂੰ ਸਾਨੂੰ ਸਤਿਗੁਰੂ ਪੁਰਖ ਦਾ ਮਿਲਾਪ ਕਰਵਾ ਦਿੱਤਾ ਹੈ। ਉਸ ਅਕਾਲ ਪੁਰਖ ਦੇ ਨਾਲ ਜੁੜਨ ਵਾਸਤੇ ਸਤਿਗੁਰੂ ਦਾ ਲੜ ਪਕੜਾ ਦਿੱਤਾ ਹੈ। ਕਿਉਂਕਿ ਦੇਖੋ, ਅਸੀਂ ਆਪਣੀ ਜ਼ਿੰਦਗੀ ਵਿੱਚ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਗੁਰੂ ਅੰਗਦ ਸਾਹਿਬ ਜੀ ਨੂੰ ਵੇਖੀਏ, ਜ਼ਿੰਦਗੀ ਦੇ ਕਈ ਸਾਲ ਉਹਨਾਂ ਨੇ ਜਗਰਾਤੇ ਕਰਦਿਆਂ, ਜੋਤਾਂ ਜਗਾਉਂਦਿਆਂ, ਭੇਟਾ ਗਾਉਂਦਿਆਂ, ਸੰਗ ਲੈ ਕੇ ਜਾਂਦਿਆਂ ਬਤੀਤ ਕੀਤੇ। ਲੇਕਿਨ ਅਖੀਰ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਤੇ ਉਹ ਅੱਜ ਪੂਜਨੀਕ ਬਣ ਗਏ, ਅੱਜ ਗੁਰੂ ਨਾਨਕ ਸਾਹਿਬ ਦਾ ਰੂਪ ਬਣ ਗਏ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ 20 ਵਾਰੀ ਯਤਨ ਕੀਤਾ, ਯਾਤਰਾਵਾਂ ਕੀਤੀਆਂ, ਪੁੰਨਦਾਨ ਕੀਤਾ, ਲੇਕਿਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵੀ ਗੁਰੂ ਅੰਗਦ ਸਾਹਿਬ ਜੀ ਦੀ ਸ਼ਰਨ ਵਿੱਚ ਆ ਕੇ ਆਪਣੀ ਜ਼ਿੰਦਗੀ ਨੂੰ ਜਦੋਂ ਸਮਰਪਿਤ ਕੀਤਾ ਤਾਂ ਉਹਨਾਂ ਨੂੰ ਇਹ ਦਾਤ ਪ੍ਰਾਪਤ ਹੋਈ ਕਿ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ, ਪਿਓ ਦਾਦੇ ਜਿਵੇਂ ਹਪੋਤਾ ਪ੍ਰਵਾਨ। ਇਹ ਚੌਥੇ ਪਾਤਸ਼ਾਹ ਜੀ ਨੇ ਆਪਣੀ ਜ਼ਿੰਦਗੀ ਨੂੰ ਸਮਰਪਿਤ ਕੀਤਾ। ਅੱਜ ਇੱਕ ਯਤੀਮ ਬੱਚਾ ਜਿਹੜਾ ਸੀ, ਉਂਗਲੀਆਂ ਵੇਚਣ ਦੇ ਲੈਵਲ ਦੇ ਉੱਤੇ ਕੰਮ ਕਰਨ ਵਾਲਾ, ਕਿਰਤ ਕਰਨ ਵਾਲਾ, ਅੱਜ ਨਾਨਕ ਤੂੰ ਲੈਣਾ ਤੂੰ, ਗੁਰ ਅਮਰ ਤੂੰ ਵਿਚਾਰਿਆ, ਗੁਰਡਿਠਾ ਤਾਂ ਮਨ ਸਧਾਰਿਆ। ਇੱਥੋਂ ਤੱਕ ਸੱਤੇ ਬਲਵਾਨ ਜੀ ਨੇ ਦਸਤਾਵੇਜ਼ ਲਿਖ ਕੇ ਪੇਸ਼ ਕੀਤਾ ਹੈ ਸੰਸਾਰ ਦੇ ਸਾਹਮਣੇ ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਇਹ ਕਿਰਪਾ ਕਿੱਥੋਂ ਹੋਈ? ਗੁਰੂ ਦੀ ਰਾਹੀਂ ਕਿਰਪਾ ਹੋਈ। ਔਰ ਗੁਰੂ ਇਹ ਕਪਾਟ ਖੋਲਦਾ ਹੈ। ਜਦੋਂ ਸਤਿਗੁਰੂ ਰਾਮਦਾਸ ਜੀ ਦੀ ਬਾਣੀ ਪੜ੍ਹੀਏ ਨਾ, ਤੇ ਬਾਣੀ ਪੜ੍ਹ ਕੇ ਸਭ ਤੋਂ ਵੱਡੀ, ਲੰਮੀ, ਸਭ ਤੋਂ ਜ਼ਿਆਦਾ ਨਵੀਂ ਵੋਕੈਬਲਰੀ, ਸ਼ਬਦਾਵਲੀ, ਵਿਸਥਾਰ ਉਹ ਧੰਨ ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚ ਹੈ। ਇੱਕ ਅਮੀਰ ਘਰ ਦਾ ਬੱਚਾ ਚੰਗੇ ਸਕੂਲ ਵਿੱਚ ਪੜ੍ਹ ਸਕਦਾ, ਚੰਗੇ ਕਾਲਜ ਵਿੱਚ ਪੜ੍ਹ ਸਕਦਾ, ਲੇਕਿਨ ਇਹ ਦਾਤ ਪ੍ਰਾਪਤ ਹੋਣੀ। ਮੈਂ ਬੱਚਿਆਂ ਨਾਲ ਇੱਕ ਦਿਨ ਗੱਲ ਕਰ ਰਿਹਾ ਸਾਂ, ਗੱਲ ਫਰੋਸ਼ ਕਰੇ ਬਹੁਤ ਤੇਰੀ। ਹੁਣ ਗੱਲ ਹਿੰਦੀ ਪੰਜਾਬੀ ਦਾ ਲਫ਼ਜ਼ ਹੈ, ਫਰੋਸ਼ ਫਾਰਸੀ ਦਾ। ਇੱਕੋ ਸ਼ਬਦ ਦੇ ਅੰਦਰ ਦੋ ਭਾਸ਼ਾਵਾਂ ਨੂੰ ਕੰਬਾਈਨਡ ਕਰ ਦੇਣਾ, ਇਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਦੇਣ ਹੈ। ਇਹ ਪੱਧਰ ਹੈ, ਉਹਨਾਂ ਦਾ ਲੈਵਲ ਹੈ ਐਜੂਕੇਸ਼ਨ ਦਾ, ਜੋ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਖੋਲ੍ਹਿਆ ਉਹਨਾਂ ਦੇ ਅੰਦਰ ਤੇ ਸਾਨੂੰ ਬਖਸ਼ਿਸ਼ ਕੀਤਾ। ਇਸ ਕਰਕੇ ਕਹਿੰਦੇ ਜਿਹੜਾ ਮੈਨੂੰ ਪ੍ਰਾਪਤ ਹੋਇਆ ਨਾ, ਅੱਜ ਤੁਹਾਨੂੰ ਵੀ ਪ੍ਰਾਪਤ ਹੋ ਸਕਦਾ। ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ। ਤੇ ਉਹਨੇ ਸਤਿਗੁਰੂ ਦੇ ਪੁਰਖ ਦੇ ਮਿਲਾਪ ਨੇ ਸਾਡਾ ਕੀ ਜੀਵਨ ਦਿੱਤਾ ਸਾਨੂੰ? ਨਿਰਭਉ ਭੈ ਮਨ ਹੋਏ। ਜ਼ਿੰਦਗੀ ਦੇ ਵਿੱਚ ਨਿਰਭੈਤਾ ਪ੍ਰਾਪਤ ਹੋ ਗਈ, ਨਿਡਰਤਾ ਪ੍ਰਾਪਤ ਹੋ ਗਈ, ਕਿਉਂਕਿ ਡਰਨਾ ਵੀ ਪ੍ਰਵਾਨ ਨਹੀਂ ਤੇ ਡਰਾਉਣਾ ਵੀ ਪ੍ਰਵਾਨ ਨਹੀਂ। ਇੱਥੇ ਮੀਰੀ ਪੀਰੀ ਦਾ ਸੰਕਲਪ ਹੈ ਨਾ ਕਿ ਸਾਧੂ ਤੇ ਸ਼ਾਸਤਰ ਦੇ ਦੋਨੋਂ ਇਕੱਠੇ ਕੀਤੇ ਗਏ। ਸਮਾਧੀ ਇਹ ਵੀ ਲੱਗੀ ਹੋਵੇ, ਲਗਨ ਦੇ ਨਾਲ ਜੁੜਿਆ ਹੋਵੇ ਮਨੁੱਖ ਅੰਦਰ, ਤੇ ਨਾਲ ਸ਼ਾਸਤਰ, ਸਭ ਕੁਝ ਗੁਰੂ ਸਾਹਿਬ ਨੇ ਸਾਨੂੰ ਇੱਕੋ ਥਾਂ ਤੇ ਦਿੱਤਾ, ਇੱਕੋ ਜੀਵਨ ਵਿੱਚ ਦਿੱਤਾ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਜੀਵਨ ਜਾਚ ਜਿਹੜੀ ਦਿੱਤੀ ਹੈ ਨਾ, ਸਤਿਗੁਰੂ ਜੀ ਨੇ, ਸਤਿਗੁਰੂ ਕਹਿੰਦੇ ਉਹ ਭੈ ਕਾਹੂ ਕੋ ਦੇਤ ਨੇ ਨਹਿ ਭੈ ਮਨ ਧਿਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ, ਕਿਉਂਕਿ ਨਿਰਭਉ ਜਪੈ ਸਗਲ ਭਉ ਮਿਟੈ। ਜ਼ਿੰਦਗੀ ਦੇ ਅੰਦਰ ਨਿਰਭੈਤਾ ਪ੍ਰਾਪਤ ਹੋ ਗਈ। ਜਿਹੜਾ ਬੰਦਾ ਨਿਰਭੈ ਹੋਏਗਾ ਨਾ, ਉਹੀ ਨਿਡਰਤਾ ਦੇ ਨਾਲ ਧਰਮ ਦੀ ਦ੍ਰਿੜਤਾ ਨੂੰ ਪ੍ਰਾਪਤ ਕਰੇਗਾ। ਧਰਮ ਦ੍ਰਿੜਾਇਆ ਬਲਰਾਮ ਜੀ ਉਹਦੀ ਗੱਲ ਉਹ ਕਰ ਸਕਦਾ ਜਿਹੜਾ ਨਿਰਭੈ ਹੋ ਕੇ ਜ਼ਿੰਦਗੀ ਬਤੀਤ ਕਰ ਸਕਦਾ। 7 ਸਾਲ ਤੇ 9 ਸਾਲ ਦੇ ਸਾਹਿਬਜ਼ਾਦਿਆਂ ਨੂੰ ਕਿੰਨਾ ਆਫਰ ਕੀਤਾ ਜਾ ਰਿਹਾ, ਕਿੰਨੇ ਡਰਾਵੇ ਦਿੱਤੇ ਜਾ ਰਹੇ ਹੈ। ਬੰਦਾ ਸਿੰਘ ਬਹਾਦਰ ਦੇ ਪੁੱਤਰ ਦੇ 4 ਟੋਟੇ ਕਰਕੇ ਮੂੰਹ ਤੇ ਮਾਰੇ ਉਹਨੇ। ਕਹਿੰਦੇ ਹੁਣ ਦੱਸ, ਕਹਿੰਦੇ ਦੱਸਣਾ ਕੀ ਹੈ, ਕਰ, ਇਹ ਤੋਂ ਉੱਪਰ ਜੋ ਕਰ ਸਕਦਾ ਉਹ ਵੀ ਕਰ। ਉਹਨੇ ਜੰਬੂਰ ਲੈ ਕੇ ਅੱਖਾਂ ਕੱਢ ਦਿੱਤੀਆਂ, ਮਾਸ ਨੋਚ ਦਿੱਤਾ, 9 ਨੋਚ ਦਿੱਤੇ, ਲੇਕਿਨ ਫਿਰ ਵੀ ਟਸ ਤੋਂ ਮਸ ਨਹੀਂ ਹੋਇਆ। ਉਹ ਕਿਉਂ ਨਹੀਂ ਹੋਇਆ? ਕਿਉਂਕਿ ਜ਼ਿੰਦਗੀ ਦੇ ਅੰਦਰ ਨਿਰਭਉ ਭੈ ਮਨ ਹੋਏ। ਆਪਣੀ ਜ਼ਿੰਦਗੀ ਵਿੱਚ ਰੱਬ ਦਾ ਭਉ ਪ੍ਰਾਪਤ ਕਰਕੇ ਤੇ ਜ਼ਿੰਦਗੀ ਨਿਡਰਤਾ ਵੱਲ ਤੁਰ ਪਈ, ਨਿਰਭੈ ਮਨ ਹੋ ਗਿਆ। ਹਉ ਮੈਂ ਮੈਲ ਗਵਾਇਆ ਬਲਰਾਮ ਜੀਓ। ਜ਼ਿੰਦਗੀ ਅੰਦਰ ਜਿਹੜਾ ਹੰਕਾਰ ਦਾ ਬਣਿਆ ਪਿਆ ਸੀ ਨਾ ਵਾਤਾਵਰਨ, ਹੰਕਾਰ ਦੀ ਮੈਲ ਭਰੀ ਪਈ ਸੀ। ਹਉ ਮੈਂ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਜਿਵੇਂ ਦਿਨ ਤੇ ਰਾਤ ਇਕੱਠੇ ਨਹੀਂ ਵੇਖ ਸਕਦੇ ਅਸੀਂ, ਜਾਂ ਤਾਂ ਦਿਨ ਵੇਖਾਂਗੇ ਜਾਂ ਰਾਤ ਵੇਖਾਂਗੇ। ਦੁਨੀਆ ਦਾ ਕੋਈ ਵੱਡੇ ਤੋਂ ਵੱਡਾ ਸਕਾਲਰ, ਸਾਇੰਸਦਾਨ ਐਸਾ ਨਹੀਂ ਕਹਿ ਸਕਦਾ ਮੈਂ ਦਿਨ ਤੇ ਰਾਤ ਇਕੱਠੇ ਵੇਖੇ। ਇਵੇਂ ਰੱਬ ਤੇ ਹਉਮੈ ਦੋਨੋਂ ਇਕੱਠੇ ਨਹੀਂ ਵੇਖੇ ਜਾ ਸਕਦੇ। ਜਾਂ ਤਾਂ ਰੱਬ ਹੋ ਸਕਦਾ ਹੈ ਜਾਂ ਹੰਕਾਰ ਹੋ ਸਕਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਸਾਡੇ ਤੇ ਉਹਨੇ ਕਿਰਪਾ ਕਰ ਦਿੱਤੀ, ਬਖਸ਼ਿਸ਼ ਕਰ ਦਿੱਤੀ। ਜਗਿਆਸੂ ਉੱਤੇ, ਜੀਵ ਇਸਤਰੀ ਉੱਤੇ, ਦੰਪਤੀ ਉੱਤੇ ਨਿਰਭਉ ਭੈ ਮਨ ਹੋਏ, ਹਉਮੈ ਮੈਲ ਗਵਾਇਆ ਬਲਰਾਮ ਜੀਓ। ਹੇ ਰਾਮ, ਮੈਂ ਤੇ ਤੋਂ ਸਦਕੇ ਹਾਂ
ਕਿ ਤੂੰ ਸਾਡੇ ਜੀਵਨ ਵਿੱਚ ਨਿਰਭੈਤਾ ਪੈਦਾ ਕਰਕੇ, ਨਿਡਰਤਾ ਪੈਦਾ ਕਰਕੇ, ਕਾਇਰਤਾ ਨੂੰ ਦੂਰ ਕਰਕੇ ਸਾਨੂੰ ਦ੍ਰਿੜਤਾ ਦੇ ਕੇ ਸਾਡੇ ਜੀਵਨ ਦੇ ਵਿੱਚ ਹਉਮੈ ਦੀ ਮੈਲ ਨੂੰ ਖਤਮ ਕਰ ਦਿੱਤਾ। ਨਿਰਮਲ ਭਉ ਪਾਇਆ, ਜੀਵਨ ਦੇ ਵਿੱਚ ਭਉ ਕਿਹੜਾ ਪ੍ਰਾਪਤ ਕੀਤਾ? ਨਿਰਮਲਤਾ ਵਾਲਾ। ਇਹ ਨਹੀਂ ਵੀ ਪਤੀ ਪਰਮੇਸ਼ਰ ਬਣ ਗਿਆ, ਰਾਤ ਨੂੰ ਸ਼ਰਾਬ ਪੀ ਕੇ ਅੱਧੀ ਰਾਤ ਨੂੰ ਬੜਿਆ ਮੈਂ ਪਰਮੇਸ਼ਰ ਆ ਤੇ ਮੇਰੀ ਪੂਜਾ ਕਰ। ਐਸਾ ਕੋਈ ਵਾਤਾਵਰਨ ਨਹੀਂ ਸਿੱਖ ਧਰਮ ਦੇ ਅੰਦਰ। ਇੱਥੇ ਬਰਾਬਰਤਾ ਦੀ ਗੱਲ ਕੀਤੀ ਗਈ ਹੈ। ਇੱਥੇ ਔਰਤ ਮਰਦਾਂ ਸਾਜੇ ਇਹ ਸਭ ਰੂਪ ਤੁਮਾਰੇ, ਕਬੀਰ ਪੂੰਗਰਾ ਰਾਮ ਅੱਲਾ ਕਾ ਸਭ ਗੁਰ ਪੀਰ ਹਮਾਰੇ। ਸਾਰਿਆਂ ਦੇ ਅੰਦਰ ਉਹ ਪ੍ਰਮਾਤਮਾ ਦੀ ਜੋਤ ਹੈ। ਇਸ ਕਰਕੇ ਦੋਹਾਂ ਨੇ ਨਿਰਮਲ ਭਾਵ ਵਿੱਚ ਜ਼ਿੰਦਗੀ ਬਤੀਤ ਕਰਨੀ ਹੈ। ਪ੍ਰਮਾਤਮਾ ਦਾ ਨਿਰਮਲ ਭਾਵ ਜੋ ਹੈ ਉਹਨੂੰ ਲੈ ਕੇ ਜ਼ਿੰਦਗੀ ਜਿਉਣੀ ਹੈ। ਨਿਰਮਲ ਭਾਵ ਪਾਇਆ, ਕੀ ਕੀਤਾ ਫਿਰ? ਹਰ ਗੁਣ ਗਾਇਆ, ਹਰੀ ਦੇ ਗੁਣਾਂ ਨੂੰ ਗਾਇਆ, ਉਹਨੂੰ ਗਾਇਨ ਕੀਤਾ। ਤੇ ਗਾਇਨ ਕਰਨ ਤੋਂ ਬਾਅਦ ਕਿਹੜੀ ਅਵਸਥਾ ਪ੍ਰਾਪਤ ਕੀਤੀ? ਹਰ ਵੇਖੈ ਰਾਮ ਹਦੂਰੇ। ਇੱਥੇ ਤਾਂ ਰੱਬ ਨੂੰ ਸਮਝਦੇ ਸੀ ਵੀ ਕੇਵਲ ਗੁਰਦੁਆਰੇ 'ਚ ਰਹਿੰਦਾ, ਮੰਦਿਰ ਵਿੱਚ ਰਹਿੰਦਾ, ਮਸਜਿਦ ਵਿੱਚ ਰਹਿੰਦਾ, ਚਰਚ ਵਿੱਚ ਰਹਿੰਦਾ। ਹੁਣ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ। ਦੇਖੋ ਨਾ, ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਕਿੱਡੀ ਕਮਾਲ ਦੀ ਗੱਲ ਕੀਤੀ। ਕਹਿੰਦੇ ਜੇ ਜੀਵਨ ਵਿੱਚ ਆਪਾਂ ਇਸਤਰੀ ਪੁਰਸ਼ ਦਾ ਵੀ ਵਿਤਕਰਾ ਕਰਦਾ ਸਮਾਜ, ਦੇਖੋ ਨਾ, ਘਰ 'ਚ ਧੀ ਜੰਮੇ ਤੇ ਸਾਡਾ ਮਾਹੌਲ ਹੋਰ ਹੁੰਦਾ, ਪੁੱਤਰ ਜੰਮੇ ਤੇ ਲੱਡੂ ਵੰਡੇ ਜਾਂਦੇ, ਪਹਿਲੇ ਦਿਨ ਤੋਂ ਹੀ ਕੰਮ ਸ਼ੁਰੂ ਹੋ ਜਾਂਦਾ। ਲੇਕਿਨ ਸਤਿਗੁਰੂ ਕਹਿੰਦੇ ਇੱਕ DC, ਇੱਕ ਮੁੱਖ ਮੰਤਰੀ ਦਿੱਲੀ ਦਾ ਹੋਵੇ, ਇੱਕ ਮੁੱਖ ਮੰਤਰੀ ਪੰਜਾਬ ਦਾ ਹੋਵੇ, ਦੋਨੋਂ ਮੁੱਖ ਮੰਤਰੀ ਨੇ। ਪੰਜਾਬ ਦੇ ਮੁੱਖ ਮੰਤਰੀ ਦਾ ਜਿਹੜਾ ਬੰਗਲਾ ਰਹਿਣ ਦਾ, ਉਹਦੀ ਆਰਕੀਟੈਕਚਰ ਸਿਸਟਮ ਦੇ ਨਾਲ ਨਮੂਨਾ ਜਿਹੜਾ ਤਿਆਰ ਕੀਤਾ, ਉਹ ਆਪਣੀ ਕਿਸਮ ਦਾ ਤਿਆਰ ਕੀਤਾ, ਉਹਦਾ ਮੂੰਹ ਚੜ੍ਹਦੇ ਵੱਲ ਨੂੰ ਕਰ ਦਿੱਤਾ। ਜਿਹੜਾ ਦਿੱਲੀ ਦੇ ਮੁੱਖ ਮੰਤਰੀ ਦਾ ਤਿਆਰ ਕੀਤਾ, ਉਹਦਾ ਮੂੰਹ ਪੱਛਮ ਵੱਲ ਨੂੰ ਕਰ ਦਿੱਤਾ, ਉਹਦਾ ਨਮੂਨਾ ਹੋਰ ਤਿਆਰ ਕੀਤਾ। ਲੇਕਿਨ ਦੋਹਾਂ 'ਚ ਬੈਠਾ ਕੌਣ ਹੈ? ਮੁੱਖ ਮੰਤਰੀ। ਦੋਹਾਂ ਦਾ ਅਹੁਦਾ ਬਰਾਬਰ ਹੈ। ਸਤਿਗੁਰੂ ਕਹਿੰਦੇ ਇੱਕ ਢਾਂਚਾ ਉਹਨੇ ਇਸਤਰੀ ਦਾ ਤਿਆਰ ਕੀਤਾ ਬੰਗਲਾ, ਇੱਕ ਮਨੁੱਖ ਦੇ ਰੂਪ ਵਿੱਚ ਤਿਆਰ ਕੀਤਾ ਬੰਗਲਾ, ਲੇਕਿਨ ਦੋਹਾਂ 'ਚ ਕੌਣ ਪ੍ਰਕਾਸ਼ਮਾਨ ਹੈ? ਰੱਬ। ਤੇ ਕਹਿੰਦੇ ਹੁਣ ਮੈਂ ਜਦੋਂ ਝਾਤ ਮਾਰ ਕੇ ਵੇਖਦਾ, ਕਿਸ ਤੂੰ ਪੁਰਖ ਜੋਰੂ ਕੌਣ ਕਹੀਏ, ਸਰਬ ਨਿਰੰਤਰ ਰੱਬ ਰਿਹਾ। ਮੈਂ ਹੁਣ ਕਿਹਨੂੰ ਇਸਤਰੀ ਆਖਾਂ ਤੇ ਕਿਹਨੂੰ ਪੁਰਸ਼ ਆਖਾਂ, ਕਿਉਂਕਿ ਸਾਰਿਆਂ ਦੇ ਅੰਦਰ ਤੂੰ ਵਿਆਪਕ ਹੈ। ਇਸ ਕਰਕੇ ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ। ਉਹਨੂੰ ਫਿਰ ਹਾਜ਼ਰ ਨਾਜ਼ਰ ਸਮਝਣਾ, ਆਪਣੀ ਪਤਨੀ ਵਿੱਚੋਂ ਵੀ ਦਰਸ਼ਨ ਕਰਨੇ ਤੇ ਪਤਨੀ ਨੇ ਪਤੀ ਵਿੱਚੋਂ ਦਰਸ਼ਨ ਕਰਨੇ। ਜਿਵੇਂ ਇੱਕ ਭਗਤ ਦਾ ਤੇ ਪ੍ਰਮਾਤਮਾ ਦਾ ਪਿਆਰ ਹੈ ਨਾ, ਉਹ ਪਿਆਰ ਆਪਣੇ ਅੰਦਰ ਪ੍ਰਾਪਤ ਕਰਨਾ, ਉਹ ਪਿਆਰ ਆਪਣੇ ਅੰਦਰ ਪੈਦਾ ਕਰਨਾ। ਇੰਨੀ ਮਿੱਤਰਤਾ ਹੀ ਪੈਦਾ ਹੋਵੇ ਪਤੀ ਪਤਨੀ ਵਿੱਚ ਕਿ ਜਿਨ੍ਹਾਂ ਦਸੰਦੜਿਆਂ ਦੁਰਮਤ ਬੰਝੈ, ਮਿੱਤਰ ਅਸਾਡੜੇ ਸਹੀ। ਹੋਂ ਢੁਢੇਂਦੀ ਜਗ ਸਵਾਇਆ, ਜਾਂ ਨਾਨਕ ਬਿਰਲੇ ਕਹੀ ਕਿ ਪਤਨੀ ਪਤੀ ਦੇ ਦਰਸ਼ਨ ਕਰੇ, ਦੁਰਮਤ ਦਾ ਨਾਸ਼ ਹੋ। ਪਤਨੀ ਪਤੀ ਦੇ ਦਰਸ਼ਨ ਕਰੇ, ਦੁਰਮਤ ਦਾ ਨਾਸ਼ ਹੋਵੇ। ਪਤੀ ਪਤਨੀ ਦੇ ਦਰਸ਼ਨ ਕਰੇ, ਉਹਦੇ ਅੰਦਰੋਂ ਦੁਰਮਤ ਦਾ ਨਾਸ਼ ਹੋਵੇ। ਐਡਾ ਨਿਰਮਲ ਜੀਵਨ, ਨਿਰਮਲ ਭਉ ਪਾਇਆ, ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ। ਫਿਰ ਹਰ ਆਤਮ ਰਾਮ ਪਸਾਰਿਆ ਸੁਆਮੀ। ਉਹ ਪ੍ਰਮਾਤਮਾ ਜਿਹੜਾ ਸਾਡੇ ਅੰਦਰ ਵੱਸਦਾ ਸੀ ਨਾ, ਫਿਰ ਸਰਬ ਵਿਆਪਕ ਨਜ਼ਰ ਆ ਗਿਆ, ਸਾਰੇ ਪਾਸੇ ਨਜ਼ਰ ਆ ਗਿਆ। ਨਹੀਂ ਤਾਂ ਬੰਦਾ ਕੀ ਕਰਦਾ? ਦੂਜਿਆਂ ਨੂੰ ਕਾਫਰ ਕਹਿੰਦਾ। ਗੁਰੂ ਨਾਨਕ ਸਾਹਿਬ ਜਦੋਂ ਮੱਕੇ 'ਚ ਗਏ ਨਾ, ਉਹਨਾਂ ਨੇ ਉੱਥੇ 4 ਕੁ ਗੱਲਾਂ ਸਮਝੀਆਂ। ਪਹਿਲੇ ਨੰਬਰ ਦੇ ਉੱਤੇ ਰੱਬ ਕੈਦ ਨਹੀਂ ਕੀਤਾ ਜਾ ਸਕਦਾ ਕਿਸੇ ਧਾਰਮਿਕ ਅਦਾਰੇ ਵਿੱਚ, ਨਾ ਗੁਰਦੁਆਰੇ ਵਿੱਚ, ਨਾ ਮੰਦਿਰ, ਨਾ ਮਸਜਿਦ, ਨਾ ਚਰਚ, ਕਿਸੇ ਥਾਂ ਤੇ ਵੀ ਰੱਬ ਸਰਬ ਵਿਆਪੀ ਮੰਨੋ। ਤੁਹਾਡੀ ਕੁਰਾਨ ਸ਼ਰੀਫ ਕਹਿੰਦੀ ਨੰਬਰ 2 ਦੇ ਉੱਤੇ ਸੰਗੀਤ ਹਰਾਮ ਨਹੀਂ, ਇੱਕ ਸਾਧਨ ਹੈ, ਪਰਪਜ ਨਹੀਂ। ਪਰਪਜ ਪ੍ਰਮਾਤਮਾ ਦਾ ਮਿਲਾਪ ਹੈ। ਇਹ ਪਾਤਰ ਹੈ, ਭਾਂਡਾ ਹੈ। ਨੰਬਰ 3 ਦੇ ਉੱਤੇ ਦੂਜਿਆਂ ਨੂੰ ਕਾਫਰ ਨਾ ਆਖੋ। ਤੁਹਾਡੇ ਵਿੱਚੋਂ ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਖਾਲਕ ਖਲਕ ਮੈਂ, ਖਲਕ ਬਸੇ ਰੱਬ ਮਾਹੇ, ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾਹੀਂ। ਜਿਹੜਾ ਵੰਡ ਕੇ ਛਕਣ ਦੀ ਗੱਲ ਹੈ ਨਾ, ਉਹ ਉਹਨਾਂ ਲੋਕਾਂ ਵਿੱਚ ਆ ਸਕਦੀ ਜਿਹੜੇ ਖਾਲਕ ਨੂੰ ਪਿਆਰ ਕਰਨ ਵਾਲੇ ਲੋਕ ਨੇ। ਜਿਹੜੇ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾਏ। ਜਿਹੜੇ ਦੂਜੇ ਨੂੰ ਕਾਫਰ ਕਹਿੰਦੇ, ਉਹਨੂੰ ਪਾਣੀ ਪਿਲਾਣਗੇ, ਉਹ ਛਬੀਲਾ ਲਾ ਕੇ ਬੈਠਣਗੇ, ਉਹ ਲੰਗਰ ਦੀ ਸੇਵਾ ਕਰਨਗੇ, ਉਹ ਦਵਾਈਆਂ ਦੀ ਸੇਵਾ ਕਰਨਗੇ। ਕਰੋਨਾ ਕਾਲ ਦੇ ਵਿੱਚ ਜਿਵੇਂ ਸੜਕਾਂ ਦੇ ਉੱਤੇ ਲੋਕਾਂ ਨੂੰ ਲੰਮੇ ਪਾ ਕੇ ਆਕਸੀਜਨ ਲਾਈ ਤੁਸੀਂ, ਉਹ ਕਾਰਜ ਕਾਫਰ ਕਹਿਣ ਵਾਲਾ ਨਹੀਂ ਨਿਭਾ ਸਕਦਾ, ਉਹ ਤਾਂ ਖੋ ਸਕਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਹਰ ਵੇਖੈ ਰਾਮ ਹਦੂਰੇ, ਹਰ ਆਤਮ ਰਾਮ ਪਸਾਰਿਆ ਸੁਆਮੀ, ਸਰਬ ਰਿਹਾ ਭਰਪੂਰੇ। ਰੱਬ ਦੀ ਜੋਤ ਨੂੰ ਸਰਬ ਵਿਆਪੀ ਮੰਨਣਾ। ਸਰਬ ਵਿਆਪਕਤਾ ਦੇ ਵਿੱਚ ਜਦੋਂ ਅਸੀਂ ਸਰਬ ਵਿਆਪੀ ਪਤਨੀ ਵਿੱਚੋਂ ਵੀ ਦਰਸ਼ਨ ਕਰਾਂਗੇ, ਆਪਣੇ ਵਿੱਚੋਂ ਵੀ ਦਰਸ਼ਨ ਕਰਾਂਗੇ, ਮਨੁੱਖਤਾ ਵਿੱਚੋਂ ਵੀ ਦਰਸ਼ਨ ਕਰਾਂਗੇ, ਸਾਡਾ ਪਿਆਰ ਸਰਬੱਤ ਦੇ ਭਲੇ ਵਾਸਤੇ, ਸਾਡਾ ਪਿਆਰ ਉਮੜੇਗਾ, ਸਰਬੱਤ ਦੇ ਭਲੇ ਵਾਸਤੇ ਸਾਡੀ ਬਿਰਤੀ ਤਿਆਰ ਹੋਏਗੀ। ਅੰਤਰ ਬਾਹਰ ਹਰ ਪ੍ਰਭ ਏਕੋ। ਫਿਰ ਅੰਦਰ ਤੇ ਬਾਹਰ, ਘਰ ਵਿੱਚ ਬੈਠਿਆਂ ਵੀ ਤੇ ਬਾਹਰ ਵੀ ਇੱਕੋ ਨਜ਼ਰ ਆਏਗਾ। ਦੇਖੋ ਨਾ, ਜਦੋਂ ਭਗਤ ਛੱਜੂ ਜੀ ਆਏ,
ਗੁਰੂ ਸਾਹਿਬ ਜੀ ਨੂੰ ਕਹਿਣ ਲੱਗੇ ਸਾਡਾ ਕਲਾਮ ਦਰਜ ਕਰੋ। ਬਾਕੀ ਵੀ ਆਏ ਸਨ, ਸਾਰਿਆਂ ਤੋਂ ਸੁਣਿਆ, ਉਹ ਤੋਂ ਸੁਣਿਆ। ਉਹ ਕਹਿਣ ਲੱਗਾ ਜੋ ਸੁਖ ਛੱਜੂ ਦੇ ਚੁਬਾਰੇ, ਨਾ ਬਲਖ ਨਾ ਬਖਾਰੇ। ਦੂਜੀ ਗੱਲ ਉਹਨੇ ਕਿ ਕਾਗਜ਼ ਸੰਧੀ ਪੁੱਤਰੀ ਤੋਂ ਨਾ ਤਿਰਿਆ ਨਿਹਾਰ। ਤੇ ਉਹ ਬੜਾ ਤਰਾ ਕਰਦਾ ਸੀ। ਤੇ ਸਤਿਗੁਰੂ ਕਹਿਣ ਲੱਗੇ ਤੂੰ ਇਹ ਗੱਲ ਕਹਿੰਦਾ ਵੀ ਜੋ ਸੁਖ ਛੱਜੂ ਦੇ ਚੁਬਾਰੇ, ਨਾ ਬਲਖ ਨਾ ਬੁਖਾਰੇ। ਜਿਹੜਾ ਜੀਵਨ ਇੱਕ ਪ੍ਰਚਾਰਕ ਨੂੰ ਧਰਮ ਦਾ ਪ੍ਰਚਾਰ ਕਰਨ ਵਾਸਤੇ ਮਨੁੱਖਤਾ ਦੀ ਸੇਵਾ ਕਰਦਿਆਂ ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ। ਇਹ ਜੋ ਕਠਿਨ ਜ਼ਿੰਦਗੀ ਜਿਉਣੀ ਪੈਂਦੀ ਹੈ, ਇਹ ਤੂੰ ਨਿਭਾ ਸਕਦਾ? ਤੂੰ ਧਰਮ ਦੀ ਦੁਨੀਆ ਵਿੱਚ ਚੱਲ ਸਕਦਾ? ਉਹ ਕਹਿਣ ਲੱਗਾ ਤੁਸੀਂ ਕੀ ਸਮਝਦੇ ਹੋ? ਸਤਿਗੁਰੂ ਕਹਿੰਦੇ ਮੇਰੇ ਨਾਨਾ ਗੁਰੂ ਜੀ ਨੇ ਗੱਲ ਕੀਤੀ ਹੈ, ਪ੍ਰਮਾਣ ਕੀਤਾ ਹੈ। ਜੈ ਬੈਸਾਲੈ ਤੈ ਬੈਸਾ ਸੁਆਮੀ, ਜੈ ਭੇਜੈ ਤੈ ਜਾਵਾਂ, ਸਭ ਨਗਰੀ ਮੈਂ ਏਕੋ ਰਾਜਾ, ਸਭੇ ਪਵਿੱਤ ਹੈ ਥਾਵਾਂ। ਸਾਨੂੰ ਸਤਿਗੁਰੂ ਨੇ ਸਿੱਖਿਆ ਦਿੱਤੀ ਘਰ ਬਾਹਰ ਤੇਰਾ ਪ੍ਰਵਾਸਾ, ਤੂੰ ਜਨ ਕੈ ਹੈ ਸੰਗ, ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ ਹਰ ਰੰਗ, ਜਨ ਕੋ ਪ੍ਰਭ ਆਪਣੇ ਕਾ ਤਾਣ, ਜੋ ਤੂੰ ਕਰੈ ਕਰਾਵੇ ਸੁਆਮੀ, ਸਭ ਮਸਲਤ ਪ੍ਰਵਾਨ। ਗੁਰਸਿੱਖੀ ਦਾ ਕਰਮ ਇਹ, ਗੁਰ ਫਰਮਾਏ ਗੁਰਸਿੱਖ ਕਰਨਾ। ਭਾਈ ਗੁਰਦਾਸ ਜੀ ਕਹਿੰਦੇ ਗੁਰਸਿੱਖੀ ਦਾ ਕਰਮ ਕੀ ਹੈ? ਜੋ ਗੁਰੂ ਨੇ ਫਰਮਾਨ ਕੀਤਾ ਨਾ, ਗੁਰਸਿੱਖ ਨੇ ਉਹ ਨਿਭਾਉਣਾ। ਇਸ ਕਰਕੇ ਅੰਤਰ ਬਾਹਰ, ਅੰਦਰ ਤੇ ਬਾਹਰ ਹਰ ਪ੍ਰਭ ਏਕੋ, ਘਰ ਬੈਠਿਆਂ ਵੀ ਉਹਦਾ ਆਸਰਾ, ਬਾਹਰ ਤੁਰਿਆਂ ਵੀ ਉਹਦਾ ਆਸਰਾ, ਮਿਲ ਹਰ ਜਨ ਮੰਗਲ ਗਾਏ। ਜਿਹੜੇ ਹਰ ਜਨ ਨੇ, ਪ੍ਰਭੂ ਦੇ ਸੇਵਕ ਨੇ, ਉਹਨਾਂ ਨਾਲ ਬੈਠ ਕਰਕੇ ਖੁਸ਼ੀ ਦੇ ਗੀਤ ਗਾਏ, ਸੋਲੇ ਗਾਏ, ਉਹਦੀ ਉਸਤਤ ਕੀਤੀ ਰੱਬ ਦੀ। ਜਨ ਨਾਨਕ ਦੂਜੀ ਲਾਮ ਚਲਾਈ, ਦਾਸ ਨਾਨਕ। ਹੁਣ ਇਹ ਸਾਨੂੰ ਫਰਮਾਨ ਕਰਦੇ ਨੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਚੌਥੇ ਜਾਮੇ ਦੇ ਵਿੱਚ, ਇਹ ਦੂਜੀ ਲਾਮ ਜਗਿਆਸੂ ਜੀਵ ਇਸਤਰੀ ਦੀ ਚੱਲੀ, ਅਨਹਦ ਸ਼ਬਦ ਬਜਾਏ। ਕਿ ਉਹਦੇ ਅੰਦਰ ਇੱਕ ਰਸ ਪ੍ਰਭੂ ਦਾ ਸ਼ਬਦ, ਉਹਦਾ ਹੁਕਮ ਜਿਹੜਾ ਵੱਜਣ ਲੱਗ ਪਿਆ, ਭਾਵ ਉਹ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਉਹਨੇ। ਉਹ ਸਦਾ ਵਾਸਤੇ, ਸਦੀਵ ਕਾਲ ਵਾਸਤੇ ਉਸ ਸ਼ਬਦ ਦੀ ਰਾਹੀਂ ਪ੍ਰਮਾਤਮਾ ਦੇ ਨਾਲ ਜੁੜ ਗਈ, ਤੇ ਪ੍ਰਮਾਤਮਾ ਨਾਲ ਜੁੜ ਕਰਕੇ ਉਹਦਾ ਹੀ ਰੂਪ ਬਣ ਗਏ। ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਗੁਰੂ ਪਿਆਰ ਵਾਲਿਓ, ਇਹ ਗੱਲ ਸਾਨੂੰ ਸਾਰਿਆਂ ਨੂੰ ਸਮਝਣੀ ਜ਼ਰੂਰੀ ਹੈ। ਸਾਡੇ ਬਰਾਤ ਵਿੱਚ 100 ਬੰਦਾ ਹੈ, 50 ਬੰਦਾ ਹੈ, 25 ਬੰਦਾ ਹੈ, ਇਹਦੇ ਨਾਲ ਤੁਹਾਡੇ ਆਨੰਦ ਕਾਰਜ ਨਹੀਂ ਹੋਣਾ ਜਾਂ ਹੋਣਾ ਨਿਰਧਾਰਤ ਨਹੀਂ ਹੈ। ਅਸੀਂ ਆਪਣੇ ਵਿਆਹ ਤੇ ਬਹੁਤ ਖਰਚ ਕੀਤਾ। ਇਹ ਪੈਮਾਨਾ ਨਹੀਂ ਹੈ ਵੀ ਆਨੰਦ ਕਾਰਜ ਹੋਏਗਾ ਜਾਂ ਨਹੀਂ ਹੋਏਗਾ, ਵੀ ਇਹਨੇ ਘੱਟ ਕੀਤਾ ਇਸ ਕਰਕੇ ਇਹਦਾ ਆਨੰਦ ਕਾਰਜ ਨਹੀਂ ਹੈ। ਕਹਿਣ ਦਾ ਮਤਲਬ ਕੋਈ ਚੀਜ਼ ਜ਼ਰੂਰੀ ਨਹੀਂ ਹੈ, ਪਰ ਸੋਚੋ ਜੇ ਇਹ ਲਾਵਾਂ ਨੂੰ ਪਾਸੇ ਕਰ ਦਈਏ, ਹੋਰ ਸਭ ਕੁਝ ਕਰ ਲਓ, ਪੈਲਸ ਵੀ ਬੁੱਕ ਕਰ ਲਈਏ, ਖਰਚਾ ਵੀ ਕਰ ਲਈਏ, ਤੇ ਲਾਵਾਂ ਜੇ ਉਹਨੂੰ ਪਾਸੇ ਕਰ ਦਈਏ, ਕੀ ਆਨੰਦ ਕਾਰਜ ਹੋ ਜਾਏਗਾ? ਨਹੀਂ ਹੋਏਗਾ। ਇਸ ਕਰਕੇ ਸਭ ਤੋਂ ਜ਼ਿਆਦਾ ਮਹੱਤਵਪੂਰਨ ਆ ਹੈ, ਤੇ ਇਹਨੂੰ ਹੀ ਅਸੀਂ ਸਮਝਣ ਨੂੰ ਤਿਆਰ ਨਾ ਹੋਈਏ। ਅਸੀਂ ਸਾਰੇ ਆਨੰਦ ਕਾਰਜ ਨੂੰ ਇਹੀ ਸਮਝੀਏ ਵੀ ਅਸੀਂ ਵਿਆਹ ਤੇ ਜਾਣਾ ਹੈ, ਤੇ ਵਿਆਹ ਤੇ ਜਾਣੇ ਦਾ ਦਿਮਾਗ ਵਿੱਚ ਕੀ ਹੋਇਆ ਵੀ ਆ ਗੋਲ ਗੱਪੇ ਖਾਣੇ, ਟਿੱਕੀਆਂ ਖਾਣੀਆਂ, ਸ਼ਗਨ ਦੇਣਾ, ਆ ਕਰਨਾ, ਕੱਪੜੇ ਪਾਉਣੇ ਹੈ, ਨੱਚਣਾ, ਆ ਕਰਨਾ ਹੈ। ਇਹਦਾ ਮਤਲਬ ਸਾਨੂੰ ਆਨੰਦ ਕਾਰਜ ਦਾ ਪਤਾ ਹੀ ਨਹੀਂ ਲੱਗਿਆ ਵੀ ਆਨੰਦ ਕਾਰਜ ਕਹਿੰਦੇ ਕਿਹਨੂੰ ਹੈ। ਇਹੋ ਕਾਰਨ ਹੈ ਕਿ ਇਹਦੇ ਵਿੱਚ ਬੜੇ ਕੀਮਤੀ ਸੁਨੇਹੇ ਹੈ। ਬੱਚਾ ਬੱਚੀ ਨੂੰ ਪਹਿਲਾਂ ਇਹ ਸਮਝਾਉਣੇ ਚਾਹੀਦੇ ਨੇ। ਉਸ ਵੇਲੇ ਮੈਂ ਬੜਾ ਹੈਰਾਨ ਹੋ ਜਾਂਦਾ ਕਈ ਵਾਰੀ, ਭਾਈ ਸਾਹਿਬ ਛੇਤੀ ਕਰੋ, ਆਪ ਲੇਟ ਹੋ ਗਏ, ਹੁਣ ਭਾਈ ਸਾਹਿਬ ਛੇਤੀ ਕਰ ਦੇਣ। ਤੇ ਕਈ ਤੇ ਇੰਨੇ ਕਾਲੇ ਹੁੰਦੇ ਐ, ਇੰਨੇ ਕਾਲੇ। ਸਾਡੇ ਪ੍ਰਿੰਸੀਪਲ ਗਿਆਨੀ ਹਰਭਜਨ ਸਿੰਘ ਜੀ ਕੀਰਤਨ ਦੀ ਸੇਵਾ ਵੀ ਕਰਦੇ ਐ, ਮੈਂ ਵੀ ਨਾਲ ਸਾਂ ਉਹਨਾਂ ਦੇ। ਇਸੇ ਤਰ੍ਹਾਂ ਬਹੁਤ ਲੇਟ ਹੋ ਗਈ ਬਰਾਤ, ਤੇ ਅਸੀਂ ਵੀ ਸਾਰੇ ਜਿਹੜੇ ਐ ਉਡੀਕ ਕੇ ਔਖੇ ਹੀ ਸੀ ਸਾਰੇ ਹੀ। ਤੇ ਜਦੋਂ ਆਏ ਸਭ ਨੂੰ ਕਾਲ ਵੀ ਹੋ ਜਾਏ, ਪਹਿਲੇ ਲੇਟ ਹੋ ਗਏ। ਇੱਕ ਵਾਵਾ ਕਾਲਾ ਸੀ, ਵੀਰ ਜੀ ਸ਼ਬਦ ਹੀ ਪੜ੍ਹ ਰਹੇ ਆ, ਕੋਲ ਭਾਈ ਸਾਹਿਬ ਛੇਤੀ ਕਰੋ। ਖੈਰ ਉਹਨਾਂ ਨੇ ਅੱਖਾਂ ਬੰਦ ਰੱਖੀਆਂ, ਸ਼ਬਦ ਸਮਾਪਤ ਹੋਇਆ, ਉਹਨਾਂ ਨੇ ਦੂਜਾ ਸ਼ਬਦ ਸ਼ੁਰੂ ਕਰ ਦਿੱਤਾ। ਉਹ ਫਿਰ ਤੜਪਿਆ, ਉੱਠ ਕੇ ਭਾਈ ਸਾਹਿਬ ਛੇਤੀ ਕਰੋ। ਦੂਜਾ ਸ਼ਬਦ ਸਮਾਪਤ ਹੋਇਆ, ਉਹਨਾਂ ਨੇ ਤੀਜਾ ਸ਼ੁਰੂ ਕਰ ਦਿੱਤਾ। ਉਹ ਹੁਣ ਪਿੱਛੇ ਆ ਕੇ ਖੜ ਗਿਆ, ਹੱਥ ਲਾ ਕੇ, ਭਾਈ ਸਾਹਿਬ ਛੇਤੀ ਕਰੋ।
ਹੁਣ ਉਹਨਾਂ ਨੂੰ ਵੀ ਕਹਿਣਾ ਕਿ ਕਹਿਣਗੇ ਭਾਈ ਸਾਹਿਬ ਮੈਂ ਕਿੱਦਾਂ ਛੇਤੀ ਕਰ ਦੇਵਾਂ, ਬੱਚੀ ਤੇ ਅਜੇ ਆਈ ਹੀ ਨਹੀਂ। ਸਾਡੀ ਹਾਲਤ ਵੇਖੋ ਕੈਸੀ ਹੈ। ਸਾਨੂੰ ਵੀ ਇਹ ਤਾਂ ਛੇਤੀ ਹੋ ਜਾਏ, ਇਹ ਵੀ ਉਹ ਬੰਦਾ ਭੁੱਲ ਗਿਆ ਵੀ ਅਜੇ ਬੱਚਾ ਹੀ ਆਇਆ, ਬੱਚੀ ਤੇ ਆਈ ਨਹੀਂ, ਛੇਤੀ ਕਿੱਥੋਂ ਹੋ ਜਾਏਗਾ। ਅਸੀਂ ਬੈਠਣ ਨੂੰ ਤਿਆਰ ਨਹੀਂ ਹੈਗੇ, ਸਮਝਣ ਨੂੰ ਤਿਆਰ ਹੀ ਨਹੀਂ। ਇਸੇ ਕਰਕੇ ਆਨੰਦ ਕਾਰਜ ਦੇ ਵਿੱਚ ਇਹ ਗੱਲ ਅੰਕਿਤ ਹੈ ਕਿ ਲਾਵਾਂ ਤੋਂ ਪਹਿਲਾਂ ਬੱਚਾ ਤੇ ਬੱਚੀ ਨੂੰ ਇਹ ਸਿੱਖਿਆ ਦਿੱਤੀ ਜਾਵੇ। ਕਿਤੇ ਕਥਾ ਹੁੰਦੀ ਵੇਖੀ ਹੈ ਆਨੰਦ ਕਾਰਜ ਦੇ ਵਿੱਚ, ਲਾਵਾਂ ਤੋਂ ਪਹਿਲਾਂ ਬੱਚਾ ਬੱਚੀ ਨੂੰ ਵੀ ਕਥਾਵਾਚਕ ਇਹਨਾਂ ਦੇ ਆਧਾਰ ਉੱਤੇ ਸਮਝਾ ਰਹੇ ਨੇ, ਕੁਛ ਗੁਰੂ ਦੇ ਬੋਲ ਸਮਝਾ ਰਹੇ ਨੇ। ਕਦੇ ਵੇਖਿਆ ਇਹਦਾ ਵਾਤਾਵਰਨ? ਪਰ ਅੰਕਿਤ ਹੈ, ਸਿੱਖ ਰਹਿਤ ਮਰਿਆਦਾ ਵਿੱਚ ਜ਼ਰੂਰੀ ਹੈ, ਉਹ 'ਚ ਇਹ ਗੱਲਾਂ ਦੱਸਣੀਆਂ। ਹੁਣ ਇਹਦੇ ਵਿੱਚ ਇਹ ਗੱਲ ਕਹੀ ਗਈ ਸਪਸ਼ਟ ਰੂਪ ਵਿੱਚ, ਨਿਰਭਉ ਭੈ ਮਨ ਹੋਏ। ਸਾਰੇ ਡਰਾਂ ਤੋਂ ਨਿਰਭਉ ਹੋ ਗਏ। ਅਸੀਂ ਹੁੰਦੇ ਹੀ ਨਹੀਂ। ਲੋਕ ਕੀ ਆਖਣਗੇ, ਚਾਚਾ ਕੀ ਆਖੇਗਾ, ਮਾਮਾ ਕੀ ਆਖੇਗਾ, ਤਾਇਆ ਕੀ ਆਖੇਗਾ, ਗਵਾਂਢੀ ਕੀ ਆਖਣਗੇ, ਸਾਨੂੰ ਤੇ ਪਤਾ ਨਹੀਂ ਕਿੰਨੇ ਕੁ ਡਰ ਚਿਮੜੇ ਹੋਏ। ਇੱਥੇ ਕਹਿੰਦੇ ਨਿਰਭਉ, ਜਿੰਨੇ ਵੀ ਭੈ ਸੀ ਉਹ ਤੋਂ ਨਿਰਭਉ ਹੋ ਗਏ। ਤੇ ਨਾਲ ਸ਼ਬਦ ਹਉਮੈ ਮੈਲ ਗਵਾਇਆ। ਤੇ ਸਾਡਾ ਤਾਂ ਹਉਮੈ ਦੀ ਪ੍ਰਦਰਸ਼ਨ ਬਣ ਜਾਂਦਾ ਆਨੰਦ ਕਾਰਜ। ਭਾਈ ਸਾਹਿਬ ਆਨੰਦ ਕਾਰਜ ਕਰਨੇ, ਲੋਕ ਯਾਦ ਰੱਖਣ। ਮੈਂ ਕਿਹਾ ਅੱਜ ਤੱਕ ਕਿਸੇ ਨੇ ਕਿਸੇ ਦਾ ਨਹੀਂ ਯਾਦ ਰੱਖਿਆ, ਤੇਰਾ ਵੀ ਨਹੀਂ ਯਾਦ ਰੱਖਣਾ, ਜੋ ਮਰਜ਼ੀ ਕਰ ਲੈ ਤੂੰ। ਇਹ ਹਉਮੈ ਹੀ ਹੈ ਵੀ ਯਾਦ ਰੱਖਣ। ਅਸੀਂ ਜੀ ਬਹਿ ਜਾ ਕਰਵਾ ਦੇਣੀ ਹੈ। ਹੁਣ ਇਹੋ ਜਿਹੇ ਭਾਵ ਸਾਡੇ ਹੋਣ, ਇਹਦਾ ਮਤਲਬ ਹਉਮੈ ਦੇ ਤਾਂ ਪ੍ਰਦਰਸ਼ਨ ਕੀਤਾ ਹੋਇਆ ਸੀ। ਅਸੀਂ 5 ਸੂਟ ਬਦਲਣੇ ਨੇ, 1.5 ਲੱਖ ਦੇ ਲਿਆਉਂਦੇ, ਇੱਕੋ ਵਾਰੀ ਪਾਉਣੇ, ਦੂਜੀ ਵਾਰੀ ਪਾਉਣੇ ਹੀ ਨਹੀਂ। ਇਹ ਕਿਹਦਾ ਪ੍ਰਦਰਸ਼ਨ ਹੈ? ਇਹ ਆਨੰਦ ਕਾਰਜ ਦਾ ਪ੍ਰਦਰਸ਼ਨ ਤੇ ਨਹੀਂ ਹੈ। ਮੈਨੂੰ ਕਹਿ ਲੈਣ ਦੇਣਾ, ਸਾਡੇ ਹਉਮੈ ਦਾ ਹੀ ਪ੍ਰਗਟਾਵਾ ਹੈ, ਯਾਦ ਰੱਖਣਾ। ਤੇ ਮੇਰੇ ਮਾਲਕ ਤੇ ਇਹਦੇ ਵਿੱਚ ਕਹਿੰਦੇ ਵੀ ਹਉਮੈ ਆਉਣੀ ਨਹੀਂ ਚਾਹੀਦੀ। ਹਉਮੈ ਇਤਨੀ ਖਤਰਨਾਕ ਹੈ, ਇਹਨੇ ਤੇ ਰੱਬ ਪਤੀ ਨਾਲ ਨਹੀਂ ਬਣਨ ਦਿੱਤੀ। ਸਤਿਗੁਰੂ ਜੀ ਬਾਰ-ਬਾਰ ਕਹਿੰਦੇ ਵੀ ਤੇਰੀ ਰੱਬ ਨਾਲ ਨਹੀਂ ਬਣਦੀ ਨਾ, ਹਉਮੈ ਹੈ ਵਿੱਚ, ਹੋਰ ਕੁਛ ਵੀ ਨਹੀਂ, ਹਉਮੈ ਹੀ ਹੈ ਵਿੱਚ। ਸਤਿਗੁਰ ਦੇ ਪਾਵਨ ਬਚਨ ਨੇ, ਧਨ ਪਿਰਕਾ ਇੱਕ ਹੀ ਸੰਗ ਵਾਸਾ। ਆਪਾਂ ਪੜ੍ਹ ਲਈਏ, ਵਿੱਚ ਹਉਮੈ ਪੀਤ ਕਰਾਰੀ, ਵਿੱਚ ਹਉਮੈ ਪੀਤ ਕਰਾਰੀ, ਵਿੱਚ ਹਉਮੈ ਪੀਤ ਕਰਾਰੀ, ਵਿੱਚ ਰੱਬ ਪਤੀ ਤੇ ਸਾਡੇ ਵਿੱਚ ਹਉਮੈ ਦੀ ਕੰਧ ਹੈ, ਔਰ ਬੜੀ ਤਕੜੀ ਹੈ, ਕਰਾਰੀ ਹੈ। ਤੇ ਜਿਹਨੇ ਰੱਬ ਪਤੀ ਨਾਲ ਨਹੀਂ ਬਣਨ ਦਿੱਤੀ, ਉਹਨੇ ਆਹ ਰਿਸ਼ਤਾ ਵੀ ਨਹੀਂ ਬਣਨ ਦੇਣਾ। ਹਉਮੈ ਜਿੱਥੇ ਆ ਗਈ ਉੱਥੇ ਰਿਸ਼ਤਾ ਨਹੀਂ ਬਣਨ ਦੇਣਾ। ਹਉਮੈ ਦਾ ਸੰਬੰਧ ਹੈ ਕਰਮਾਂ ਨਾਲ। ਹੁਣ ਦੇਖੋ, ਮੇਰੇ ਕਰਮ ਹੀ ਚੰਗੇ ਨਾ ਹੋਣ, ਮੈਂ ਕਿਤੇ ਹੰਕਾਰ ਕਰਾਂਗਾ ਉਹਦਾ? ਮੇਰੀ ਲਿਖਾਈ ਬੜੀ ਚੰਗੀ ਹੈ, ਫਿਰ ਮੈਂ ਕਹਾਂਗਾ ਹੈ ਕੋਈ ਜੋ ਮੇਰੇ ਵਰਗਾ ਲਿਖ ਲੈ। ਜੇ ਲਿਖਾਈ ਪਹਿਲਾਂ ਹੀ ਜਿਵੇਂ ਕੀੜੀ ਤੁਰੀ ਫਿਰਦੀ ਹੈ, ਉਹਦਾ ਕਾਹਦਾ ਹੰਕਾਰ? ਸ਼ਕਲ ਸੋਹਣੀ ਹੈ ਤਾਂ ਹੰਕਾਰ ਕਰਾਂਗੇ, ਵੱਧ ਪੜ੍ਹ ਲਿਖ ਗਏ ਤਾਂ ਹੰਕਾਰ ਕਰਾਂਗੇ, 4 ਪੈਸੇ ਜ਼ਿਆਦਾ ਨਹੀਂ ਤਾਂ ਹੰਕਾਰ ਕਰਾਂਗੇ, ਜ਼ਿਆਦਾ ਵੱਡਾ ਰੁਤਬਾ ਹੈ, ਅਹੁਦਾ ਹੈ ਤਾਂ ਹੰਕਾਰ ਕਰਾਂਗੇ। ਹੰਕਾਰ ਦਾ ਸੰਬੰਧ ਸਾਡੇ ਕਰਮਾਂ ਨਾਲ ਹੈ। ਜਿੰਨਾ ਕਰਮ ਉੱਚਾ ਹੁੰਦਾ ਹੈ, ਓਨਾ ਹੀ ਹੰਕਾਰ ਉੱਚਾ ਹੋ ਜਾਂਦਾ। ਇਹੀ ਰਿਸ਼ਤੇ ਵਿੱਚ ਵੀ ਹੋ ਜਾਂਦਾ। ਜਿਹੜਾ ਵੱਧ ਖੂਬਸੂਰਤ ਹੈ ਨਾ, ਉਹ ਕਈ ਵਾਰ ਕਹਿ ਹੀ ਦਿੰਦਾ ਹੈ, ਮੈਨੂੰ ਤਾਂ ਬੜੇ ਰਿਸ਼ਤੇ ਆਉਂਦੇ ਸੀ। ਹੁਣ ਦੱਸੋ, ਉਹਦੇ ਘਰ ਵਿੱਚ ਕਲਾ ਕਲੇਸ਼ ਹੀ ਹੋਣਾ, ਹੋਰ ਕੀ ਹੋਣਾ? ਇਹ ਕਹਿਣ ਦੀ ਲੋੜ ਕੀ ਸੀ? ਨਾਲ ਫਿਰ ਕਈਆਂ ਦੀਆਂ ਤਨਖਾਹਾਂ ਵੀ ਗਿਣਾ ਦਿੱਤੀਆਂ ਜਾਂਦੀਆਂ, ਫੈਕਟਰੀਆਂ ਵੀ ਗਿਣਾ ਦਿੱਤੀਆਂ ਜਾਂਦੀਆਂ। ਇਹ ਹੰਕਾਰ ਦੇ ਬੋਲ ਨੇ, ਇਹ ਘਰ ਵਿੱਚ ਕਲਾ ਕਲੇਸ਼ ਹੀ ਪੈਦਾ ਕਰਨਗੇ। ਹੁਣ ਜਿਹੜਾ ਹੰਕਾਰੀ ਹੈ, ਚੇਤੇ ਰੱਖਣਾ, ਹੰਕਾਰ ਦਾ ਇੱਕ ਹੋਰ ਗੁਣ ਵੀ ਹੈ। ਹੰਕਾਰੀ ਬੰਦੇ ਕੋਲ ਕਦੇ ਖਿਮਾ ਨਹੀਂ ਹੁੰਦੀ। ਹੰਕਾਰੀ ਬੰਦਾ ਕਦੇ ਖਿਮਾ ਨਹੀਂ ਕਰ ਸਕਦਾ, ਨਹੀਂ ਕਰ ਸਕਦਾ। ਨਿਮਰਤਾ ਵਾਲਾ ਬੰਦਾ ਹੀ ਖਿਮਾ ਕਰ ਸਕੇਗਾ। ਇਸੇ ਕਰਕੇ ਮੇਰੇ ਮਾਲਕ ਨੇ ਕਿਹਾ ਸੀ ਨਾ, ਨਿਮਨ ਸੁਅੱਖਰ ਖਵਣ ਗੁਣ। ਨਿਮਰਤਾ ਪਹਿਲਾਂ ਰੱਖੀ, ਵੀ ਨਿਮਰਤਾ ਹੋਏਗੀ ਤੇ ਖਿਮਾ ਹੋਏਗੀ, ਨਹੀਂ ਖਿਮਾ ਹੋਣੀ ਨਹੀਂ।
ਹੰਕਾਰੀ ਬੰਦਾ ਨਹੀਂ ਕਦੇ ਵੀ ਖਿਮਾ ਕਰਦਾ। ਮੈਨੂੰ ਐਂ ਕਹਿ ਗਿਆ, ਉਹ ਹੁੰਦਾ ਕੌਣ ਹੈ? ਬਸ ਹੁਣ ਹੰਕਾਰੀ ਬੰਦਾ ਕਿਸੇ ਨੂੰ ਮਾਫ ਨਹੀਂ ਕਰਦਾ, ਤੇ ਜਦ ਤੱਕ ਮਾਫੀ ਨਾ ਕਰੀਏ ਘਰ ਦੀ ਗੱਡੀ ਤੇ ਚੱਲਣੀ ਨਹੀਂ। ਗਲਤੀਆਂ ਤਾਂ ਹੋਣੀਆਂ। ਮੇਰਾ ਜਨਮ ਦਿਨ ਯਾਦ ਨਹੀਂ ਰੱਖਿਆ, ਚਲੋ ਰੌਲਾ ਪੈ ਗਿਆ, ਹੋ ਗਈ ਨਾ ਗੱਲ। ਸਵੇਰੇ ਮੈਂ ਕਹੀ ਸੀ ਇਹ ਚੀਜ਼ ਲੈ ਕੇ ਆਉਣਾ, ਉਹ ਭੁੱਲ ਗਏ, ਲੈ ਮੇਰੀ ਗੱਲੇ ਨਹੀਂ ਮੰਨੀ। ਹਰ ਤੀਜੇ ਮਹੀਨੇ ਸੁਣਾ ਦੇਖਿਆ, ਤੁਹਾਨੂੰ ਵੀ ਇੱਕ ਵਾਰੀ ਕਿਹਾ ਨਹੀਂ ਸੀ, ਐਵੇਂ ਮੂੰਹ ਚੁੱਕ ਕੇ ਆ ਗਏ, ਲੈ ਕੇ ਨਹੀਂ ਆਏ ਚੀਜ਼। ਇਹ ਕੀ ਹੈ? ਨਹੀਂ ਖਿਮਾ ਕੀਤਾ, ਨਹੀਂ ਭੁੱਲੀ ਉਹ ਵਾਲੀ ਗੱਲ, 2-2 3-3 ਸਾਲਾਂ ਤੱਕ ਨਹੀਂ ਭੁੱਲੀ। ਚੇਤੇ ਰੱਖਣਾ, ਹੰਕਾਰ ਵਾਲਾ ਬੰਦਾ ਕਦੇ ਖਿਮਾ ਨਹੀਂ ਜੇ ਕਰਦਾ। ਤੇ ਇਹ ਤੇ ਬੜਾ ਕੁਝ ਹੋਣਾ, ਕਈ ਵਾਰੀ ਇਹ ਤੇ ਬੜਾ ਕੁਝ ਹੋਣਾ ਹੈ। ਜਨਮ ਦਿਨ ਤੇ ਭੁੱਲ ਜਾਣੇ ਹੈ। ਵਿੱਚ ਨਾਰਾਜ਼ ਹੋਣ ਦੀ ਲੋੜ ਨਹੀਂ, ਆਪ ਹੀ ਚੇਤੇ ਕਰਾ ਦਿਓ। ਤੁਹਾਨੂੰ ਪਤਾ ਹੈ ਅੱਜ ਮੇਰਾ ਜਨਮ ਦਿਨ ਹੈ, ਅਗਲਾ 4 ਵਾਰੀ ਮਾਫੀ ਮੰਗੇਗਾ ਤੇ ਚੰਗਾ ਗਿਫਟ ਵੀ ਲੈ ਆਏਗਾ, ਕਿਉਂਕਿ ਉਹਨੂੰ ਪਤਾ ਮੈਂ ਭੁੱਲ ਗਿਆ ਸੀ। ਬਜਾਏ ਸਾਰਾ ਦਿਨ ਮੂੰਹ ਫੁਲਾ ਕੇ ਘੁੰਮਣ ਦੇ ਨਾਲੋਂ ਆਹ ਗੱਲ ਚੰਗੀ ਨਹੀਂ ਹੈ। ਇਹ ਗੱਲ ਚੰਗੀ ਹੈ। ਸਾਡਾ ਹੰਕਾਰ ਹੀ ਹੈ। ਮੈਂ ਕਿਉਂ ਦੱਸਾਂ, ਉਹਨਾਂ ਨੂੰ ਨਹੀਂ ਪਤਾ। ਉਹ ਸਾਰਾ ਦਿਨ ਵੇਖੋ ਕਿੰਨਾ ਪ੍ਰੈਸ਼ਰ ਦਿਮਾਗ 'ਚ ਲੈ ਕੇ ਅਸੀਂ ਘੁੰਮਦੇ ਹਾਂ, ਭਾਵੇਂ ਉਹ ਮਰਦ ਹੋਵੇ ਤੇ ਭਾਵੇਂ ਇਸਤਰੀ ਹੋਵੇ। ਇਹ ਹੰਕਾਰ ਨੂੰ ਵਿੱਚੋਂ ਕੱਢੀਏ ਅਸੀਂ। ਹੁਣ ਇਹ ਨਿਕਲੇਗਾ ਕਿਵੇਂ? ਇੱਕ ਬੜੇ ਪਿਆਰੇ ਬਚਨ ਨੇ, ਨਿਰਮਲ ਭਉ ਪਾਇਆ। ਭਉ ਡਰ, ਤੇ ਨਾਲ ਸ਼ਬਦ ਹੈ ਨਿਰਮਲ। ਡਰ ਕਦੇ ਨਿਰਮਲ ਹੋਇਆ? ਇੱਕ ਹੈ ਅਸੀਂ ਭੂਤਾਂ ਤੋਂ ਡਰਦੇ ਹਾਂ, ਚੋਰਾਂ ਤੋਂ ਡਰਦੇ ਹਾਂ, ਆ ਵੀ ਡਰ ਹੈ ਨਾ। ਅਪਰਾਧੀਆਂ ਤੋਂ ਡਰਦੇ ਹਾਂ। ਇੱਕ ਹੈ ਇੱਕ ਬੱਚਾ ਆਪਣੇ ਪਿਓ ਤੋਂ ਡਰਦਾ ਹੈ, ਉਹ ਨਿਰਮਲ ਭਉ ਹੈ, ਅਦਬ ਵਾਲਾ ਭਉ ਹੈ। ਮੇਰੇ ਪਿਓ ਨੂੰ ਗੱਲ ਚੰਗੀ ਨਹੀਂ ਲੱਗਦੀ, ਤੇ ਦੂਜਾ ਕਵੇ ਤੂੰ ਆ ਕਰ, ਨਾ ਨਾ ਮੈਂ ਨਹੀਂ ਕਰਨਾ। ਕਿਉਂ? ਮੇਰੇ ਡੈਡੀ ਨਾਰਾਜ਼ ਹੋ ਜਾਣਗੇ। ਆ ਨਿਰਮਲ ਭਉ ਹੈ, ਅਦਬ ਹੈ ਇਹਦੇ ਵਿੱਚ। ਉਹ ਉਹਦੇ ਵਿੱਚ ਆਪਣੇ ਪਿਤਾ ਦੀ ਇੱਛਾ ਸਾਹਮਣੇ ਰੱਖ ਰਿਹਾ ਹੈ, ਆਪਣੇ ਮਾਤਾ ਦੀ ਇੱਛਾ ਸਾਹਮਣੇ ਰੱਖ ਰਿਹਾ ਹੈ। ਇਸੇ ਤਰ੍ਹਾਂ ਨਿਰਮਲ ਭਉ ਸਾਡਾ ਹੋਵੇ, ਸਾਡੇ 'ਚ ਅਦਬ ਆਵੇ, ਇੱਕ ਦੂਏ ਦੇ ਪ੍ਰਤੀ ਅਦਬ ਆਵੇ, ਸਤਿਕਾਰ ਆਵੇ, ਤਾਂ ਅਸੀਂ ਉਹਦੀ ਇੱਛਾ ਨੂੰ ਸਾਹਮਣੇ ਰੱਖਾਂਗੇ। ਦੇਖੋ ਨਿਰਮਲ ਭਉ ਦੀ ਇੱਕ ਉਦਾਹਰਨ, ਅਸੀਂ ਸਾਰਿਆਂ ਨੇ ਸਫ਼ਰ ਕੀਤਾ ਹੋਇਆ, ਬੱਸਾਂ ਦੇ ਵਿੱਚ ਅਸੀਂ ਗਏ ਹੀ ਹੋਵਾਂਗੇ। ਇੱਕ ਗੱਡੀ ਚਲਾਉਂਦਾ ਹੈ ਡਰਾਈਵਰ, ਤੇ ਇੱਕ ਜਿਹੜਾ ਹੈਗਾ ਕੰਡਕਟਰ। ਦੋ ਹੈ ਨਾ, ਇੱਕੋ ਗੱਡੀ ਚਲਾ ਰਹੇ ਦੋਨੋਂ। ਹੁਣ ਡਰਾਈਵਰ ਦਾ ਕੰਮ ਹੈ ਗੱਡੀ ਚਲਾਉਣੀ, ਜੇ ਕੰਡਕਟਰ ਨੇ ਸੀਟੀ ਮਾਰੀ ਤੇ ਗੱਡੀ ਰੋਕਣੀ, ਇਹੀ ਹੈ ਨਾ। ਹੁਣ ਜਦ ਤੱਕ ਕੰਡਕਟਰ ਸੀਟੀ ਨਹੀਂ ਮਾਰਦਾ ਉਹ ਗੱਡੀ ਚਲਾਉਂਦਾ ਨਹੀਂ, ਜਦ ਉਹ ਸੀਟੀ ਮਾਰਦਾ ਉਦੋਂ ਉਹ ਗੱਡੀ ਰੋਕ ਦਿੰਦਾ। ਪਰ ਕਈ ਵਾਰ ਅਸੀਂ ਵੇਖਿਆ ਨਾ ਵੀ ਕੰਡਕਟਰ ਨੇ ਸੀਟੀ ਮਾਰੀ ਨਹੀਂ ਤਾਂ ਵੀ ਗੱਡੀ ਰੋਕਤੀ ਡਰਾਈਵਰ ਨੇ। ਕਦੇ ਵੇਖਿਆ ਵੀ ਕੰਡਕਟਰ ਲੜ ਪਿਆ ਹੋਵੇ, ਮੈਂ ਸੀਟੀ ਤੇ ਮਾਰੀ ਨਹੀਂ, ਤੂੰ ਗੱਡੀ ਕਾਹਤੇ ਰੋਕ ਦਿੱਤੀ? ਨਹੀਂ, ਉਹ ਜਾਣਦਾ ਹੈ ਇਹਨੇ ਕੋਈ ਸਵਾਰੀ ਵੇਖ ਲਈ ਹੈ ਜੋ ਮੈਨੂੰ ਨਹੀਂ ਨਜ਼ਰ ਆਈ, ਜੇ ਇਹਨੇ ਆਪਣੀ ਮਰਜ਼ੀ ਨਾਲ ਗੱਡੀ ਰੋਕੀ ਹੈ ਨਾ, ਇਹ 'ਚ ਸਾਡੇ ਦੋਵਾਂ ਦਾ ਲਾਭ ਹੈ। ਲੜਦਾ ਨਹੀਂ। ਤੇ ਕਈ ਵਾਰ ਕੰਡਕਟਰ ਸੀਟੀ ਮਾਰਦਾ ਹੈ, ਡਰਾਈਵਰ ਗੱਡੀ ਤੋਰ ਲੈਂਦਾ ਹੈ, ਅਚਾਨਕ ਉਹਦਾ ਨਜ਼ਰ ਪੈਂਦਾ, ਫਿਰ ਸੀਟੀ ਮਾਰ ਦਿੰਦਾ ਇੱਕਦਮ ਤਾਂ ਗੱਡੀ ਰੋਕ ਲੈ। ਇਹ ਥੋੜ੍ਹਾ ਵੀ ਡਰਾਈਵਰ ਉੱਠ ਕੇ ਆ ਜਾਂਦਾ, ਤੂੰ ਸੀਟੀ ਹੀ ਮਾਰੀ ਜਾ ਰਿਹਾ, ਜੇ ਰੋਕਣੀ ਸੀ ਤੇ ਪਹਿਲਾਂ ਕਿਉਂ ਇਦਾਂ ਕੀਤਾ? ਨਹੀਂ, ਉਹਦੀ ਗੱਲ ਮੰਨ ਲੈਂਦਾ ਹੈ, ਉਸ ਵੇਲੇ ਗੱਡੀ ਰੋਕਦਾ ਹੈ ਨਾ, ਕਿਉਂਕਿ ਜਾਣਦਾ ਹੈ ਇਹਦੇ ਵਿੱਚ ਹੀ ਭਲਾ ਹੈ, ਮੈਨੂੰ ਕਹਿ ਲੈਣ ਦੇਣਾ। ਇਸੇ ਤਰ੍ਹਾਂ ਦਾ ਹੀ ਅਦਬ, ਇਸੇ ਤਰ੍ਹਾਂ ਦਾ ਹੀ ਭਰੋਸਾ ਆਪਣੇ ਜੀਵਨ ਵਿੱਚ ਲੈ ਕੇ ਆਈਏ, ਦੂਏ ਦਾ ਇਸ਼ਾਰਾ ਹੀ ਸਮਝ ਜਾਈਏ ਅਸੀਂ ਵੀ ਸਾਡੇ ਘਰ ਵਾਸਤੇ ਚੰਗਾ ਹੀ ਹੈ ਜੇ ਉਹਨੇ ਫੈਸਲਾ ਲਿਆ ਹੈ। ਜੇ ਅਸੀਂ ਕਹੀਏ ਤੂੰ ਇਹ ਕੰਮ ਲੈ ਲਿਆ, ਮੈਨੂੰ ਪੁੱਛਿਆ ਹੀ ਨਹੀਂ, ਲੈ ਚਲੋ, ਹੈ ਖੁਸ਼ੀ ਦੀ ਗੱਲ ਸੀ, ਬਸ ਇਸੇ ਗੱਲ ਵਿੱਚ ਰੌਲਾ ਪੈ ਗਿਆ ਕਿ ਮੈਨੂੰ ਪੁੱਛਿਆ ਹੀ ਨਹੀਂ। ਕੰਮ ਤੇ ਚੰਗਾ ਹੀ ਸੀ, ਕੰਮ ਤੇ ਪਸੰਦ ਹੀ ਆ ਗਿਆ, ਪਰ ਲੜਾਈ ਇਸ ਕਰਕੇ ਹੋਈ, ਪੁੱਛਿਆ ਨਹੀਂ। ਕਿਉਂ ਨਹੀਂ ਇਹ ਸੋਚਿਆ ਵੀ ਜਿਹਨੇ ਫੈਸਲਾ ਲੈ ਲਿਆ ਇਹ 'ਚ ਘਰ ਦਾ ਭਲਾ ਹੀ ਸੀ, ਜੇ ਮੇਰੇ ਤੋਂ ਬਿਨਾਂ ਵੀ ਇਹ ਗੱਲ ਕਰ ਲਈ ਤੇ ਇਹ 'ਚ ਘਰ ਦਾ ਭਲਾ ਹੀ ਸੀ। ਜਿਸ ਦਿਨ ਅਸੀਂ ਇਹ ਗੱਲ ਸਮਝ ਆਵਾਂਗੇ ਉਦੋਂ ਸਾਡੇ ਘਰ 'ਚ ਕਲਾ ਕਲੇਸ਼ ਨਹੀਂ ਹੋਏਗੀ, ਪਰ ਸਾਡੀ ਹਉਮੈ
ਇਹ ਨਹੀਂ ਕਰਨ ਦਿੰਦੀ। ਇਸ ਕਰਕੇ ਖੁਸ਼ੀਆਂ ਦੇ ਪਲਾਂ ਦੇ ਵਿੱਚ ਵੀ ਇੱਕ ਵਾਰੀ ਲੜਾਈ ਝਗੜੇ ਦੀ ਗੱਲ ਲੈ ਆਉਂਦੀ ਹੈ। ਮੇਰੇ ਮਾਲਕ ਨੇ ਬਖਸ਼ਿਸ਼ ਕੀਤੀ ਵੀ ਜਿਵੇਂ ਰੱਬ ਜੀ ਦੇ ਨਾਲ ਜਦੋਂ ਅਸੀਂ ਸਾਂਝ ਪਾਉਣੀ ਹੈ ਤਾਂ ਹਉਮੈ ਸਾਡੇ ਜੀਵਨ ਵਿੱਚ ਨਹੀਂ ਹੋਣੀ ਚਾਹੀਦੀ, ਤਾਂ ਹੀ ਪਏਗੀ। ਇੱਦਾਂ ਹੀ ਘਰ ਗ੍ਰਸਤੀ ਦੇ ਵਿੱਚ ਜੇ ਅਸੀਂ ਪਿਆਰਮਈ ਸਾਥ ਸੰਗ ਨਿਭਾਉਣਾ ਹੈ ਤੇ ਉਦੋਂ ਇਹ ਹਉਮੈ ਦੋਹਾਂ ਵਿੱਚ ਨਹੀਂ ਆਉਣਾ ਚਾਹੀਦਾ। ਕਿਸੇ ਦਾ ਉਹਦਾ ਵੱਡਾ ਹੋ ਸਕਦਾ ਹੈ, ਕੋਈ ਵੱਧ ਪੜ੍ਹਿਆ ਲਿਖਿਆ ਹੋ ਸਕਦਾ ਹੈ, ਕਿਸੇ ਦੀ ਵੱਧ ਕਮਾਈ ਹੋ ਸਕਦੀ ਹੈ, ਕਿਸੇ ਦਾ ਘਰ ਪਰਿਵਾਰ ਜ਼ਿਆਦਾ ਪੜ੍ਹਿਆ ਲਿਖਿਆ ਜਾਂ ਕਿਸੇ ਵੀ ਪੱਖ ਤੋਂ ਉੱਚਾ ਹੋ ਸਕਦਾ ਹੈ। ਇਹਨੂੰ ਹੰਕਾਰ ਨੂੰ ਆਪਣੇ ਵਿੱਚ ਨਾ ਲੈ ਕੇ ਆਈਏ, ਸਗੋਂ ਜੋ ਪਹਿਲਾਂ ਬਚਨ ਸਾਂਝੇ ਕੀਤੇ ਸਨ, ਏਕ ਜੋਤ ਦੋਏ ਮੂਰਤੀ, ਹੁਣ ਤਾਂ ਇੱਕੋ ਹੀ ਹੈ ਨਾ, ਇੱਦਾਂ ਲੈ ਕੇ ਚੱਲਾਂਗੇ ਤਾਂ ਹੋਏਗਾ। ਤੇ ਜਿੱਥੋਂ ਗੱਲ ਆਰੰਭ ਕੀਤੀ ਸੀ ਮੈਂ ਉਹਦੇ 'ਚ ਫਿਰ ਇੱਕ ਨਾਲ ਹੋਰ ਗੱਲ ਜੋੜ ਰਿਹਾ ਹਾਂ, ਕਿਉਂਕਿ ਕਈਆਂ ਦੇ ਅੰਦਰ ਸਵਾਲ ਪੈਦਾ ਹੋ ਸਕਦਾ ਹੈ। ਗਿਆਨੀ ਜੀ ਨੇ ਇੱਕ ਪੱਖ ਦੀ ਗੱਲ ਕੀਤੀ ਹੈ ਤੇ ਦੂਸਰੇ ਪੱਖ ਦੀ ਗੱਲ ਮੇਰੀ ਸੇਵਾ ਸੀ, ਉਦੋਂ ਮੈਂ ਤੋਂ ਰਹਿ ਗਈ ਗੱਲ ਵੀ ਆਨੰਦ ਕਾਰਜ ਕਰਨ ਵੇਲੇ ਪ੍ਰਿੰਸੀਪਲ ਸਾਹਿਬ ਜੀ ਨੇ ਗੱਲ ਸਾਂਝੀ ਕੀਤੀ ਸੀ ਵੀ ਕਹਿੰਦੇ 12 ਵਜੇ ਤੋਂ ਪਹਿਲਾਂ ਪਹਿਲਾਂ ਹੋ ਜਾਣ। ਤੇ ਫਿਰ ਨਾਲ ਹੀ ਗੱਲ ਕੀਤੀ ਵੀ ਜਥੇ ਵਾਲੇ ਵੀਰ ਅੰਮ੍ਰਿਤ ਵੇਲੇ ਵੀ ਕਰਦੇ ਹਨ। ਹੁਣ ਸਵਾਲ ਸਾਹਮਣੇ ਆ ਗਿਆ ਹੋਵੇਗਾ ਵੀ 12 ਵਜੇ ਤੋਂ ਪਹਿਲਾਂ ਕਰਨ ਵਾਲੀ ਗੱਲ ਇਹ ਤਾਂ ਹੋਰ ਹੈ ਤੇ ਅੰਮ੍ਰਿਤ ਵੇਲੇ ਕਰਨ ਵਾਲੀ ਗੱਲ ਤੇ ਹੋਰ ਹੋ ਗਈ। ਆਪਸ 'ਚ ਦੋ ਗੱਲਾਂ ਹੋ ਗਈਆਂ। ਇੱਕ ਦਾ ਆਪ ਜੀ ਦੇ ਨਾਲ ਵਿਚਾਰ ਸਾਂਝਾ ਕੀਤਾ ਵੀ ਰਾਗ ਜਿਹੜਾ ਹੈਗਾ ਉਹ ਅੰਮ੍ਰਿਤ ਵੇਲੇ ਦਾ ਲਿਖਿਆ ਮਿਲਦਾ ਹੈ। ਜਦੋਂ ਅਸੀਂ ਮਹਾਨ ਕੋਸ਼ ਵਿੱਚ ਵੇਖਦੇ ਹਾਂ, ਮਹਾਨ ਕੋਸ਼ ਦੇ ਵਿੱਚ ਉਸ ਰਾਗ ਦਾ ਗਾਉਣ ਦਾ ਸਮਾਂ ਅੰਮ੍ਰਿਤ ਵੇਲਾ ਲਿਖਿਆ ਹੋਇਆ ਹੈ, ਪਰ ਉਹਦੇ ਵਿੱਚ ਗੱਲ ਅੰਕਿਤ ਹੈ ਵੀ ਇਹਨੂੰ ਸੂਹਾ ਵੀ ਕਿਹਾ ਜਾਂਦਾ ਹੈ। ਸੂਹੀ ਰਾਗ ਨੂੰ ਸੂਹਾ ਵੀ ਕਿਹਾ ਜਾਂਦਾ ਹੈ। ਹੁਣ ਜਿਹੜੇ ਉਸ ਨੂੰ ਪੜ੍ਹ ਕੇ ਤੇ ਉਹਨੂੰ ਸਹੀ ਸਮਝ ਕੇ ਚੱਲੇ, ਉਹਨਾਂ ਨੇ ਪ੍ਰਚਾਰ ਕੀਤਾ ਵੀ ਅੰਮ੍ਰਿਤ ਵੇਲੇ ਹੀ ਆਨੰਦ ਕਾਰਜ ਹੋਣੇ ਚਾਹੀਦੇ ਹਨ, ਇਸ ਕਰਕੇ ਪ੍ਰਚਲਿਤ ਹੋ ਗਿਆ। ਪਰ ਪ੍ਰੋਫੈਸਰ ਕਰਤਾਰ ਸਿੰਘ ਜੀ, ਪ੍ਰਿੰਸੀਪਲ ਦਿਆਲ ਸਿੰਘ ਜੀ, ਹੋਰ ਕਈ ਜਿਹੜੇ ਸੰਗੀਤ ਨਾਲ ਜੁੜੇ ਹੋਏ ਸਨ, ਉਹਨਾਂ ਨੇ ਵਿਚਾਰ ਦਿੱਤੀ ਵੀ ਸੂਹਾ ਰਾਗ ਇੱਕ ਅਲੱਗ ਰਾਗ ਹੈ ਜੋ ਸੂਹੀ ਤੋਂ ਵੱਖਰਾ ਹੈ। ਬਹੁਤ ਦੇਰ ਸੂਹਾ ਤੇ ਸੂਹੀ ਨੂੰ ਇੱਕੋ ਮੰਨਿਆ ਜਾਂਦਾ ਰਿਹਾ। ਸੂਹੀ ਇੱਕ ਅਲੱਗ ਰਾਗ ਹੈ, ਸੂਹਾ ਇੱਕ ਅਲੱਗ ਰਾਗ ਹੈ। ਸੂਹਾ ਰਾਗ ਦਾ ਸਮਾਂ ਜਿਹੜਾ ਅੰਮ੍ਰਿਤ ਵੇਲੇ ਹੈ, ਸੂਹੀ ਰਾਗ ਦਾ ਸਮਾਂ ਜਿਹੜਾ ਦੁਪਹਿਰੇ 12 ਵਜੇ ਤੋਂ ਪਹਿਲਾਂ ਹੈ। ਸੂਹੀ ਰਾਗ ਦਾ ਸਮਾਂ ਦੁਪਹਿਰੇ 12 ਵਜੇ ਤੋਂ ਪਹਿਲਾਂ ਹੈ। ਹੁਣ ਜਿਨ੍ਹਾਂ ਨੇ ਇਹ ਵਿਚਾਰ ਸਮਝੀ, ਉਹਨਾਂ ਨੇ ਇਹਦਾ ਪ੍ਰਚਾਰ ਕੀਤਾ ਰਾਗੀ ਸਿੰਘਾਂ ਨੇ, ਤੇ ਗੱਲ ਕੀਤੀ ਵੀ 12 ਵਜੇ ਤੋਂ ਪਹਿਲਾਂ ਪਹਿਲਾਂ ਆਨੰਦ ਕਾਰਜ ਹੋ ਜਾਣ, ਕਿਉਂਕਿ ਉਸ ਵੇਲੇ ਉਹ ਨਿਰਧਾਰਤ ਰਾਗਾਂ ਦੇ ਵਿੱਚ ਕੀਰਤਨ ਜਿਹੜਾ ਹੈਗਾ ਉਹ ਕਰਨ ਦੇ ਇੱਛੁਕ ਹੁੰਦੇ ਸਨ। ਤਾਂ ਕਰਕੇ ਇਹ ਗੱਲ ਜਿਹੜੀ ਹੈਗੀ ਪ੍ਰਚਲਿਤ ਹੋ ਗਈ। ਤੋ ਵਹਿਮ ਭਰਮ ਨੂੰ ਕੋਈ ਥਾਂ ਨਹੀਂ ਹੈ। ਹਾਂ, ਰਾਗਾਂ ਦੇ ਸਮੇਂ ਨੂੰ ਮੁੱਖ ਰੱਖਦਿਆਂ ਹੋਇਆਂ ਕਈ ਵਾਰ ਰਾਗੀ ਸਿੰਘਾਂ ਨੇ ਇਹ ਗੱਲ ਜਿਹੜੀ ਹੈਗੀ ਹੈ ਅਕਸਰ ਆਖੀ ਹੈ ਵੀ ਅਸੀਂ ਸੂਹੀ ਰਾਗ ਗਾਉਣਾ ਹੈ, ਇਹਦਾ ਸਮਾਂ ਇਹ ਵੀ ਤੋਂ ਪਹਿਲਾਂ ਪਹਿਲਾਂ ਤੁਸੀਂ ਜਿਹੜਾ ਹੈਗਾ ਕਰ ਲਿਆ ਜਾਵੇ। ਸੋ ਜਿਵੇਂ ਮੇਰੇ ਮਾਲਕ ਨੇ ਰਹਿਮਤ ਕੀਤੀ ਹੈ, ਅਸੀਂ ਸਾਂਝ ਪਾ ਸਕੇ ਹਾਂ ਜੀ। 1909 ਦੇ ਵਿੱਚ ਇਹ ਆਨੰਦ ਕਾਰਜ ਐਕਟ ਜਿਹੜਾ ਹੈ ਕਾਨੂੰਨੀ ਤੌਰ ਉੱਤੇ ਲਾਗੂ ਜਿਹੜਾ ਹੋ ਗਿਆ ਸੀਗਾ। ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਹਦੇ ਹੱਕ ਦੇ ਵਿੱਚ ਇਸ ਅਨੁਸਾਰੀ ਕਾਰਜ ਕਰਨਾ ਚਾਹਿਆ, ਟਿੱਕਾ ਰਿਪੂ ਦਮਨ ਸਿੰਘ ਜੀ, ਉਹਨਾਂ ਨੂੰ ਘਰ ਤੋਂ ਹੀ ਵਿਰੋਧ ਸਹਿਣਾ ਪਿਆ, ਉਹਨਾਂ ਦੇ ਪਿਤਾ ਜੀ ਤੋਂ ਹੀ ਵਿਰੋਧ ਸਹਿਣਾ ਪਿਆ। ਇਹ ਵੀ ਇੱਕ ਇਤਿਹਾਸ ਹੈ। ਮਾਲਕ ਰਹਿਮਤ ਕਰੇ, ਇੰਨਾ ਕੁਝ ਸੰਘਰਸ਼ ਤੋਂ ਬਾਅਦ ਸਾਡੇ ਸਾਹਮਣੇ ਇਹ ਗੱਲਾਂ ਆਈਆਂ ਨੇ ਤੇ ਅਸੀਂ ਇਸ ਅਨੁਸਾਰੀ ਕਾਰਜ ਕਰੀਏ। ਬਾਕੀ ਦੀਆਂ ਗੱਲਾਂ ਅਸੀਂ ਕੱਲ੍ਹ ਦੇ ਦੀਵਾਨ ਵਿੱਚ ਸਾਂਝੀਆਂ ਕਰਾਂਗੇ ਜੀ। ਹੋਈਆਂ ਅਨੇਕ ਭੁੱਲਾਂ ਲਈ ਦਾਸ ਖਿਮਾ ਦੇ ਜਾਚਕ ਹਨ। ਫਤਿਹ ਪ੍ਰਵਾਨ ਕਰੋ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਹਿ ਦਿਲੀ ਧੰਨਵਾਦ ਭਾਈ ਸਾਹਿਬ ਦਾ, ਜਿਨ੍ਹਾਂ ਬੜੇ ਹੀ ਸੋਹਣੇ ਸੁਚੱਜੇ ਢੰਗ ਦੇ ਨਾਲ ਇੱਕ ਚੀਜ਼ ਨੂੰ ਸਮਝਾਉਣਾ ਕੀਤਾ। ਗੁਰਬਾਣੀ ਨੂੰ ਸਮਝਣਾ, ਗੁਰਬਾਣੀ ਤੋਂ ਸੇਧ ਲੈਣੀ, ਇਹ ਹਰ ਗੁਰਸਿੱਖ ਦਾ ਫਰਜ਼ ਹੈ। ਤੇ ਗੁਰਮਤਿ ਮਿਸ਼ਨਰੀ ਕਾਲਜ ਰੋਪੜ ਇਸ ਵਿੱਚ ਆਪਣਾ ਬਹੁਤ ਵੱਡਾ ਹਿੱਸਾ ਪਾ ਰਿਹਾ। ਆਪ ਜੀ ਨੂੰ ਸੁਣ ਕਰਕੇ ਚੰਗਾ ਲੱਗੇਗਾ ਕਿ ਇਹ ਜਿਹੜੀ ਸੰਸਥਾ ਹੈ
ਇਹ ਨਿਵੇਕਲੀ ਆਪਣੇ ਤੌਰ ਦੇ ਉੱਤੇ ਇਹ ਵਾਲੀ ਸੰਸਥਾ ਨੂੰ ਕੋਈ ਸਪੋਰਟ ਨਹੀਂ, ਇਸ ਨੂੰ ਸਪੋਰਟ ਸਿਰਫ ਜਿਹੜੀ ਹੈ ਉਹ ਸੰਗਤ ਦੀ ਸਪੋਰਟ ਹੈ। ਔਰ ਸੰਗਤ ਦੀ ਸਪੋਰਟ ਦੇ ਨਾਲ ਜਿਹੜੇ ਸੰਸਥਾਵਾਂ ਚੱਲਦੀਆਂ ਹਨ ਉਹਨਾਂ ਦੇ ਵਿੱਚ ਹਮੇਸ਼ਾ ਆਪਣਾ ਹਿੱਸਾ ਵੱਡਾ ਪਾਉਣਾ ਚਾਹੀਦਾ। ਨਾਲ ਹੀ ਜਿਸ ਪ੍ਰੇਮ ਸਹਿਤ ਆਪ ਜੀ ਨੇ ਅੱਜ 2 ਲਾਹਾਂ ਦੀ ਵਿਚਾਰ ਆਪ ਦੇ ਨਾਲ ਸਾਂਝੀ ਕੀਤੀ ਹੈ, ਆਪ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਕੱਲ੍ਹ ਜਿਹੜਾ ਹੈ ਆਪ ਜੀ ਨੇ ਸ਼ਾਮਾਂ ਦੇ ਦੀਵਾਨ ਦੇ ਵਿੱਚ 8:45 ਵਜੇ ਤੋਂ ਲੈ ਕੇ 9:15 ਵਜੇ ਤੱਕ ਇਸੀ ਪਿਆਰ ਸਤਿਕਾਰ ਦੇ ਨਾਲ ਜੋ ਬਾਕੀ ਦੀਆਂ ਰਹਿੰਦੀਆਂ 2 ਲਾਵਾਂ ਹਨ ਉਹਨਾਂ ਬਾਰੇ ਵਿਚਾਰ ਹੋਏਗਾ। ਨਾਲ ਹੀ ਆਪ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ, ਪਹਿਲਾਂ ਸਾਡੇ ਵਿੱਚ ਸਰ ਅਮਰਜੀਤ ਸਿੰਘ ਜੀ ਬੱਚਿਆਂ ਨੂੰ ਵਿਸ਼ੇਸ਼ ਤੌਰ ਅਲੱਗ-ਅਲੱਗ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕਰਕੇ ਪੰਜਾਬੀ ਲੇਖਣੀ ਸਿਖਾਉਣ ਦਾ ਕੰਮ ਕਰਦੇ ਸਨ। ਔਰ ਕੰਮ ਨਹੀਂ ਸੀ ਇਹ ਉਹਨਾਂ ਦਾ, ਬਲਕਿ ਇਹ ਉਹਨਾਂ ਵੱਲੋਂ ਸੇਵਾ ਸੀ। ਇਸ ਸੇਵਾ ਦੇ ਵਿੱਚ ਉਹਨਾਂ ਮਾਲਵੀਆ ਨਗਰ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਇਆ, ਬਹੁਤ ਸਮਾਂ ਇੱਥੇ ਆਏ ਹਨ। ਉਹਨਾਂ ਦੀ ਯਾਦ ਦੇ ਵਿੱਚ ਕੱਲ੍ਹ ਲਾਜਪਤ ਨਗਰ ਗੁਰਦੁਆਰਾ ਅਮਰ ਕਾਲੋਨੀ ਦਾ ਜਿਹੜਾ ਗੁਰਦੁਆਰਾ ਹੈ ਉੱਥੇ ਸ਼ਾਹ ਜੀ ਦਾ ਗੁਰਦੁਆਰਾ ਲਾਜਪਤ ਨਗਰ 3 ਦੇ ਵਿੱਚ ਕੱਲ੍ਹ ਉੱਥੇ ਦੀਵਾਨ ਹੈ। ਸਵੇਰ ਦੇ ਟਾਈਮ ਦੇ ਵਿੱਚ 11:15 ਵਜੇ ਤੋਂ ਲੈ ਕੇ 12 ਵਜੇ ਤੱਕ ਔਰ 12 ਵਜੇ ਤੋਂ ਲੈ ਕੇ 1 ਵਜੇ ਤੱਕ ਕਥਾ ਹੈ। ਗਿਆਨੀ ਮਨਿੰਦਰਪਾਲ ਸਿੰਘ ਜੀ ਰੋਪੜ ਵਾਲੇ ਭਾਈ ਸਾਹਿਬ ਜਿਹੜੇ ਬੈਠੇ ਸਨ ਉਹਨਾਂ ਦਾ ਆਪ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ। ਲਾਜਪਤ ਨਗਰ ਅਲੰਕਾਰ ਦੀ ਬੈਕ ਸਾਈਡ ਦੇ ਉੱਤੇ ਹੈ ਜੀ ਸ਼ਾਹ ਜੀ ਦਾ ਜਿਹੜਾ ਗੁਰਦੁਆਰਾ ਹੈ, ਉੱਥੇ ਇਸ ਦੀਵਾਨ ਹੈ। ਜਿਹੜੇ ਮੇਰੇ ਵੀਰ ਭੈਣ ਪਹੁੰਚ ਸਕਣ ਜ਼ਰੂਰ ਪਹੁੰਚਣ। ਨਾਲ ਹੀ ਬੇਨਤੀ ਕਰਦੇ ਹਾਂ ਕੱਲ੍ਹ ਸ਼ਾਮਾਂ ਦੇ ਦੀਵਾਨਾਂ ਦੇ ਵਿੱਚ ਵੀ ਆਪ ਜੀ ਨੇ ਵੱਧ ਚੜ੍ਹ ਕਰਕੇ ਹਿੱਸਾ ਪਾਉਣ। ਮਹਾਰਾਜ ਮਿਹਰ ਕਰਨ। ਗੁਰੂ ਕੇ ਲੰਗਰ ਤਿਆਰ ਹਨ, ਗੁਰੂ ਕੇ ਲੰਗਰ ਅਤੁੱਟ ਵਰਤਣਗੇ। ਭਾਈ ਸਾਹਿਬ ਦੇ ਚਰਨਾਂ 'ਚ ਬੇਨਤੀ ਹੈ ਹੁਣ ਬੜੇ ਪ੍ਰੇਮ ਸਹਿਤ ਆਨੰਦ ਸਾਹਿਬ ਅਰਦਾਸ ਉਪਰੰਤ ਸਾਰਿਆਂ ਨੂੰ ਪ੍ਰਸ਼ਾਦ, ਨਾਲ ਹੀ ਮਹਾਰਾਜ ਦਾ ਸੁਖਾਸਨ ਸਾਹਿਬ ਤਿਆਰ ਕਰਕੇ ਨਿਜ ਅਸਥਾਨ ਪਹੁੰਚਾ ਕਰਕੇ ਲੰਗਰ ਹਾਲ ਵਿਖੇ ਬੈਠ ਕਰਕੇ ਆਪ ਜੀ ਨੇ ਲੰਗਰ ਛਕ ਕਰਕੇ ਜਾਣੇ। ਮੈਂ ਸਭਾ ਵੱਲੋਂ ਦੋਨੋਂ ਹੀ ਅਤ ਪਿਆਰ ਨਾਲ ਇਹਨਾਂ ਦਾ ਗਿਆਨੀ ਬਲਜੀਤ ਸਿੰਘ ਜੀ ਤੇ ਗਿਆਨੀ ਮਨਿੰਦਰਪਾਲ ਸਿੰਘ ਜੀ ਦਾ ਤਹਿ ਦਿਲੀ ਧੰਨਵਾਦ ਕਰਦਾ, ਜਿਨ੍ਹਾਂ ਬੜੇ ਹੀ ਸੁਚੱਜੇ ਢੰਗ ਦੇ ਨਾਲ ਆਪ ਦੇ ਨਾਲ ਆਪਣੀ ਗੱਲ ਰੱਖੀ ਹੈ। ਸਤਿਗੁਰ ਬਖਸ਼ਿਸ਼ ਕਰਨ। ਕੱਲ੍ਹ ਦੇ ਸ਼ਾਮਾਂ ਦੇ ਦੀਵਾਨ ਦੇ ਵਿੱਚ ਵੱਧ ਚੜ੍ਹ ਕਰਕੇ ਹਾਜ਼ਰੀਆਂ ਭਰੋ ਜੀ। ਮਹਾਰਾਜ ਦੀਆਂ ਬਖਸ਼ਾਂ ਆਪਣੀ ਝੋਲੀਆਂ ਵਿੱਚ ਪਾਉਂਦਿਆਂ ਹੋਇਆਂ ਆਪਣੀ ਰੋਹ ਰੀਤੀ ਗੁਰੂ ਦਾ ਪੰਖ ਸਾਨੂੰ ਸਮਝਣ ਦੀ ਲੋੜ ਹੈ। ਸਤਿਗੁਰ ਬਖਸ਼ਿਸ਼ ਕਰਨ। ਐਸੀਆਂ ਸਭਾਵਾਂ ਤੋਂ ਆਪ ਜੀ ਵੱਧ ਚੜ੍ਹ ਕਰਕੇ ਲਾਹਾ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹਲਾ ਤੀਜਾ। ਹਿੰਦੂ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ। ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ। ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ। ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ।
पार ब्रह्म प्रभ पाया उतरे सगल विसूरे। दुख रोग संताप उतरे सुनी सच्ची बाणी। संत साजन भये सरसे पूरे गुर ते जानी। सुनते पुनीत कहते पवित सतगुर रहा भरपूरे। बिनवंत नानक गुर चरण लागे वाजे अनहद तूरे। श्लोक। पवन गुरु पाणी पिता माता धरत महत। दिवस रात दोए दाई दाया खेलै सगल जगत। चंगियाइयां बुराइयां वाचै धर्म हदूर। करमी आपो अपनी के नेड़े के दूर। जिनी नाम ते आया गए मशक्कत काल। नानक ते मुख उजले केती छुटी नाल। जिनी नाम ते आया गए मशक्कत काल। नानक ते मुख उजले केती छुटी नाल। वाहिगुरु जी का खालसा वाहिगुरु जी की फतेह। तू ठाकुर कोई न जान तुमरा अंत। ऊंचे ते ऊंचा भगवंत। सगल समगरी तुमरै सुतर धारी। तुम ते होए सो तुमरी गत मित तुम ही जानी। नानक दास सदा कुर्बानी। एक ओंकार। वाहिगुरु जी की फतेह। श्री भगवती जी सहाय। वार श्री भगवती जी की पातशाही। दसवीं प्रथम भगवती सिमर के गुरु नानक ली तिहाए। फिरंगत गुरु ते अमरदास। रामदास हुई सहाय। अर्जन हर गोबिंद नौ सिमरो श्री हराए। श्री हर कृष्ण ते आइय जिस डिठे सब दुख जाए। तेग बहादुर सिमरिय घर नाउ निध आवे धाए। सब थाई होए सहाय। दसवां पातशाह श्री गुरु गोबिंद सिंह साहिब जी सब थाई होए सहाय। दसां पातशाहियां दी जोत श्री गुरु ग्रंथ साहिब जी दे पाठ दीदार दा ध्यान करके बोलो जी। पंजां प्यारियां चौह साहिबजादियां 40 मुक्तियां हठियां जपियां तपियां। जिन्हां नाम जपिया वंड छकिया देख चलाई। तेग वाही देख कण दिठ कीता। तिन्हां प्यारियां सचियारियां दी कमाई दा ध्यान करके खालसा जी बोलो जी। जिन्हां ਸਿੰਘਾਂ ਸਿੰਘਣੀਆਂ ने धर्म हेत सीस दिते बंद बंद कटाए। खोपरियां लुहाइयां चरखड़ियां ते चढ़े आरियां नाल चराए गए गुरुद्वारियां दी सेवा लई। कुर्बानियां कीतियां धर्म नहीं हारिया। सिੱਖੀ ਕੇਸਾਂ ਸਵਾਸਾਂ ਨਾਲ ਨਿਭਾਈ। तिन्हां दी कमाई दा ध्यान करके खालसा जी बोलो जी। पंजां तख्तां सरबत गुरुद्वारियां दा ध्यान करके बोलो जी। प्रथमे सरबत खालसा जी की अरदास है जी। सरबत खालसा जी को वाहेगुरु वाहेगुरु वाहेगुरु। चेतावे चेतावन का सदका सर्ब सुख होवे। जहाँ जहाँ खालसा जी साहिब तां तां रछियारे देग तेग फतेह। बिरद की पैज पंथ की जीत श्री साहिब जी सहाय। खालसे जी के बोल वाले बोलो जी। सिखां नूं सिੱਖੀ दान केस दान रह दान। विवेक दान विसा दान भरोसा दान दाना सरदान नामदान। श्री ਅੰਮ੍ਰਿਤਸਰ जी दे स्नान चौकियां झंडे बुंगे। जुगो जुगा टल धर्म का जयकार बोलो जी। सिखां दा मन नीवा मत उच्ची मत पत दा राखा वाहिगुरु। हे अकाल पुरख अपने पंथ दे सदा सहाई दातार जीओ। श्री ननकाना साहिब और गुरुद्वारे गुरधाम जिन्हां तो पंथ नूं विछोड़िया गया है। खुले दर्शन दीदार सेवा संभाल दा दान खालसा जी नूं बख्शो। हे निमाणियां दे मान निताणियां दे ताण न्योटियां दी ओट। गरीब रिवाज धन धन श्री गुरु ग्रंथ साहिब महाराज सच्चे पातशाह जी आप जी की कृपा।
ਬਖਸ਼ਿਸ਼ ਸਦਕਾ ਆਪ ਜੀ ਦੇ ਹਜ਼ੂਰ ਸੰਧਿਆ ਵੇਲੇ ਤੋਂ ਵਿਸ਼ੇਸ਼ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਵਿੱਚ ਅੰਮ੍ਰਿਤਮਈ ਬਾਣੀ ਦੇ ਰਸ ਭਿੰਨੇ ਕੀਰਤਨ ਸਤਿਗੁਰੂ ਜੀ ਵਿਸ਼ੇਸ਼ ਤੌਰ ਤੇ ਗੁਰ ਸ਼ਬਦ ਦੀ ਵਿਚਾਰ 6 ਪੌੜੀ ਆਨੰਦ ਸਾਹਿਬ ਜੀ ਦੀ ਅਰਦਾਸ ਸਮੁੱਚੀ ਸੇਵਾ ਨਿਭਾਉਂਦਿਆਂ ਸਤਿਕਾਰ ਕਰਦਿਆਂ ਬਾਣੀ ਜਪਦਿਆਂ ਬੇਅੰਤ ਭੁੱਲਾਂ ਦੀ ਮੁਆਫੀ ਬਖਸ਼ਣੀ। ਪੜ੍ਹੀ ਸੁਣੀ ਬਾਣੀ ਦਾ ਸਮੁੱਚਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣ ਦੀ ਕਿਰਪਾ ਕਰੋ। ਸਰਬੱਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਮਾਇਆ ਦਰ ਪ੍ਰਵਾਨ ਕਰਨੀ। ਚੱਲਿਆ ਕਦਮ ਕਦਮ ਲੇਖੇ ਲਾਉਣਾ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਦਾਨ ਨਾਮ ਦੀਆਂ ਦਾਤਾਂ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਗਰੇ ਪਰਿਵਾਰਾਂ ਵਿਖੇ ਖੁਸ਼ੀ ਖੇੜੇ ਤੰਦਰੁਸਤੀਆਂ ਬਖਸ਼ਣੀਆਂ ਕਾਰਜ ਸਫਲੇ ਕਰਨੇ ਸੱਚੇ ਪਾਤਸ਼ਾਹ ਥਾਂ ਪੰਗ ਸੰਸਾਈ ਹੋਣਾ। ਆਪ ਜੀ ਵੱਲੋਂ ਬਖਸ਼ੇ ਬੇਅੰਤ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ। ਜੋ ਜੀ ਛਕੇ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਜਪੇ। ਪਾਵਨ ਹੁਕਮਨਾਮੇ ਬਖਸ਼ ਕੇ ਨਿਹਾਲ ਕਰੋ। ਅੱਖਰ ਬਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ। ਸਰਬੱਤ ਦੇ ਕਾਰਜ ਰਾਸ ਕਰਨ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਗਿਆ ਭਈ ਅਕਾਲ ਕੀ ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕਉ ਮਿਲਵੋ ਚਹੈ। ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲेंगे। ਠੀਕਰ ਫੋਰ ਦਲੀਸ ਸਿਰ ਤੇਗ ਬਹਾਦਰ ਸੀ क्रिया। तेग बहादुर के चलत है सब जग भयो। बोले सो निहाल। वाहिगुरु जी का खालसा वाहिगुरु जी की फतेह। ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਵਾਹਿਗੁਰੂ 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 ਵਾਹਿਗੁਰੂ।